ਹੋਏ ਨੇ ਉਹਨਾਂ ਨੂੰ ਗੁੱਡ ਮਾਰਨਿੰਗ ਤੇ ਬਾਕੀ ਸਾਰੇ ਦੂਰ ਦੁਰਾਡੇ ਦੇਸ਼ਾਂ ਦੇ ਵਿੱਚ ਬੈਠੇ ਜਿਹੜੇ ਸ਼ੋਅ ਦੇਖ ਰਹੇ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਸਾਰੇ ਜਣੇ ਬਿਲਕੁਲ ਠੀਕ ਠਾਕ ਹੋਵੋਗੇ। ਵੈਸੇ ਵੀ ਵੀਕਐਂਡ ਤੋਂ ਬਾਅਦ ਜਦੋਂ ਅਸੀਂ ਵਾਪਸੀ ਕਰਦੇ ਹਾਂ ਤਾਂ ਬਹੁਤ ਸਾਰੇ ਅਪਡੇਟਸ ਹੁੰਦੇ ਨੇ ਸਾਡੇ ਸਾਰਿਆਂ ਕੋਲ। ਸਭ ਤੋਂ ਵੱਡੀ ਜਿਹੜੀ ਹੈ ਉਹ ਤਬਦੀਲੀ ਆਉਣ ਜਾ ਰਹੀ ਹੈ ਕਿ ਅਮਰੀਕਾ ਦੇ ਵੱਲੋਂ ਹੁਣ ਬਾਰਡਰ ਜਿਹੜੇ ਨੇ ਉਹ ਵੀ ਕੈਨੇਡੀਅਨਸ ਨਹੀਂ ਖੋਲ੍ਹੇ ਜਾ ਰਹੇ ਨੇ ਤੇ ਫੁੱਲੀ ਵੈਕਸੀਨੇਟਡ ਜਿਹੜੇ ਵੀ ਨੇ ਉਹ ਬਾਰਡਰ ਪਾਰ ਹੁਣ ਜਾ ਸਕਦੇ ਨੇ। ਅਮਰੀਕਾ ਦੇ ਵਿੱਚ ਬਹੁਤ ਸਾਰੇ ਕੰਮ ਰੁਕੇ ਹੋਏ ਸੀ, ਗਰੋਸਰੀ ਕਰਨ ਵਾਲਾ ਦੀ ਗਰੋਸਰੀ ਕਈ ਉੱਥੋਂ ਲੈ ਕੇ ਆਉਂਦੇ ਨੇ, ਸੋ ਬਹੁਤ ਸਾਰੀਆਂ ਚੀਜ਼ਾਂ ਸੀ ਉਹ ਹੁਣ ਜਾ ਸਕਦੇ ਨੇ। ਉਹਦੇ ਵਿੱਚ ਇਹ ਸਾਰਿਆਂ ਨੂੰ ਪਤਾ ਹੀ ਹੈ ਵੀ ਜਿਹੜੇ ਨਿਯਮ ਨੇ ਉਹਨਾਂ ਦਾ ਖਿਆਲ ਰੱਖਣਾ ਹੋਏਗਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਵੈਕਸੀਨੇਸ਼ਨ ਜਿਹੜਾ ਸਬੂਤ ਹੈ ਉਹ ਦਿਖਾਉਣਾ ਹੋਏਗਾ। ਫੁੱਲੀ ਵੈਕਸੀਨੇਟਡ ਲੋਕ ਹੀ ਜਿਹੜੇ ਨੇ ਉਹ ਇੱਥੋਂ ਜਿਹੜੇ ਨੇ ਕੈਨੇਡਾ ਤੋਂ ਅਮਰੀਕਾ ਜਾ ਸਕਦੇ ਨੇ। ਸੋ ਇੱਕ ਤਬਦੀਲੀ ਤਾਂ ਇਹ ਹੈ। ਦੂਜੀ ਤਬਦੀਲੀ ਇਹ ਹੈ ਕਿ ਇੱਕ ਗੁੱਡ ਕਾਜ਼, ਚੰਗੇ ਕੰਮਾਂ ਦੇ ਲਈ ਹਮੇਸ਼ਾ ਸਾਨੂੰ ਇਹ ਰਹਿੰਦਾ ਕਿ ਵੱਧ ਚੜ੍ਹ ਕੇ ਅਸੀਂ ਅੱਗੇ ਆਈਏ ਔਰ ਵੱਧ ਚੜ੍ਹ ਕੇ ਜਿਹੜੀ ਹੈ ਕਮਿਊਨਿਟੀ ਦਾ ਸਾਥ ਦਈਏ। ਔਰ ਅਜਿਹੇ ਜਦੋਂ ਚੰਗੇ ਕਾਜ਼ ਆਉਂਦੇ ਨੇ ਤਾਂ ਉਹਨਾਂ ਦੇ ਵਿੱਚ ਸਾਨੂੰ ਇਹ ਚੁਣਨਾ ਹੁੰਦਾ ਵੀ ਕਿਹੜੇ ਚੰਗੇ ਕੰਮ ਵਾਸਤੇ ਅਸੀਂ ਅੱਗੇ ਆ ਸਕਦੇ ਹਾਂ। ਹਾਲ ਹੀ ਦੇ ਦਿਨਾਂ ਦੇ ਵਿੱਚ ਨਵੰਬਰ ਦਾ ਮਹੀਨਾ ਚੱਲ ਰਿਹਾ। ਨਵੰਬਰ ਦੇ ਮਹੀਨੇ ਦੇ ਵਿੱਚ ਇੱਕ ਸਭ ਤੋਂ ਵੱਡਾ ਜਿਹੜਾ ਕਹਿ ਸਕਦੇ ਹਾਂ ਕਿ ਤੋਹਫਾ ਸਰੀ ਨੂੰ ਮਿਲਿਆ ਉਹ ਇਹ ਹੈ, BC ਨੂੰ ਮਿਲਿਆ ਜਿਹੜਾ ਉਹਦੇ ਵਿੱਚ ਹੈ ਕਿ ਨਵੰਬਰ ਦਾ ਮਹੀਨਾ ਜਿਹੜਾ ਹੈ ਉਹ ਬਲੱਡ ਡੋਨੇਸ਼ਨ ਸਿਗਨੇਸ਼ਨ ਜਿਹੜਾ ਉਹ ਐਲਾਨ ਦਿੱਤਾ ਗਿਆ ਹੈ। ਸੋ ਇਹ ਬਹੁਤ ਹੀ ਇੱਕ ਚੰਗੀ ਗੱਲ ਕਹੀ ਜਾ ਰਹੀ ਹੈ ਜਦੋਂ ਇਸ ਦਾ ਐਲਾਨ ਹੋਇਆ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਸ ਦੇ ਲਈ ਜਿਹੜੀ ਹੈ ਉਹ ਜੱਦੋ ਜਹਿਦ ਚੱਲ ਰਹੀ ਸੀ। ਕਾਫੀ ਲੰਬਾ ਸਮੇਂ ਦਾ ਇਹ ਪਾੜਾ ਜਿਹੜਾ ਕ੍ਰਾਸ ਕੀਤਾ ਹੈ। 1999 ਤੋਂ ਸ਼ੁਰੂਆਤ ਹੋਈ ਤੇ 1999 ਤੋਂ ਬਾਅਦ 2000 ਜਦੋਂ 21 ਦੇ ਵਿੱਚ ਪੈਰ ਧਰਿਆ ਤਾਂ ਇਹ ਖਬਰ ਸੁਣਨ ਨੂੰ ਮਿਲੀ ਹੈ ਔਰ ਬਹੁਤ ਹੀ ਚੰਗੀ ਗੱਲ ਮੰਨੀ ਜਾ ਰਹੀ ਹੈ। ਬਲੱਡ ਡੋਨੇਸ਼ਨ ਸਿਗਨੇਸ਼ਨ ਬਲੱਡ ਡੋਨੇਸ਼ਨ ਜਿਹੜਾ ਹੈ ਇਹ ਕੈਂਪ ਕੈਨੇਡਾ ਦੇ ਕਈ ਥਾਵਾਂ ਦੇ ਉੱਤੇ ਜਿਹੜੇ ਨੇ ਓਵਰਆਲ ਜਿਹੜੇ ਨੇ ਲਗਾਏ ਜਾਂਦੇ ਨੇ। ਇਹ ਇੱਕ ਉਹ ਚੰਗਾ ਕੌਜ਼ ਹੈ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਖੂਨਦਾਨ ਮਹਾਦਾਨ ਔਰ ਇਸੇ ਹੀ ਜਿਹੜਾ ਫਾਰਮੂਲੇ ਦੇ ਉੱਤੇ ਜਦੋਂ ਅਸੀਂ ਚੱਲਦੇ ਹਾਂ ਤਾਂ ਸਾਡਾ ਆਪਣਾ ਹੁੰਦਾ ਕਿ ਅਸੀਂ ਆਪਣੀ ਕਿਸੇ ਵੀ ਚੀਜ਼ ਦੇ ਨਾਲ ਕਿਸੇ ਦੂਜੇ ਦੇ ਕੰਮ ਆ ਸਕੀਏ। ਇਹੀ ਮਕਸਦ ਦੇ ਨਾਲ ਜਿਹੜੀ ਹੈ ਉਹ ਸਿਗਨੇਸ਼ਨ ਬਲੱਡ ਡੋਨੇਸ਼ਨ ਜਿਹੜੀ ਹੈ ਉਹਨਾਂ ਦੀ ਟੀਮ ਵੀ ਇਹੀ ਕੌਜ਼ ਦੇ ਨਾਲ ਅੱਗੇ ਵਧ ਰਹੀ ਹੈ। ਸੋ ਅੱਜ ਉਹਨਾਂ ਦੀ ਟੀਮ ਦੇ ਨਾਲ ਇਸ ਮੁਤਲਕ ਅਸੀਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਕਿਉਂਕਿ ਸਰੀ ਦੇ ਵਿੱਚ ਵੀ ਕੈਂਪ ਜਿਹੜੇ ਨੇ ਉਹ ਬਹੁਤ ਵਧੀਆ ਤਰੀਕੇ ਨਾਲ ਨੇਪਰੇ ਚੜੇ ਨੇ। ਵੱਧ ਚੜ੍ਹ ਕੇ ਜਿਹੜੇ ਲੋਕ ਨੇ ਇਸ ਜਿਹੜਾ ਕੈਂਪ ਦੇ ਨਾਲ ਜੁੜੇ, ਇਸ ਕੈਂਪੇਨ ਦੇ ਵਿੱਚ ਉਹਨਾਂ ਨੇ ਵੱਧ ਚੜ੍ਹ ਕੇ ਜਿਹੜੀ ਹੈ ਸ਼ਮੂਲੀਅਤ ਕੀਤੀ ਹੈ। ਉਹਨਾਂ ਦੀ ਟੀਮ ਅੱਜ ਸਾਡੇ ਨਾਲ ਜੁੜੀ ਹੋਈ ਹੈ। ਇਸ ਸੰਬੰਧੀ ਜੇ ਤੁਹਾਡੇ ਕੋਲ ਵੀ ਕੋਈ ਸਵਾਲ ਹੈ ਕਾਲ ਕਰ ਸਕਦੇ ਹੋ। ਕੁਝ ਵੀ ਤੁਹਾਡੇ ਜ਼ਹਿਨ ਦੇ ਵਿੱਚ ਚੀਜ਼ਾਂ ਨੇ ਉਹਨਾਂ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ। ਜਿਹੜੇ ਫੇਸਬੁੱਕ ਵਾਲੇ ਦਰਸ਼ਕ ਨੇ ਉਹ ਫੇਸਬੁੱਕ ਦੇ ਉੱਤੇ ਜਿਹੜਾ ਕੋਈ ਵੀ ਮੈਸੇਜ ਲਿਖ ਸਕਦੇ ਨੇ, ਉਹਨਾਂ ਦਾ ਮੈਸੇਜ ਵੀ ਅਸੀਂ ਨਾਲ ਨਾਲ ਪੜ੍ਹਾਂਗੇ ਤੇ ਉਹਦੇ ਜਵਾਬ ਜਿਹੜੇ ਨੇ ਉਹ ਹਾਸਿਲ ਕਰਾਂਗੇ। ਮੈਂ ਸਵਾਗਤ ਕਰਦੀ ਹਾਂ ਸਭ ਤੋਂ ਪਹਿਲਾਂ ਤਾਂ ਸਿਗਨੇਸ਼ਨ ਦੀ ਟੀਮ ਸਾਡੇ ਕੋਲ ਬੈਠੀ ਹੋਈ ਹੈ। ਤੇਰਾ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ। ਹਰਪ੍ਰੀਤ ਜੀ ਬਹੁਤ ਬਹੁਤ ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ। ਥੈਂਕ ਯੂ ਭੈਣ ਜੀ, ਤੁਸੀਂ ਸਾਨੂੰ ਇਹ ਮੌਕਾ ਦਿੱਤਾ ਹੈਗਾ ਕੈਂਪ ਬਾਰੇ ਗੱਲ ਕਰਨ ਦਾ ਤੇ ਤਾਂ ਸਾਰੇ ਸਰੋਤਿਆਂ ਨੂੰ ਜੀ ਸਤਿ ਸ੍ਰੀ ਅਕਾਲ ਜੀ। ਸੋ ਮੈਨੂੰ ਲੱਗਦਾ ਤੇਰਾ ਸਿੰਘ ਜੀ ਜੇ ਆਪਾਂ ਸ਼ੋਅ ਤਾਂ ਵੈਸੇ ਸ਼ੁਰੂ ਕਰਨਾ ਸੀ ਪਰ ਕਈ ਕਾਲਰ ਕਾਲ ਕਰ ਰਹੇ ਨੇ। ਮੈਂ ਸਭ ਤੋਂ ਪਹਿਲਾਂ ਕਾਲ ਹੀ ਪਿਕ ਕਰ ਲੈਂਦੀ ਹਾਂ ਕਿਉਂਕਿ ਕਾਲਸ ਹੁਣੇ ਤੋਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੇਰੀ ਆਵਾਜ਼ ਆ ਰਹੀ ਹੈ ਜੀ? ਓਕੇ, ਸੋ ਜਿਹੜੇ ਕਾਲਰ ਪਲੀਜ਼ ਕਾਲ ਕਰ ਰਹੇ ਨੇ ਆਈ ਥਿੰਕ ਉਹਨਾਂ ਦੇ ਫੋਨ 'ਚ ਕੋਈ ਪ੍ਰੋਬਲਮ ਹੈ, ਦੁਬਾਰਾ ਕਾਲ ਕਰ ਸਕਦੇ ਨੇ। ਸੋ ਨਾਲ ਦੀ ਨਾਲ ਅਸੀਂ ਕਾਲ ਰਿਸੀਵ ਕਰਾਂਗੇ। ਤੇ ਸਭ ਤੋਂ ਪਹਿਲਾਂ ਤਾਂ ਹਰਬੀਰ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਸਰੀ ਦੇ ਵਿੱਚ ਵੀ ਜਿਹੜਾ ਇਹ ਕੈਂਪ ਲਗਾਇਆ ਗਿਆ, ਸੋ ਤੁਹਾਡੀ ਟੀਮ ਹੈ ਸਾਰੀ ਮਿਲ ਜੁਲ ਕੇ ਕੰਮ ਕਰਦੀ ਹੈ, ਵੱਧ ਚੜ੍ਹ ਕੇ ਕੰਮ ਕੀਤਾ ਹੈ। ਸਰੀ ਦੇ ਵਿੱਚ ਕੈਂਪ ਜਿਹੜਾ ਕਿੰਨਾ ਕੁ ਉਸਨੂੰ ਹੁੰਗਾਰਾ ਮਿਲਿਆ? ਪਿਛਲੀ ਵਾਰ ਨਾਲੋਂ ਇਸ ਵਾਰ ਜਿਹੜਾ ਕਿੰਨਾ ਕੁ ਵੱਖਰਾ ਇਹ ਕੈਂਪ ਮੰਨਿਆ ਜਾ ਰਿਹਾ ਸੀ? ਜੀ ਪਹਿਲਾਂ ਤਾਂ ਤੁਹਾਡਾ ਥੈਂਕ ਯੂ, ਤੁਸੀਂ ਸਾਨੂੰ ਮੌਕਾ ਦਿੱਤਾ ਤੁਹਾਡੇ ਚੈਨਲ ਦੇ ਰੂਬਰੂ ਹੋ ਕੇ ਅਸੀਂ ਜਿਹੜੀ ਇਸ ਕੰਪੇਨ ਦੀ ਅਕਸਰ ਮਕਸਦ ਕੀ ਆ ਉਹਨੂੰ ਰੱਖ ਸਕਦੇ ਹਾਂ। ਸੋ ਜਿਹੜਾ ਇਸ ਸਾਲ ਦਾ ਸਰੀ ਦੇ ਵਿੱਚ ਕੈਂਪ ਸੀਗਾ ਉਹ 6 ਤੇ 7 ਨੂੰ ਸੀਗਾ, ਸੈਚਰਡੇ ਐਂਡ ਸੰਡੇ ਜਿਹੜਾ ਹੋ ਚੁੱਕਿਆ ਔਰ ਬਹੁਤ ਭਰਵਾਂ ਹੁੰਗਾਰਾ ਸੀਗਾ। ਹਰ ਸਾਲ ਨਵੇਂ ਡੋਨਰ ਵੀਰ ਆ ਰਹੇ ਨੇ ਕਿਉਂਕਿ ਕੌਮ ਇਹ ਚੜ੍ਹਦੀ ਕਲਾ ਵਾਲੀ ਆ। ਜਿਵੇਂ ਜਿਵੇਂ ਉਹਨਾਂ ਨੂੰ ਇਹ ਪਤਾ ਲੱਗ ਰਿਹਾ ਵੀ ਇਸ ਜਿਹੜੀ ਕੰਪੇਨ ਆ, ਇਸ ਕੈਂਪ ਦਾ ਜਿਹੜਾ ਇਹ ਸ਼ੁਰੂ ਹੋਈ ਮੁਹਿੰਮ, ਇਹਦਾ ਮਕਸਦ ਕੀ ਆ, ਕਿੱਥੋਂ ਇਹ ਸ਼ੁਰੂ ਹੋਈ। ਕਿਉਂਕਿ ਜੇ ਆਪਾਂ ਗੱਲ ਕਰੀਏ 1984 'ਚ ਜਿਹੜਾ ਆਪਣੇ ਨਾਲ ਦੁਖਾਂਤ ਜਿਹੜਾ ਉੱਥੇ ਵਾਪਰਿਆ, ਕਤਲੇਆਮ ਹੋਇਆ, ਉਹਨੂੰ ਮੁੱਖ ਰੱਖ ਕੇ ਇੱਕ 1999 ਦੇ ਵਿੱਚ ਵੀਰਾਂ ਨੇ ਇਕੱਠੇ ਹੋ ਕੇ ਇੱਕ ਸੋਚ ਦੇ ਤਹਿਤ ਇਹ ਜਿਹੜਾ ਮੁਹਿੰਮ ਸ਼ੁਰੂ ਕੀਤੀ ਸੀ ਤਾਂ ਕਿ ਜੇ ਉੱਥੇ ਖੂਨ ਡੁੱਲਿਆ ਅਸੀਂ ਖੂਨ ਦੇ ਕੇ ਜਾਨਾਂ ਬਚਾ ਸਕੀਏ। ਜਿਵੇਂ ਜਿਵੇਂ ਲੋਕਾਂ ਦੇ ਵਿੱਚ ਉਹ ਸਮਝ ਆ ਰਹੀ ਆ ਤਾਂ ਵੱਧ ਚੜ੍ਹ ਕੇ ਆ ਰਹੇ ਨੇ। ਇਸ ਸਾਲ ਵੀ ਜਿਹੜਾ ਕੈਂਪ ਸੀਗਾ ਬਹੁਤ ਸਫਲਤਾਪੂਰਵਕ ਜਿਹੜਾ ਉਹ ਨਿਪਰੇ ਚੜਿਆ ਜੀ। ਇੱਕ ਕਾਲਰ ਦੀ ਕਾਲ ਨਾਲ ਅਟੈਂਡ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਕਹਿਣਾ ਚਾਹੋਗੇ ਜੀ? ਮੈਂ ਤਾਂ ਤੁਹਾਨੂੰ ਵੀ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਵੀ ਤੁਸੀਂ ਵਧੀਆ ਪ੍ਰੋਗਰਾਮ ਪੇਸ਼ ਕਰਦੇ। ਬਾਕੀ ਜਿਹੜੇ ਵੀਰ ਆਏ ਹੈਗੇ ਆ ਇਹਨਾਂ ਨੂੰ ਬਹੁਤ ਬੜਾ ਧੰਨਵਾਦ ਆ, ਇਹ ਬੜਾ ਉਪਰਾਲਾ ਕਰਦੇ ਹੈਗੇ ਆ ਜਿਵੇਂ ਵਲੰਟੀਅਰ ਹੈਗੇ ਆ ਜੀ। ਜਿਹੜੀ ਮੈਂ ਇੱਕ ਕੱਲ ਦੀ ਗੱਲ ਕਰਨੀ ਸੀਗੀ ਤੇ ਕੱਲ ਤੁਹਾਡਾ ਫਿਰ ਉਦੋਂ ਬੰਦ ਹੋ ਗਿਆ ਸੀਗਾ ਟਾਈਮ ਤੇ ਕੱਲ ਲਾਸਟ ਦੇ ਵਿੱਚ ਇੱਕ ਬੰਦੇ ਨੇ ਕਾਲ ਕੀਤੀ ਸੀ।
ਸਰ ਤੁਸੀਂ ਕਿਸੇ ਹੋਰ ਸ਼ੋਅ ਦੀ ਗੱਲ ਕਰ ਰਹੇ ਹੋ, ਐਕਚੁਅਲੀ ਦੇ ਵਿੱਚ ਕੱਲ ਆਪਣਾ ਸ਼ੋਅ ਜਿਹੜਾ ਹੈ ਮਾਰਨਿੰਗ ਸ਼ੋਅ ਉਹ ਨਹੀਂ ਗਿਆ ਸੀਗਾ। ਹੁਣ ਆਪਾਂ ਜਿੱਦਾਂ ਸਿਕ ਨੇਸ਼ਨ ਬਲੱਡ ਡੋਨੇਸ਼ਨ ਦੀ ਗੱਲ ਕਰ ਰਹੇ ਹਾਂ, ਸੋ ਤੁਸੀਂ ਇਸ ਸੰਬੰਧੀ ਪਲੀਜ਼ ਸਵਾਲ ਕਰ ਸਕਦੇ ਹੋ। ਨਹੀਂ, ਮੈਂ ਦੇਖੋ ਮੈਂ ਇਹਦੇ ਲਈ ਵੀ ਕਰੂੰਗਾ। ਮੈਂ ਉਹ ਇੱਕ ਛੋਟੀ ਜਿਹੀ ਗੱਲ ਕਰਨੀ ਆ ਸ਼ੈਲੀ। ਦੇਖੋ ਉਹ ਤੁਸੀਂ ਉਹ ਬੰਦੇ ਨੇ ਕਿਹਾ ਵੀ ਜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੰਨੀ ਪਾਵਰ ਹੁੰਦੀ ਤੇ ਉਹਨੇ ਉਹਦੇ ਲਈ ਕੀ ਕੁਝ ਬੋਲਿਆ, ਸ਼ੈਲੀ ਨੇ ਨਾ ਉਹਨੂੰ ਕੋਈ ਜਵਾਬ ਦਿੱਤਾ, ਬਾਅਦ ਵਿੱਚ ਵੀ ਕੁਝ। ਸੋ ਮੇਰੀ ਰਿਕੁਐਸਟ ਆ ਵੀ ਜਦੋਂ ਏਦਾਂ ਦੀ ਕੋਈ ਕਾਲ ਕਰਦਾ ਹੁੰਦਾ ਉਹਦੀ ਇਹਦਾ ਕਾਲ ਕੱਟਿਆ ਕਰੋ, ਨਹੀਂ ਦੱਸਿਆ ਕਰੋ ਹਨਾ ਵੀ ਗੁਰੂ ਗ੍ਰੰਥ ਸਾਹਿਬ ਕਿਹੜੇ ਸਿੱਖਾਂ ਦਾ ਨਹੀਂ ਹੈ, ਬਿਲਕੁਲ ਮਨ ਵਧਾਇਆ। ਬਿਲਕੁਲ ਜੀ। ਨਹੀਂ, ਉਹ ਮੈਨੂੰ ਬੜਾ ਬੁਰਾ ਲੱਗਾ। ਮੈਂ ਫੋਨ ਕਰਨ ਲੱਗਾ, ਤੁਹਾਡਾ ਜਦੋਂ ਟਾਈਮ ਮੁੱਕ ਗਿਆ ਸੀ, ਨਾ ਤੁਸੀਂ ਕੁਝ ਕਿਹਾ ਨਾ ਢਿੱਲੋਂ ਸਾਹਿਬ ਨੇ ਕੋਈ ਗੱਲ ਕੀਤੀ। ਤੁਹਾਨੂੰ ਪਤਾ ਹੀ ਆ ਵੀ ਲਾਸਟ ਵਿੱਚ ਕੋਲ ਸ਼ਾਇਦ ਆਈ ਸੀਗੀ ਜੀ। ਤੇ ਸੋ ਮੈਂ ਤਾਂ ਉਹ ਬੜਾ ਮਨ ਦੁਖੀ ਹੋਇਆ ਇਸ ਗੱਲ ਤੇ ਵੀ ਤੁਸੀਂ ਉਹਦੀ ਨਾ ਕਾਲ ਕੱਟੀ ਤੇ ਨਾ ਤੁਸੀਂ ਉਹਨੂੰ ਕੋਈ ਜਵਾਬ ਦਿੱਤਾ। ਤੇ ਬਾਕੀ ਠੀਕ ਹੈ, ਤੁਹਾਡਾ ਉਪਰਾਲਾ ਵਧੀਆ ਹੈ, ਤੁਸੀਂ ਬਹੁਤ ਵਧੀਆ ਪ੍ਰੋਗਰਾਮ ਚਲਾਉਂਦੇ ਆ। ਥੈਂਕ ਯੂ ਤੁਹਾਡਾ ਹੈ। ਬਿਲਕੁਲ ਸਰ, ਰਿਵਿਊ ਕਰ ਰਹੇ ਹਾਂ ਅਸੀਂ, ਦੇਖਦੇ ਹਾਂ ਇਸ ਚੀਜ਼ ਨੂੰ। ਤੁਸੀਂ ਕਿਹਦੀ ਗੱਲ ਕਰ ਰਹੇ ਹੋ? ਸਿਕ ਨੇਸ਼ਨ ਦੀ ਟੀਮ ਸੰਬੰਧੀ ਗੱਲ ਕਰਨਾ ਚਾਹੋਗੇ ਸਰ ਕੋਈ? ਹਾਂ, ਮੈਂ ਤਾਂ ਇਹਨਾਂ ਨੂੰ ਵਾਰ ਕੇ ਦੇਣੀ ਚਾਹੁੰਦਾ, ਜਿੰਨੇ ਵਲੰਟੀਅਰ ਹੈਗੇ ਆ, ਬਹੁਤ ਵਧੀਆ ਇਹਨਾਂ ਦਾ ਉਪਰਾਲਾ ਹੈਗਾ ਆ। ਤੇ ਜੋ ਇਹ ਕਰਦੇ ਆ ਜਦੋਂ ਤੋਂ ਸਟਾਰਟ ਹੋਇਆ 1999 ਤੋਂ ਇਹ, ਤੇ ਇਹ ਸਾਡੇ ਲਈ, ਸਾਡੀ ਕੌਮ ਲਈ, ਤੇ ਜਿਹੜਾ ਇਹ ਡੋਨੇਸ਼ਨ ਕਰਨੀ ਆ ਜਾਂ ਹੋਰ ਵੀ ਕੋਈ ਕਰਦਾ ਆ, ਬਹੁਤ ਵਧੀਆ, ਕਿਉਂਕਿ ਇਹਦੇ ਨਾਲ ਜਾਨਾਂ ਬਚਦੀਆਂ ਹੈਗੀਆਂ ਆ ਜੀ। ਤੇ ਅਸੀਂ ਜੋ ਵੀ ਯੋਗਦਾਨ ਪਾ ਸਕਦੇ ਆ ਪਾਉਣਾ ਚਾਹੀਦਾ ਜ਼ਿੰਦਗੀ ਦੇ ਵਿੱਚ। ਮੈਂ ਤੇ ਸਾਰਿਆਂ ਨੂੰ ਕਹੂੰਗਾ ਜੀ। ਬਿਲਕੁਲ ਜੀ। ਓਕੇ ਜੀ, ਥੈਂਕ ਯੂ ਸਰ। ਹਾਂਜੀ, ਮੈਂ ਸਕਾਲਰ ਦੀ ਐਡ ਕਰਨਾ ਚਾਹੁੰਦਾ ਕੋਈ ਕਮੈਂਟ। ਮੈਨੂੰ ਬਹੁਤ ਵਧੀਆ ਲੱਗਾ ਕਿ ਇਹ ਸਕਾਲਰ ਨੇ ਇਹ ਸਮਝਦਾ ਕਿ ਇਹ ਕੌਮ ਦਾ ਮੁਹਿੰਮ ਆ, ਜੇ ਕੋਈ ਆਰਗੇਨਾਈਜੇਸ਼ਨ ਹੈ ਨਹੀਂ। ਤੇ ਸਾਨੂੰ ਇਹ ਕਹਿ ਰਹੇ ਕਿ ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਕਿ ਜਿੱਥੇ ਜਿੱਥੇ ਸਿੱਖ ਬੈਠਾ ਹੈਗਾ ਦੁਨੀਆ ਵਿੱਚ, ਇਹ ਕੈਂਪੇਨ ਉਹਨਾਂ ਦੀ ਆ। ਬਿਲਕੁਲ, ਤੇ ਬਹੁਤ ਵਧੀਆ ਲੱਗਾ ਮੈਨੂੰ ਇਹਨਾਂ ਦਾ ਕਮੈਂਟ। ਉਹ ਵਾਕਈ ਤੇਰਾ ਸਿੰਘ ਜੀ, ਕਦੀ ਕਦੀ ਨਾ ਲੋਕ ਕਨਫਿਊਜ਼ ਹੁੰਦੇ ਨੇ ਇਹਨਾਂ ਚੀਜ਼ਾਂ ਦੇ ਵਿੱਚ। ਕਈ ਵਾਰੀ ਇਹ ਲੱਗਦਾ ਵੀ ਸਿਕ ਨੇਸ਼ਨ ਹਨਾ ਬਲੱਡ ਡੋਨੇਸ਼ਨ ਮੇ ਬੀ ਉਹ ਸਿਰਫ ਸਿੱਖਾਂ ਵਾਸਤੇ ਹੀ ਹੈ, ਜਾਂ ਫਿਰ ਸਿੱਖ ਹੀ ਉਹਦੇ ਵਿੱਚ ਜਾ ਕੇ ਆਪਣਾ ਬਲੱਡ ਡੋਨੇਟ ਕਰ ਸਕਦੇ ਨੇ, ਬਾਕੀ ਸ਼ਾਇਦ ਨਹੀਂ ਹੈ। ਸੋ ਮੈਂ ਚਾਹਾਂਗੀ ਕਿ ਆਪਾਂ ਲਾਈਵ ਸ਼ੋਅ ਦੇ ਵਿੱਚ ਬੈਠੇ ਹਾਂ, ਕੁਛ ਇੱਦਾਂ ਦੀਆਂ ਕਨਫਿਊਜ਼ਨਸ ਜਿਹੜੀਆਂ ਨੇ ਕਮਿਊਨਿਟੀ ਦੇ ਵਿੱਚ, ਬਾਕੀ ਲੋਕਾਂ ਨੂੰ ਵੀ ਉਹ ਕਲੀਅਰ ਹੋ ਜਾਣ। ਹਾਂਜੀ। ਸੋ ਭੈਣ ਜੀ, ਪਹਿਲੀ ਗੱਲ ਤਾਂ ਇਹ ਹੈਗੀ ਕਿ ਜਦੋਂ ਮੈਂ ਕਿਹਾ ਕਿ ਕੋਈ ਆਰਗੇਨਾਈਜੇਸ਼ਨ ਹੈ ਨਹੀਂ, ਇਹ ਇੱਕ ਸਿੱਖ ਕੌਮ ਵੱਲੋਂ ਉਪਰਾਲਾ ਆ ਕਿ ਅਸੀਂ 1984 ਨੂੰ ਭੁਲਾਉਣਾ ਨਹੀਂ ਹੈਗਾ, ਪਰ ਇੱਕ ਵਧੀਆ ਤੇ ਪੋਜ਼ਿਟਿਵ ਤਰੀਕੇ ਨਾਲ ਯਾਦ ਕਰਨਾ। 1984 ਵਿੱਚ ਨਫ਼ਰਤ ਵਿੱਚ ਖੂਨ ਸਿੱਖਾਂ ਦਾ ਡੋਲਿਆ ਗਿਆ ਸੀ, ਤੇ ਅਸੀਂ ਹੁਣ ਗੁੱਸੇ ਵਿੱਚ ਵੀ ਰਹਿ ਸਕਦੇ, ਬਦਲੇ ਦੀ ਭਾਵਨਾ ਵੀ ਮਨ ਵਿੱਚ ਰੱਖ ਕੇ ਜੀ ਸਕਦੇ। ਪਰ ਜਦੋਂ ਬੰਦਾ ਇੱਦਾਂ ਜੀਂਦਾ, ਉਹਦੀ ਲਾਈਫ ਦੀ ਜਿਹੜੀ ਕੁਆਲਿਟੀ ਨੈਗੇਟਿਵ ਹੋ ਜਾਂਦੀ। ਅਸੀਂ ਪੋਜ਼ਿਟਿਵ ਤਰੀਕੇ ਨਾਲ ਇੱਕ ਚੜ੍ਹਦੀ ਕਲਾ ਵਾਲੀ ਕੌਮ ਹੈ। ਅਸੀਂ ਬਲੱਡ ਦੇ ਕੇ, ਜਾਨਾਂ ਬਚਾ ਕੇ, ਲਵ ਐਂਡ ਕੰਪੈਸ਼ਨ, ਪਿਆਰ ਨਾਲ, ਤੇ ਜਿਹੜਾ ਜ਼ਾਲਮ ਦੀ ਸੋਚ ਨਾਲ ਔਰ ਅਸੀਂ ਔਰ ਅਪੋਜ਼ ਕਰਨਾ ਹੈਗਾ। ਤੇ ਮੈਨੂੰ ਇਹ ਚਲੋ ਬਹੁਤ ਵਧੀਆ ਲੱਗਾ ਹੈਗਾ। ਦੂਸਰੀ ਗੱਲ ਹੈਗੀ ਕਿ ਜੇ ਅਸੀਂ ਸਿੱਖ, ਜਿਹੜਾ ਤੁਸੀਂ ਪੁੱਛਿਆ ਕਿ ਸਾਰਿਆਂ ਲਈ, ਯੈਸ, ਇਹ ਤਾਂ ਕੋਈ ਵੀ ਆਣ ਕੇ ਬਲੱਡ ਡੋਨੇਟ ਕਰ ਸਕਦਾ। ਹੁਣ ਮੈਨੂੰ ਚੇਤਾ, ਮੈਨੂੰ ਹੁਣ 18 ਸਾਲ ਹੋ ਗਏ ਕੈਂਪ ਵਿੱਚ ਆਇਆ ਨੂੰ, ਤੇ ਕਈ ਨਾ ਉੱਥੇ ਗੋਰੇ ਵੀ ਆ ਜਾਓ, ਉਹ ਸੋਚੇ ਕਿ ਚਲੋ ਕੈਂਪ ਲੱਗਾ, ਅਸੀਂ ਵੀ ਡੋਨੇਟ ਕਰ ਜਾਈਏ। ਜੀ ਆਇਆ ਕਹਿ ਕੇ ਇਹਨਾਂ ਨੂੰ ਫਿਰ ਸਮਝਾਈਦਾ, ਤੇ ਉਹਨਾਂ ਦੀ ਸੇਵਾ ਵੀ ਕਰੀਦੀ। ਤੇ ਡੈਫੀਨਿਟਲੀ ਇਟਸ ਫॉर एवरीवन। ਹੁਣ ਜੇ ਅੱਜ ਗੁਰੂ ਗ੍ਰੰਥ ਸਾਹਿਬ ਦੇ ਭਾਈ ਸਾਹਿਬ ਨੇ ਗੱਲ ਕਰਕੇ ਗਏ, ਗੁਰੂ ਗ੍ਰੰਥ ਸਾਹਿਬ ਜਿਹੜਾ ਹੈਗਾ ਉਹ ਸਾਰਿਆਂ ਲਈ ਆ। ਬਿਲਕੁਲ ਬਿਲਕੁਲ। ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਹਿੰਦੂ ਭਗਤ ਆ, ਉਹ ਉਹਨਾਂ ਦੀ ਵੀ ਬਾਣੀ ਦਰਜ ਹੈਗੀ। ਮੁਸਲਮਾਨ ਬਾਬਾ ਫਰੀਦ ਜੀ ਹੈਗੇ, ਉਹਨਾਂ ਦੀ ਵੀ ਬਾਣੀ ਹੈਗੀ। ਜਦੋਂ ਸਿੱਖ ਮੱਥਾ ਟੇਕਦਾ ਹੈਗਾ, ਸਿੱਖ ਸਾਰਿਆਂ ਨੂੰ ਮੱਥਾ ਟੇਕ ਰਿਹਾ ਹੈਗਾ। ਬਿਲਕੁਲ। ਤੁਹਾਡੀ ਕੈਂਪੇਨ ਦੀ ਇੱਕ ਬਹੁਤ ਹੀ ਖੂਬਸੂਰਤੀ ਦੀ ਗੱਲ ਇਹ ਲੱਗੀ, ਸਰਬਤ ਦਾ ਭਲੇ ਦਾ ਤੁਸੀਂ ਜਿਹੜਾ ਉਹੀ ਟੀਚਾ ਅੱਗੇ ਲੈ ਕੇ ਚੱਲ ਰਹੇ ਹੋ। ਸੋ ਉਹਦੇ ਸੰਬੰਧੀ ਸਿਰਫ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਵਾਲੀ ਤੁਕ ਨੂੰ ਅੱਗੇ ਲੈ ਕੇ ਚੱਲਣਾ, ਇਹਦੇ ਪਿੱਛੇ ਦਾ ਤੁਹਾਡਾ ਮਕਸਦ ਕੀ ਰਿਹਾ, ਕਿਵੇਂ ਇਸ ਨੂੰ ਤੁਸੀਂ ਚੁਣਿਆ? ਸੋ ਜਿੱਦਾਂ ਹੁਣ ਸਰਬੱਤ ਦੇ ਭਲੇ ਦੀ ਇਹ ਆ ਵੀ ਇਹ ਆਪਾਂ ਸਾਰੇ ਇੱਕ ਤੋਂ ਪੈਦਾ ਹੋਏ ਵੇ ਆ, ਇੱਕ ਤੋਂ ਸ਼ੁਰੂ ਹੋਏ ਪਏ ਆ। ਐਂਡ ਜਿਹੜਾ ਸੰਦੇਸ਼ ਵੀ ਆ, ਜਦੋਂ ਤੁਸੀਂ ਜਿਵੇਂ ਹੁਣ ਗੁਰੂ ਨਾਨਕ ਦੇਵ ਜੀ ਦੀ ਗੱਲਬਾਤ ਕੀਤੀ, ਸੋ ਉਹਨਾਂ ਦਾ ਸੰਦੇਸ਼ ਵੀ ਇਹੀ ਆ ਵੀ ਤੁਸੀਂ ਸੇਵਾ ਕਿਵੇਂ ਕਰਦੇ ਹੋ, ਬਟ ਸੇਵਾ ਦੇ ਨਾਲ ਨਾਲ ਤੁਸੀਂ ਇਹ ਵੀ ਆ ਵੀ ਤੁਸੀਂ ਜੇ ਕੋਈ ਸਾਹਮਣਿਓਂ ਜਿਹੜਾ ਜ਼ਾਲਮ ਆ ਉਹਦਾ ਵੀ ਵਿਰੋਧ ਕਿੱਦਾਂ ਕਰਦੇ ਹੋ। ਉਹ ਕਿਸੇ ਵੀ ਤਰੀਕੇ ਹੋ ਸਕਦਾ, ਸ਼ਬਦਾਂ ਨਾਲ ਵੀ ਹੋ ਸਕਦਾ, ਕੋਈ ਕੰਪੇਨ ਖੜੀ ਕਰਕੇ ਵੀ ਸੰਦੇਸ਼ ਦੇ ਸਕਦੇ ਹੋ। ਸੋ ਇਹ ਜਿਹੜਾ ਸਾਰਾ ਇਸ ਕੰਪੇਨ ਨੂੰ ਚਲਾਉਣ, ਬਹੁਤ ਵਾਰ ਇਹ ਕੁਐਸਚਨ ਪੁੱਛਿਆ ਜਾਂਦਾ ਵੀ ਕੌਣ ਪ੍ਰਧਾਨ ਹੈ ਇਹਦਾ, ਕੌਣ ਇਹਨੂੰ ਚਲਾ ਰਿਹਾ। ਸੋ ਹੁਣ ਇਹੀ ਚੀਜ਼ ਸਮਝਣ ਵਾਲੀ ਆ ਵੀ ਇਸ ਕੰਪੇਨ ਨੂੰ ਚਲਾਉਣ ਵਾਲਾ ਵੀ ਇੱਕ ਹੀ ਅਕਾਲ ਪੁਰਖ ਆ। ਗੁਰੂ ਨਾਨਕ ਦੇਵ ਜੀ ਦਾ ਓਟ ਆਸਰਾ ਲੈ ਕੇ, ਉਸ ਅਕਾਲ ਪੁਰਖ ਦਾ ਓਟ ਆਸਰਾ ਲੈ ਕੇ ਕੰਪੇਨ ਚੱਲ ਰਹੀ ਆ। ਸੋ ਜਿਹੜਾ ਉਹਨਾਂ ਦਾ ਸੰਦੇਸ਼ ਸੀਗਾ ਉਹੀ ਅੱਗੇ ਫੈਲ ਰਿਹਾ ਜੀ। ਔਰ ਉਸ ਮੁਹਿੰਮ ਦੇ ਤਹਿਤ ਬਹੁਤ ਲੋਕਾਂ ਦੀ ਹੁਣ ਤੱਕ 1,60,000 ਜਾਨਾਂ ਨੇ ਜਿਹੜੀਆਂ ਕੈਨੇਡਾ ਦੇ ਵਿੱਚ ਬਚਾਈਆਂ ਜਾ ਚੁੱਕੀਆਂ ਨੇ।
ਔਰ ਉਹ ਕਿਸੇ ਇੱਕ ਇਕੱਲੇ ਦਾ ਕੰਮ ਨਹੀਂ ਹੈਗਾ, ਬਿਲਕੁਲ ਇਹ ਇਕੱਲੀ ਇੱਕ ਆਰਗੇਨਾਈਜੇਸ਼ਨ ਜੇ ਕਹੀਏ ਕੁਝ ਵਲੰਟੀਅਰਾਂ ਦਾ ਕੰਮ ਨਹੀਂ, ਇਹ ਸਾਰੀ ਸਿੱਖ ਕੌਮ ਦਾ, ਸਾਰੀ ਕੌਮ ਦਾ ਸਾਂਝਾ ਉਪਰਾਲਾ। ਬਿਲਕੁਲ, ਸੋ ਇਹ ਬਹੁਤ ਹੀ ਖੂਬਸੂਰਤੀ ਦੀ ਗੱਲ ਹੈ ਕਿ ਇਹਦੇ ਵਿੱਚ ਸਾਂਝਾ ਉਪਰਾਲਾ ਲੈ ਕੇ ਚੱਲਦੇ ਹੋ। ਕਈ ਵਾਰ ਇਹ ਵੀ ਹੁੰਦਾ ਵੀ ਇਹਦੇ ਵਿੱਚ ਵੀ ਸ਼ਾਇਦ ਕੋਈ ਆਗੂ ਹੋਏਗਾ, ਕੋਈ ਤਾਂ ਕੋਈ ਲਿਸਟ ਬਣਾਉਂਦਾ ਹੋਏਗਾ, ਕੋਈ ਤਾਂ ਟੀਮ ਨੂੰ ਅੱਗੇ ਤੋਰਦਾ ਹੋਊਗਾ, ਸੋ ਵਿਚ ਮੀਨਸ ਕਿ ਕੋਈ ਆਗੂ ਹੈ, ਔਰ ਸਪੈਸ਼ਲੀ ਇਹ ਹੁੰਦਾ ਵੀ ਡੈਜ਼ਿਗਨੇਸ਼ਨਸ ਸ਼ਾਇਦ ਇਹਦੇ ਵਿੱਚ ਵੀ ਹੋਣਗੀਆਂ, ਸੋ ਇਦਾਂ ਦਾ ਕੁਝ ਹੁੰਦਾ ਜਾਂ ਸਾਰੇ ਵਲੰਟੀਅਰ ਡੈਜ਼ਿਗਨੇਸ਼ਨ ਨਾਲ ਹੀ ਕੰਮ ਕਰਦੇ ਨੇ? ਹਾਂਜੀ ਭੈਣ ਜੀ, ਮੈਂ ਆਪਣੀ ਐਗਜ਼ਾਮਪਲ ਦੇ ਦਵਾਂ। ਮੈਂ ਹੁਣ 18 ਸਾਲ ਹੋਇਆ ਕੈਂਪੇਨ ਵਿੱਚ ਜੁੜੇ ਨੂੰ। ਮੈਂ ਸਟੂਡੈਂਟ ਆਇਆ ਸੀ ਇੱਥੇ ਤੇ SFU ਮੈਂ ਆਪਣੀ ਡਿਗਰੀ ਕੀਤੀ, ਫਿਰ ਮੈਂ ਬੈਂਕ ਵਿੱਚ ਕੰਮ ਕਰਦਾ ਹੈਗਾ। ਬੈਂਕ ਵਿੱਚ ਤਾਂ ਆਰਗੇਨਾਈਜੇਸ਼ਨ ਸਟਰਕਚਰ ਹੁੰਦਾ, ਓਕੇ ਜੀ, ਤੇ ਮੈਂ ਉਸ ਚੀਜ਼ ਤੇ ਯੂਜ਼ਡ ਟੂ ਹੋਇਆ। ਜਦੋਂ ਮੈਂ ਆਇਆ ਸੀ, ਮੈਨੂੰ ਵੀਰ ਜਿਹੜੇ ਆਏ ਸੀ ਮੈਨੂੰ ਲੈ ਕੇ ਕਹਿੰਦੇ ਜੀ ਇੱਥੇ ਤੇਰਾ ਸਿੰਘ ਸਾਰੇ ਵਾਲੰਟੀਅਰ ਹੈ, ਸਾਰੇ ਇੱਕੋ ਜਿਹੇ ਹੈ। ਤੇ ਮੈਂ ਕਿਹਾ ਠੀਕ ਹੈ, ਕਹਿੰਦੇ ਤਾਂ ਸਾਰੇ ਇਦਾਂ ਹੀ ਹੁੰਦੇ, ਠੀਕ ਨਹੀਂ, ਪਰ ਅਸਲੀਅਤ ਫਿਰ ਕੁਝ ਹੋਰ ਹੁੰਦੀ। ਤੇ ਮੈਂ ਵੇਖਦਾ ਰਿਹਾ, ਮੈਨੂੰ ਲੱਗਦਾ ਕਿ ਆਹ ਬੰਦਾ ਜਿਹੜਾ ਇਹ ਚਲਾ ਰਿਹਾ ਹੋਣਾ ਕੈਂਪੇਨ। ਫਿਰ ਮੈਨੂੰ 2-3 ਮਹੀਨੇ ਬਾਅਦ ਮੈਨੂੰ ਲੱਗਿਆ ਨਹੀਂ, ਇਹ ਨਹੀਂ, ਆਹ ਬੰਦਾ ਹੋਊਗਾ। ਏਦਾਂ ਮੈਂ 2 ਸਾਲ ਲੱਭਦਾ ਰਿਹਾ। ਫਿਰ ਅਖੀਰਲੇ ਜਦੋਂ 3 ਸਾਲ ਹੋ ਗਏ ਮੈਨੂੰ ਐਕਟਿਵਲੀ ਕੰਮ ਕਰਦਿਆਂ ਨੂੰ, ਫਿਰ ਹੀ ਮੈਨੂੰ ਪਤਾ ਲੱਗਾ ਕਿ ਨਹੀਂ, ਇਹ ਮੈਂ ਚਲਾ ਰਿਹਾ। ਇਹ ਜਿਹੜਾ ਸਿੱਖ ਜਿਹੜਾ ਹੈਗਾ ਡੋਨੇਟ ਕਰ ਰਿਹਾ, ਉਹ ਵੀ ਕੈਂਪੇਨ ਨੂੰ ਚਲਾ ਰਹੇ। ਇਹ ਸਾਡੀ ਕੌਮ ਦੀ ਕੈਂਪੇਨ ਹੈ ਤੇ ਤਾਂ ਹੀ ਇਸ ਚੀਜ਼ ਦਾ ਅੱਜ ਤੱਕ ਸਕਸੈਸ ਬਣਿਆ। ਨਹੀਂ ਤੇ ਜਦੋਂ ਵੀ ਕੋਈ ਚੀਜ਼ ਸਕਸੈਸਫੁਲ ਹੋ ਜਾਂਦੀ, ਉਹ ਟੁੱਟ ਜਾਂਦੀ, ਵਿੱਚੋਂ ਤੁਹਾਡੇ ਪ੍ਰੋਬਲਮਾਂ ਪੈ ਜਾਂਦੀਆਂ ਤੇ ਫਿਰ 2-3 ਕੈਂਪ ਬਣ ਜਾਂਦੇ, 3 ਕੈਂਪ ਬਣ ਜਾਂਦੇ। ਤੇ ਇਦਾਂ ਅਸੀਂ ਵੇਖਣ ਨੂੰ ਸਾਨੂੰ ਮਿਲਦਾ ਹੈਗਾ। ਹੁਣ ਇੱਥੇ ਜਦੋਂ ਕੋਈ ਬੰਦਾ ਆਉਂਦਾ ਜਿਹਨੂੰ ਹੋਵੇ ਕਿ ਮੈਂ ਇੱਥੇ ਹੁਣ ਆਪਣੀ ਪ੍ਰਧਾਨ ਬਣਨਾ, ਮੈਂ ਆਪਣੇ ਕੋਈ ਰੈਜ਼ੂਮੇ ਬਣਾਉਣਾ, ਮੈਂ ਕੋਈ ਆਪਣੀ ਇਮੇਜ ਬਣਾਉਣੀ, ਉਹਨੇ ਜੇ ਵੇਖਿਆ ਤੇ ਇੱਥੇ ਤਾਂ ਸਾਰੇ ਇਕੁਅਲ, ਇਹ ਤਾਂ ਕੋਈ ਚੀਜ਼ ਤਾਂ ਹੈ ਨਹੀਂ ਤੇ ਮੈਨੂੰ ਤਾਂ ਮੌਕਾ ਮਿਲਣਾ ਨਹੀਂ ਹੈਗਾ, ਤੇ ਉਹ ਫਿਰ ਪਰੇ ਹਟ ਜਾਂਦਾ। ਦੂਸਰੀ ਗੱਲ ਪੈਸਿਆਂ ਦੀ, ਜਿੱਥੇ ਜ਼ਿਆਦਾ ਪੈਸਾ ਹੋਵੇ ਉੱਥੇ ਵੀ ਪ੍ਰੋਬਲਮ ਆ ਜਾਂਦੀ ਹੈਗੀ। ਹੁਣ ਜਿਹੜਾ ਮੈਂ ਤੁਹਾਨੂੰ ਕਿਹਾ ਸੀ, ਮੈਨੂੰ 3 ਸਾਲ ਬਾਅਦ ਹੀ ਪਤਾ ਲੱਗਾ ਕਿ ਕਿੱਦਾਂ ਕੈਂਪ ਚੱਲ ਰਿਹਾ ਤੇ ਕੌਣ ਚਲਾ ਰਿਹਾ ਤੇ ਕੌਣ ਨਹੀਂ ਚਲਾ ਰਿਹਾ। ਓਕੇ, ਸੋ ਬਿਲਕੁਲ ਇਹ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ। ਹਾਂਜੀ, ਤੇ ਜੇ ਕਿਸੇ ਨੇ ਡੋਨੇਟ ਵੀ ਪੈਸੇ ਕਰਨੇ ਹੋਣ, ਉਸ ਵੀਰ ਨੂੰ ਐਕਟਿਵਲੀ ਜਾਂ ਵੀਰ ਜਾਂ ਭੈਣ ਨੂੰ ਐਕਟਿਵਲੀ 3 ਸਾਲ ਕੰਮ ਕਰਨਾ ਪਊਗਾ, ਫਿਰ ਹੀ ਉਹ ਪੈਸੇ ਡੋਨੇਟ ਕਰ ਸਕਦੇ ਹੈਗੇ। ਕਿਉਂਕਿ ਫਿਰ ਉਹਨਾਂ ਨੂੰ ਪਤਾ ਲੱਗ ਜੂਗਾ ਕਿ ਜਿਹੜਾ $1 ਅਸੀਂ ਦਿੰਦੇ ਉਹ ਸਹੀ ਪਾਸੇ ਲੱਗੂਗਾ। ਕਿਉਂਕਿ ਖਰਚੇ ਤਾਂ ਹੁੰਦੇ ਸਾਡੇ ਕੈਂਪ ਵਿੱਚ, ਜੇ ਤੁਸੀਂ ਵੇਖੋ ਬੋਰਡ ਲੱਗੇ, ਪੋਸਟਰ ਲੱਗੇ, ਐਡਵਰਟਾਈਜ਼ਮੈਂਟ ਵੀ ਹੁੰਦੇ ਤੇ ਟੈਂਟ ਲਾਉਣੇ ਹੁੰਦੇ, ਉਹਨਾਂ ਸਾਰੀਆਂ ਚੀਜ਼ਾਂ ਦਾ ਖਰਚਾ ਹੁੰਦਾ। ਤੇ ਜਿਹੜੇ ਵੀਰ ਭੈਣ ਜਿਹੜੇ ਐਕਟਿਵਲੀ ਜਿਹੜੇ ਵਾਲੰਟੀਅਰ ਕਰਦੇ, ਉਹੀ ਡੋਨੇਟ ਕਰਕੇ ਤੇ ਫਿਰ ਅਸੀਂ ਇਦਾਂ ਕੰਮ ਚਲਾਉਂਦੇ ਹਾਂ ਜੀ। ਸੋ ਹਰਪ੍ਰੀਤ ਜੀ, ਇਹਨਾਂ ਸਾਰੇ ਕੰਮਾਂ ਦੀ ਪਹਿਲਾਂ ਲਿਸਟ ਤਿਆਰ ਕੀਤੀ ਜਾਂਦੀ ਹੈ ਵੀ ਜਿਹੜਾ ਡੋਨੇਸ਼ਨ ਤੋਂ ਵੀ ਪੈਸਾ ਆਇਆ, ਸੋ ਕਿੱਥੇ ਕਿੱਥੇ ਲਾਉਣਾ ਹੈ। ਹਮੇਸ਼ਾ ਸਭ ਤੋਂ ਪਹਿਲਾਂ ਨਾ ਸਿਰਫ ਪੂਰੀ ਟੀਮ ਦੇ ਵਿੱਚ, ਵਾਲੰਟੀਅਰਸ ਦੇ ਵਿੱਚ, ਕਈ ਵਾਰੀ ਕਮਿਊਨਿਟੀ ਨੂੰ ਵੀ ਇਹ ਹੁੰਦਾ ਵੀ ਸਹੀ ਪੈਸਾ ਜਿਹੜਾ ਜਾ ਰਿਹਾ ਉਹ ਸਹੀ ਹੱਥਾਂ ਦੇ ਵਿੱਚ ਤੇ ਸਹੀ ਕੰਮਾਂ ਦੇ ਵਿੱਚ ਇਸਤੇਮਾਲ ਕੀਤਾ ਜਾਏ। ਸੋ ਉਹਦੇ ਲਈ ਵੀ ਤੁਸੀਂ ਕੋਈ ਰਿਵਿਊ ਕਰਦੇ ਹੋ ਪ੍ਰੋਪਰ, ਤਾਂ ਕਿ ਪਾਰਦਰਸ਼ਤਾ ਸਾਰੀ ਰਵੇ ਇਹਦੇ ਵਿੱਚ? ਜੀ, ਸੋ ਜਿਵੇਂ ਤੀਰਥ ਸਿੰਘ ਜੀ ਨੇ ਗੱਲ ਕੀਤੀ ਵੀ ਡੋਨੇਟ ਕਰਨ ਲਈ ਵੀ ਤੁਹਾਨੂੰ ਵਲੰਟੀਅਰ ਹੋਣਾ ਜ਼ਰੂਰੀ ਹੈ, ਔਰ ਵਲੰਟੀਅਰ 3 ਸਾਲ ਜੇ ਤੁਸੀਂ ਐਕਟਿਵਲੀ ਉੱਥੇ ਕੰਮ ਕਰਦੇ ਹੋ, ਦੈਨ ਤੁਸੀਂ ਐਲੀਜੀਬਲ ਹੋ ਡੋਨੇਟ ਕਰਨ ਦੇ ਲਈ। ਐਂਡ ਉਸ ਤੋਂ ਬਾਅਦ ਵੀ ਇਹ ਨਹੀਂ ਹੈਗਾ ਵੀ ਤੁਸੀਂ ਕਰਨਾ ਹੀ ਆ, ਉਹ ਤੁਹਾਡੀ ਚੋਇਸ ਹੈ, ਠੀਕ ਹੈ। ਐਂਡ ਜਿਹੜੀ ਜਿੱਦਾਂ ਤੁਸੀਂ ਗੱਲ ਕੀਤੀ ਵੀ ਤਿਆਰ ਹੁੰਦਾ ਹੋਣਾ, ਜਿਹੜੀ ਕੰਪੇਨ ਆ, ਜਿਵੇਂ ਆਪਾਂ ਨੂੰ ਮੋਸਟਲੀ ਨਵੰਬਰ 'ਚ ਪਤਾ ਲੱਗਦਾ ਵੀ ਕੰਪੇਨ ਚੱਲ ਰਹੀ ਹੈ, ਕੈਂਪ ਲੱਗ ਰਿਹਾ, ਬਟ ਇਹ ਸਾਰਾ ਸਾਲ ਕੰਮ ਹੁੰਦਾ ਰਹਿੰਦਾ ਇੱਥੇ। ਹਰ ਮੰਥ ਜਿਹੜੇ ਵਲੰਟੀਅਰ ਮੀਟਿੰਗ ਕਰਦੇ ਆ, ਕਿਵੇਂ ਬੈਟਰ ਕੀਤਾ ਜਾ ਸਕਦਾ, ਜਿਹੜੇ ਕਰੰਟ ਕੋਈ ਵੀ ਚੀਜ਼ ਚੱਲ ਰਹੀ ਹੈ, ਚਾਹੇ ਉਹ ਇੰਡੀਆ 'ਚ ਚਾਹੇ ਵਰਲਡ 'ਚ ਕਿਤੇ ਵੀ ਹੋ ਰਿਹਾ, ਉਹਦੇ 'ਤੇ ਡਿਸਕਸ ਹੁੰਦਾ। ਸੋ ਸਾਰਾ ਸਾਲ ਇਹ ਕੰਪੇਨ ਦਾ ਕੰਮ ਚੱਲਦਾ ਰਹਿੰਦਾ। ਐਂਡ ਜਿਹੜੇ ਵੀ ਵਲੰਟੀਅਰ ਡੋਨੇਟ ਕਰਦੇ ਆ, ਯੈਸ, ਉਹ ਪ੍ਰੋਪਰ ਉਹਨੂੰ ਸਾਰਾ ਡਿਜ਼ਾਈਨ ਕੀਤਾ ਜਾਂਦਾ, ਕਿੱਥੇ ਕਿਹੜੀ ਚੀਜ਼ ਦਾ ਖਰਚਾ ਕਿੰਨਾ ਹੋਣਾ, ਐਂਡ ਪੂਰੀ ਪਾਰਦਰਸ਼ਤਾ ਹੈਗੀ ਆ ਜਿਹੜੀ ਸਾਰੇ ਵਲੰਟੀਅਰ ਨੂੰ ਪਤਾ ਹੁੰਦਾ ਵੀ ਕੀ ਹੋ ਰਿਹਾ ਸਾਰਾ ਜੀ। ਸੋ ਕੈਨੇਡਾ ਦੀ ਹੁਣ ਤੱਕ ਦੀ ਸਭ ਤੋਂ ਇਹ ਵੱਡੀ ਬਲੱਡ ਕੈਂਪੇਨ ਜਿਹੜੀ ਹੈ ਉਹ ਮੰਨੀ ਜਾਂਦੀ ਹੈ? ਹਾਂਜੀ, ਸਾਨੂੰ ਪਿਛਲੇ ਸਾਲ ਜਿਹੜੀ ਸਿੱਖ ਕੌਮ ਦੇ ਕੈਂਪ ਨੂੰ ਜਿਹੜੇ ਹੈਗਾ ਬਲੱਡ ਡਰਾਈਵ ਨੂੰ, ਪਿਛਲੇ ਸਾਲ ਕੈਨੇਡੀਅਨ ਬਲੱਡ ਸਰਵਿਸਿਜ਼ ਵੱਲੋਂ ਨੈਸ਼ਨਲ ਅਵਾਰਡ ਮਿਲਿਆ ਤੇ ਰੈਕਗਨਾਈਜ਼ ਕੀਤਾ ਗਿਆ ਸੀ ਕਿ ਇਹ ਕੈਨੇਡਾ ਦਾ ਸਭ ਤੋਂ ਵੱਡਾ ਬਲੱਡ ਡਰਾਈਵ ਹੈਗਾ ਜੀ। ਤੇ ਸੋ ਇਹਦੇ ਵਿੱਚ ਪਿਛਲੇ ਸਾਲ ਤਾਂ ਨੈਸ਼ਨਲ ਅਵਾਰਡ ਮਿਲਿਆ ਸੀ। ਉਦੋਂ ਜਿਹੜੇ ਪਿਛਲੇ 18 ਸਾਲ ਦੀ ਜਿਹੜਾ 1999 ਤੋਂ ਲੈ ਕੇ ਹੁਣ ਤੱਕ ਰੀਜਨਲ ਅਵਾਰਡਸ ਵੀ ਮਿਲੇ ਹੈਗੇ। ਤੇ ਜਿੱਦਾਂ ਤੁਸੀਂ ਸ਼ੁਰੂਆਤ ਵਿੱਚ ਵੀ ਕਿਹਾ ਸੀ ਕਿ ਇਸ ਸਾਲ ਜਿਹੜੀ BC ਗਵਰਨਮੈਂਟ ਨੇ ਕੌਮ ਨੂੰ ਰੈਕਗਨਾਈਜ਼ ਕੀਤਾ ਤੇ ਨਵੰਬਰ ਦਾ ਮਹੀਨਾ ਉਹਨਾਂ ਨੇ ਸਿੱਖ ਨੇਸ਼ਨ ਬਲੱਡ ਡਰਾਈਵ ਦਾ ਮੰਥ ਮੰਨਿਆ ਗਿਆ ਹੈ। ਬਿਲਕੁਲ। ਹਾਂਜੀ, ਸੋ ਜਿਹੜਾ ਜਿੱਦਾਂ ਤੀਰਥ ਸਿੰਘ ਜੀ ਗੱਲ ਕਰ ਰਹੇ ਸੀਗੇ ਵੀ ਰੈਕਗਨਾਈਜ਼ ਕੀਤਾ ਗਿਆ, ਬਟ ਕੰਪੇਨ ਦਾ ਕਦੇ ਵੀ ਉਹ ਮਕਸਦ ਨਹੀਂ ਸੀਗਾ। ਕੰਪੇਨ ਕਦੇ ਵੀ ਕਿਸੇ ਅਵਾਰਡ ਲਈ ਜਾਂ ਕਿਸੇ ਦੀ ਇੱਦਾਂ ਦੀ ਰੈਕਗਨੀਸ਼ਨ ਲਈ ਇਹਨਾਂ ਨੇ ਕਦੇ ਵੀ ਕੰਪੇਨ ਇਸ ਲਈ ਕੰਮ ਨਹੀਂ ਕਰ ਰਹੀ, ਕਿਉਂਕਿ ਜਿਹੜਾ ਕੰਪੇਨ ਦਾ ਅਸਲ ਮਕਸਦ ਆ ਜਿਹੜਾ ਉਹ ਇੱਕ ਅਲੱਗ ਆ।
ਉਹ ਟੀਚਾ ਅਲੱਗ ਆ, ਉਹ ਲੋਕਾਂ ਦੀਆਂ ਜਾਨਾਂ ਬਚਾਉਣਾ। ਯੈਸ, ਗਵਰਨਮੈਂਟ ਨੇ BC ਗਵਰਨਮੈਂਟ ਨੇ ਜਿਹੜਾ ਰੈਕਗਨਾਈਜ਼ ਕੀਤਾ ਉਹਦੇ ਲਈ ਥੈਂਕਫੁਲ ਆ, ਬਟ ਕੰਪੇਨ ਦਾ ਉਹ ਮਤਲਬ ਨਹੀਂ ਸੀ। ਕਦੇ ਵੀ ਕਿਸੇ ਅਵਾਰਡ ਲਈ ਕੰਮ ਨਹੀਂ ਕੀਤਾ, ਰੈਕਗਨੀਸ਼ਨ ਲਈ ਨਹੀਂ ਕੀਤਾ, ਕਿਉਂਕਿ ਜਿਹੜਾ ਸਰਬੱਤ ਦਾ ਭਲਾ ਹੈਗਾ, ਜਦੋਂ ਤੁਸੀਂ ਹਿਊਮੈਨਿਟੀ ਲਈ ਖੜਦੇ ਹੋ, ਤੁਸੀਂ ਲੋਕਾਂ ਲਈ ਖੜਦੇ ਹੋ, ਤਾਂ ਤੁਹਾਨੂੰ ਰੈਕਗਨੀਸ਼ਨ ਦੀ ਲੋੜ ਨਹੀਂ। ਬਟ ਜਿਹੜੀ ਕੰਪੇਨ ਆ ਉਹ ਜ਼ਰੂਰ ਰੈਕਗਨਾਈਜ਼ ਕਰਦੀ ਆ ਉਹਨਾਂ ਲੋਕਾਂ ਨੂੰ, ਕੌਣ ਹੱਕ 'ਚ ਖੜਾ, ਕੌਣ ਨਹੀਂ ਹੱਕ 'ਚ ਖੜਾ। ਕੰਪੇਨ ਜ਼ਰੂਰ ਰੈਕਗਨਾਈਜ਼ ਬਿਲਕੁਲ, ਕਿਉਂਕਿ ਬਲੱਡ ਡਰਾਈਵ ਹੋਰ ਵੀ ਬਹੁਤ ਸਾਰੀਆਂ ਚੱਲਦੀਆਂ ਨੇ। ਤੁਹਾਡੀ ਹੀ ਕੈਂਪੇਨ ਨੂੰ ਇੰਨੀ ਜ਼ਿਆਦਾ ਸਕਸੈਸ ਮਿਲਣ ਦੇ ਪਿੱਛੇ ਕੀ ਜਿਹੜੇ ਨੇ ਉਹ ਕਾਰਨ ਰਹੇ ਨੇ ਮੇਨ? ਸੋ ਪਹਿਲੀ ਗੱਲ ਤਾਂ ਇਹ ਹੈਗਾ ਕਿ ਜਿਹੜਾ ਦਰਦ ਆ 1984 ਦਾ, ਤੇ ਬੜੀ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਿੱਖ ਕੌਮ ਨੇ ਦਰਦ ਨੂੰ ਭੁਲਾਇਆ ਨਹੀਂ, ਨਾ ਹੀ ਕਦੇ ਭੁਲਾਉਣਾ ਹੈਗਾ। ਪਰ ਸਾਡੇ ਨਾਲ ਨਿਰਾ 1984 ਨਹੀਂ ਹੋਇਆ, ਜੇ ਅਸੀਂ ਹਿਸਟੋਰੀਕਲੀ ਵੀ ਵੇਖ ਲਏ, ਸਾਡੇ ਗੁਰੂ ਸਾਹਿਬ ਨਾਲ ਵੀ ਬਹੁਤ ਕੁਝ ਹੋਏ, ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਕਿ ਕਿੱਦਾਂ ਇਹ ਚੀਜ਼ ਨੂੰ ਚੈਲੰਜ ਕਰਨਾ, ਜੇ ਜਦੋਂ ਵੀ ਤੁਸੀਂ ਇੱਦਾਂ ਦੀਆਂ ਚੀਜ਼ਾਂ ਆਉਂਦੇ ਕਿੱਦਾਂ ਤੁਸੀਂ ਉਹਦਾ ਸਾਹਮਣਾ ਕਰਨਾ ਹੈਗਾ। ਪਰ ਸੋ ਇੱਕ ਤਾਂ ਜਿਹੜਾ ਦਰਦ ਕਰਕੇ ਤਾਂ ਕੌਮ ਆਉਂਦੀ ਹੈ। ਹੁਣ ਮੈਂ ਫੋਨ ਕਰਦਾ ਤਾਂ ਵੀਰਾਂ ਭੈਣਾਂ ਨੂੰ, ਜਦੋਂ ਵੀ ਅਸੀਂ ਉਹ ਸਾਨੂੰ ਫੋਨ ਕਰਦੇ ਕਿ ਬਲੱਡ ਡੋਨੇਟ ਕਰਨਾ, ਤੇ ਜਦੋਂ ਉਹਨਾਂ ਦਾ ਧੰਨਵਾਦ ਕਰੀਦਾ, ਉਹ ਸਾਡਾ ਕਰਦੇ ਕਹਿੰਦੇ ਤੁਸੀਂ ਬਹੁਤ ਕੁਝ ਕਰ ਰਹੇ। ਤੇ ਜਦੋਂ 1984 ਦੀ ਗੱਲ ਕਰਦੀ ਤੇ ਮਿੰਟ 2 ਮਿੰਟ ਲਾ ਦਿੰਦੇ ਉਸ ਗੱਲ ਤੇ ਕਿ ਯਾਰ ਠੀਕ ਹੈ, ਭੁਲਾਉਣਾ ਨਹੀਂ ਚਾਹੀਦਾ, ਫਿਰ ਸਾਨੂੰ ਵੀ ਉਹਦੇ ਵਿੱਚ ਇੰਸਪੀਰੇਸ਼ਨ ਮਿਲਦੀ। ਸੋ ਇੱਕ ਤਾਂ ਉਹ ਸਕਸੈਸ ਹੈ। ਦੂਸਰੀ ਗੱਲ, ਜਿਸ ਤਰੀਕੇ ਨਾਲ ਅਸੀਂ, ਠੀਕ ਹੈ ਅਸੀਂ ਕੋਈ ਆਰਗੇਨਾਈਜੇਸ਼ਨ ਹੈ ਨਹੀਂ, ਪਰ ਬੜੇ ਆਰਗੇਨਾਈਜ਼ਡ ਤਰੀਕੇ ਨਾਲ ਕੰਮ ਚਲਾਈਦਾ ਹੈਗਾ। ਮੀਟਿੰਗਾਂ ਸਾਡੀਆਂ ਹੁੰਦੀਆਂ, ਤੇ ਨਾ ਕੋਈ, ਜਿੱਦਾਂ ਮੈਂ ਕਹਿਤਾ ਸੀ ਅੱਗੇ ਕਿ ਕੋਈ ਲੀਡਰ ਨਹੀਂ ਹੈਗਾ, ਕੋਈ ਪ੍ਰਧਾਨਗੀ ਦੀ ਕੋਈ ਇਸ਼ੂ ਨਹੀਂ ਹੈਗਾ, ਕੋਈ ਪੈਸਿਆਂ ਦਾ ਇੱਥੇ ਕੋਈ ਇਸ਼ੂ ਨਹੀਂ ਹੈਗਾ। ਅੱਜ ਹੁਣ ਤੁਸੀਂ ਵੇਖੋ ਕਿ ਸਾਨੂੰ ਗਵਰਨਮੈਂਟ ਵੱਲੋਂ ਇੱਕ ਇਹ ਰੈਕਗਨੀਸ਼ਨ ਮਿਲੀ ਹੈਗੀ BC ਗਵਰਨਮੈਂਟ ਵੱਲੋਂ। ਜੇ ਅੱਜ ਅਸੀਂ ਕੱਲ ਨੂੰ ਲਾ ਦਈਏ ਜੀ ਫੰਡ ਰੇਜ਼ਿੰਗ ਕਰਨੀ ਸਿੱਖ ਨੇਸ਼ਨ ਦੀ, ਸਾਰੇ ਲੱਖਾਂ ਡਾਲਰ ਤਾਂ ਇਕੱਠੇ ਹੋ ਜਾਣੇ ਹੁੰਦਾ, ਸਾਨੂੰ ਪਤਾ, ਪਰ ਅਸੀਂ ਕੰਮ ਇਹ ਕਦੇ ਕਰਨਾ ਨਹੀਂ ਹੈਗਾ ਕਿ ਅਸੀਂ ਪੈਸਾ ਉਨਾ ਇਕੱਠਾ ਕਰਨਾ ਜਿੰਨਾ ਸਾਨੂੰ ਲੋੜ ਆ, ਨੋਰਮਲ ਹੋ ਜਾਂਦਾ। ਕਿਉਂਕਿ ਜਦੋਂ ਅਸੀਂ ਪੈਸਾ ਇਕੱਠਾ ਆ ਜਾਂਦਾ, ਲੀਡਰਸ਼ਿਪ ਆ ਜਾਂਦੀ, ਉਦੋਂ ਗਲਤ ਬੰਦੇ ਵੀ ਆ ਜਾਂਦੇ, ਜਦੋਂ ਗਲਤ ਬੰਦੇ ਆ ਗਏ ਤਾਂ ਫਿਰ ਕੰਮ ਖਰਾਬ ਹੋ ਜਾਂਦਾ। ਤਾਂ ਇਹ ਇਸ ਕੈਂਪੇਨ ਦਾ ਇਹੀ ਸਕਸੈਸ ਰਿਹਾ ਹੁਣ ਤੱਕ, ਤੇ ਇਦਾਂ ਹੀ ਫਿਊਚਰ ਵਿੱਚ ਇਦਾਂ ਰਹੂਗਾ। ਜੀ ਬਿਲਕੁਲ। ਆਰਪੀ ਜੀ, 1999 ਤੋਂ ਸ਼ੁਰੂ ਹੋਈ ਹੈ ਜਿਹੜੀ ਕੈਂਪੇਨ, ਉਦੋਂ ਦਾ ਉਪਰਾਲਾ ਹੁਣ ਅਸੀਂ 2021 ਦੇ ਵਿੱਚ ਵੀ ਜਿਹੜੀਆਂ ਗੱਲਾਂ ਕਰ ਰਹੇ ਹਾਂ ਇਸ ਸੰਬੰਧੀ, ਔਰ ਕਿੰਨਾ ਕੁ ਫਰਕ ਮਹਿਸੂਸ ਕੀਤਾ ਜਾ ਰਿਹਾ, ਕਿੱਥੋਂ ਸ਼ੁਰੂਆਤ ਹੋਈ ਸੀ ਤੇ ਅੱਜ ਕਿੰਨੇ ਤੱਕ ਅਸੀਂ ਪਹੁੰਚ ਚੁੱਕੇ ਹੋਏ ਹਾਂ, ਕੀ ਮਾਰਜਨ ਔਰ ਕੀ ਵੱਡੀਆਂ ਜਿਹੜੀਆਂ ਉਪਲਬਧੀਆਂ ਇਸ ਦੇ ਵਿੱਚ ਤੁਹਾਨੂੰ ਮਿਲੀਆਂ ਨੇ? ਇਹ ਕਾਲਰ ਦੀ ਕਾਲ ਵੀ ਨਾਲ ਪਿਕ ਕਰਦੇ ਹਾਂ ਆਪਾਂ, ਫਿਰ ਇਸ ਸਵਾਲ ਦਾ ਜਵਾਬ ਲੈਂਦੇ ਹਾਂ। ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ, ਕੀ ਪੁੱਛਣਾ ਚਾਹੋਗੇ? ਮੈਂ ਪੁੱਛਣਾ ਨਹੀਂ, ਅਸੀਂ ਤਾਂ ਬਸ ਥੈਂਕਸ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਕੰਮ ਕਰ ਰਹੇ ਨੇ, ਔਰ ਬਹੁਤ ਸ਼ਿੱਦਤ ਨਾਲ ਕੰਮ ਕਰ ਰਹੇ ਨੇ, ਵਲੰਟੀਅਰ ਕੰਮ ਕਰ ਰਹੇ ਨੇ, ਔਰ ਕੌਮ ਦੇ ਲਈ ਕੰਮ ਕਰ ਰਹੇ ਨੇ। ਬਸ ਜਿੰਨਾ ਵੀ ਇਹਨਾਂ ਦਾ ਧੰਨਵਾਦ ਕਰ ਸਕੀਏ ਉਹ ਘਾਟਾ, ਔਰ ਇਹਨਾਂ ਦੀ ਸ਼ਾਬਾਸ਼ੀ ਕਰਨੀ ਚਾਹੁੰਦੇ। ਜੀ ਬਿਲਕੁਲ, ਥੈਂਕ ਯੂ ਜੀ, ਥੈਂਕ ਯੂ ਸਰ ਜੀ, ਥੈਂਕਸ। ਸੋ ਲੋਕਾਂ ਦੀ ਹੌਸਲਾ ਅਫਜ਼ਾਈ ਭਰੇ ਜਿਹੜੇ ਤੁਹਾਨੂੰ ਹੁਣ ਵੀ ਕਾਲਸ ਆ ਰਹੀਆਂ ਨੇ, ਸੋ ਇਹੀ ਹੌਸਲਾ ਆਈ ਥਿੰਕ ਇੰਨੇ ਸਮੇਂ ਤੋਂ ਇਸ ਕੈਂਪੇਨ ਦਾ ਮੇਨ ਜਿਹੜਾ ਉਹ ਕਹਿ ਸਕਦੇ ਆ ਵੀ ਹਿੰਮਤ ਦਿੰਦਾ ਆ, ਬਲ ਰਿਹਾ। ਜਿਵੇਂ ਤੁਸੀਂ ਕੁਐਸਚਨ ਵੀ ਪੁੱਛਿਆ ਸੀਗਾ ਵੀ 1999 ਤੋਂ ਸਟਾਰਟ ਹੋ ਕੇ ਹੁਣ ਤੱਕ ਕੀ ਚੇਂਜ ਹੋਇਆ, ਇਹ ਚੀਜ਼ ਚੇਂਜ ਹੋਈ ਹੈ। ਕਿਉਂਕਿ ਜਦੋਂ ਕੌਮ ਦੇ ਨਾਲ ਖੜ ਜਾਂਦੀ ਆ, ਫਿਰ ਕੋਈ ਵੀ ਚੀਜ਼ ਮੁਸ਼ਕਲ ਨਹੀਂ ਹੁੰਦੀ। ਜਿਵੇਂ ਵੀਰ ਜੀ ਹੁਣੇ ਗੱਲ ਕਰਕੇ ਗਏ ਨੇ, ਇਹ ਸਾਡਾ ਕੱਲਿਆਂ ਦਾ ਜਾਂ ਆਪਣਾ ਕਿਸੇ ਦਾ ਨਹੀਂ ਹੈਗਾ, ਇਹ ਸਾਰਿਆਂ ਦਾ। ਤੁਸੀਂ ਉਹ 'ਚ ਪਾਰਟ ਬਣੇ ਹੋਏ ਹੋ, ਜਿਹੜਾ ਤੁਸੀਂ ਹੁਣ ਲਾਈਵ ਹੋਏ ਹੋ, ਇਹ ਵੀ ਇੱਕ ਕੰਪੇਨ ਦਾ ਪਾਰਟ ਆ, ਤੁਸੀਂ ਆਲਰੇਡੀ ਵਲੰਟੀਅਰ ਕਰ ਰਹੇ ਹੋ। ਸੋ ਜਿੰਨੇ ਵੀ ਵੀਰ ਕਾਲ ਵੀ ਕਰ ਰਹੇ ਨੇ, ਉਹ ਸਾਰਿਆਂ ਦਾ ਹੀ ਇਹਦੇ 'ਚ ਕੋਈ ਨਾ ਕੋਈ ਪਾਰਟ। ਮੈਂ ਇੱਕਦਮ ਪਹਿਲਾਂ ਵੀ ਅਸੀਂ ਗੱਲ ਕਰਦੇ ਸੀ ਵੀ ਜੇ ਤੁਸੀਂ ਸੋਸ਼ਲ ਮੀਡੀਆ ਤੇ ਇਹਨੂੰ ਸ਼ੇਅਰ ਵੀ ਕਰ ਰਹੇ ਹੋ ਤਾਂ ਤੁਸੀਂ ਆਪਣਾ ਪਾਰਟ ਜਿਹੜਾ ਹੈਗਾ ਨਿਭਾ ਰਹੇ ਹੋ। ਜਿਵੇਂ ਆਪਾਂ ਗੱਲ ਕਰਦੇ ਸੀ 99 ਤੋਂ ਲੈ ਕੇ 2021 ਤੱਕ ਕੀ ਚੇਂਜ ਹੋਇਆ, ਤਾਂ ਉਹ ਹੈਗਾ ਲੋਕਾਂ ਦੇ ਵਿੱਚ ਇਸ ਕੰਪੇਨ ਨੂੰ ਲੈ ਕੇ ਜਿਹੜਾ ਇਹਦੀ ਅਸਲ ਮਕਸਦ ਕੀ ਆ ਉਹਦੀ ਬਹੁਤ ਕਲੈਰਿਟੀ ਹੋਈ ਆ। ਔਰ ਜੇ ਨੰਬਰਾਂ ਦੀ ਗੱਲ ਕਰਦੇ ਆ ਤਾਂ ਹੁਣ ਤੱਕ 1,60,000 ਜਾਨਾਂ ਨੇ ਜਿਹੜੀਆਂ ਲਾਸਟ ਈਅਰ ਤੱਕ ਉਹ ਬਚ ਚੁੱਕੀਆਂ ਨੇ। ਇਸ ਸਾਲ ਦੇ ਨੰਬਰ ਨੇ ਜਿਹੜੇ ਉਹ ਨੈਕਸਟ ਈਅਰ ਆਪਾਂ ਨੂੰ ਪਤਾ ਲੱਗਣੇ ਆ। ਸੋ ਜਦੋਂ ਸਟਾਰਟ ਹੋਈ ਸੀ, ਕੁਝ ਵੀਰਾਂ ਭੈਣਾਂ ਨੇ ਇਕੱਠੇ ਹੋ ਕੇ ਇਹਨੂੰ ਸਟਾਰਟ ਕੀਤਾ, ਸਿਰ ਜੋੜ ਕੇ ਬੈਠੇ ਵੀ ਕੀ ਕੀਤਾ ਜਾਵੇ, ਕਿੱਦਾਂ ਆਪਾਂ ਉਸ ਡੁੱਲੇ ਖੂਨ ਨੂੰ ਜਿਹੜਾ ਯਾਦ ਵੀ ਰੱਖੀਏ ਤੇ ਉਹਦੇ ਬਰਾਬਰ ਕੋਈ ਇਦਾਂ ਦੀ ਮੁਹਿੰਮ ਖੜੀ ਕੀਤੀ ਜਾਵੇ ਜਿਹੜੀ ਸਾਰੀ ਦੁਨੀਆ ਤੱਕ ਫੈਲ ਜਾਵੇ। ਸੋ ਉਹ ਜਾਨਾਂ ਬਚਾ ਕੇ ਜਿਹੜਾ ਹੈਗਾ ਸ਼ੁਰੂ ਕੀਤਾ ਗਿਆ। ਸਟਾਰਟਿੰਗ 'ਚ ਡੈਫੀਨੇਟਲੀ ਉਹ ਨੰਬਰ ਨਹੀਂ ਸੀ, ਬਟ ਹੁਣ 1,60,000
ਜਾਨਾਂ ਬਚਾਉਣ ਤੱਕ ਪਹੁੰਚ ਚੁੱਕੀ ਹੈ ਕੈਂਪੇਨ। ਵਾਓ। ਤੇਰਾ ਸਿੰਘ ਜੀ, ਜਦੋਂ ਤੁਸੀਂ ਦੱਸਿਆ ਵੀ ਗੋਰੇ ਵੀ ਆਉਂਦੇ ਨੇ, ਹਰ ਕਮਿਊਨਿਟੀ ਆ ਕੇ ਇਸ ਕੈਂਪੇਨ ਦੇ ਨਾਲ ਜੁੜ ਜਾਂਦੀ ਹੈ ਔਰ ਜਦੋਂ ਡੋਨੇਟ ਕਰਦੇ ਨੇ, ਬਲੱਡ ਡੋਨੇਟ ਕਰਦੇ ਨੇ, ਤਾਂ ਜ਼ਾਹਿਰ ਜੀ ਗੱਲ ਹੈ ਉੱਥੇ ਉਹ ਪੁੱਛਦੇ ਵੀ ਹੋਣਗੇ ਤੁਹਾਨੂੰ ਵੀ ਇਹ ਕੈਂਪੇਨ ਕਿਹਦੇ ਸਮਰਪਿਤ ਹੈ, ਕੌਣ ਚਲਾ ਰਿਹਾ ਤੇ ਇਹ ਬਲੱਡ ਕਿੱਥੇ ਜਾਣਾ, ਇਹ ਸਾਰੇ ਸਵਾਲ ਤਮਾਮ ਤੁਹਾਨੂੰ ਪੁੱਛਦੇ ਹੋਣਗੇ। ਤਾਂ ਜਦੋਂ ਤੁਸੀਂ ਉਹਨਾਂ ਨੂੰ ਫਿਰ ਦੱਸਦੇ ਹੋ ਵੀ ਕਿਉਂ ਅਸੀਂ ਇਹ ਚਲਾ ਰਹੇ ਹਾਂ, 1984 ਕੀ ਹੈ, ਸਭ ਇਹ ਚੀਜ਼ ਗੋਰੇ ਸਮਝ ਲੈਂਦੇ ਨੇ ਜਾਂ ਹੋਰ ਕਮਿਊਨਿਟੀਜ਼? ਹਾਂਜੀ ਭੈਣ ਜੀ, ਕਿਉਂਕਿ ਨਸਲ ਖੁਸ਼ੀ ਨਿਰੀ ਸਿੱਖਾਂ ਨਾਲ ਨਹੀਂ ਹੋਈ ਨਾ। ਜੇ ਪੰਜਾਬ ਇੰਡੀਆ ਵਿੱਚ ਵੇਖ ਲਓ, ਬਹੁਤ ਸਾਰੀਆਂ ਨਸਲ ਖੁਸ਼ੀਆਂ ਹੋਈਆਂ, ਦੁਨੀਆ ਵਿੱਚ ਵੀ ਹੋ ਰਹੀਆਂ, ਅੱਜ ਦੇ ਟਾਈਮ ਵੀ ਹੋ ਰਹੀਆਂ। ਹੁਣ ਤੁਸੀਂ ਵੇਖੋ ਕਿ ਜਿਹੜਾ ਨੇਟਿਵਸ ਨਾਲ ਜੋ ਕੁਝ ਹੋਇਆ, ਕਬਰਾਂ ਅੱਜ ਲੱਭੇ ਆ, ਠੀਕ ਨਹੀਂ, ਤੇ ਉਹਨਾਂ ਦਾ ਚਲੋ ਫੇਰ ਵੀ ਕਬਰਾਂ ਲੱਭ ਗਈਆਂ ਸੀ, ਐਵੀਡੈਂਸ ਹੈਗਾ। ਸਿੱਖਾਂ ਨੂੰ ਤਾਂ ਉਹਨਾਂ ਨੇ ਜਿਹੜੇ ਪੰਜਾਬ 'ਚ ਉਸ ਟਾਈਮ ਤੇ ਫੜ ਕੇ ਜਿਹੜੇ ਮਾਰੇ ਸੀ, ਸੰਸਕਾਰ ਹੀ ਕਰਕੇ ਲਵਾਰਿਸ ਲਾਸ਼ਾਂ ਕਰਕੇ, ਤੇ ਕੋਈ ਐਵੀਡੈਂਸ ਨਹੀਂ ਰਿਹਾ। ਤੇ ਸਰਦਾਰ ਮੈਨੂੰ ਚੇਤਾ ਸੀ ਜਸਵੰਤ ਸਿੰਘ ਖਾਲੜਾ, ਉਹਨਾਂ ਨੇ ਕੋਈ ਇਸ ਚੀਜ਼ ਦੀ ਐਵੀਡੈਂਸ ਲੱਭ ਲਈ ਸੀ ਤੇ ਉਹਨੂੰ ਵੀ ਉਹਨਾਂ ਨੇ ਉਹੀ ਕੁਝ ਕਰਤਾ ਉਹਦੇ ਨਾਲ। ਤੇ ਪਰ ਜਦੋਂ ਅਸੀਂ ਦੱਸੀਦਾ ਲੋਕਾਂ ਨੂੰ ਕਿ ਆਹ ਸਾਡੀ ਸਿਚੁਏਸ਼ਨ ਆ, ਤੇ ਇੱਕ ਤਾਂ ਉਹਨਾਂ ਕੋਲ ਇਹ ਹੈਰਾਨ ਕੀ ਆਉਂਦੀ ਉਹਨਾਂ ਨੂੰ ਕਿ ਠੀਕ ਹੈ ਤੁਹਾਡੇ ਨਾਲ ਇੰਨਾ ਕੁਝ ਹੋਇਆ, ਪਰ ਅਜੇ ਵੀ ਜੇ ਵੇਖੇ ਸਿੱਖ ਕੌਮ ਜਿੱਥੇ ਵੀ ਗਏ ਸਕਸੈਸਫੁਲ ਹੈ। ਬਿਲਕੁਲ, ਹਾਂ। ਤੇ ਸਾਡੇ ਸਕਸੈਸਫੁਲ ਕਾਰਨ ਦਾ ਵੀ ਉਹ ਵੀ ਇੱਕ ਸਾਨੂੰ ਡਿਸਕਸ ਕਰਨੀ ਚਾਹੀਦੀ। ਇਹ ਮੇਰੇ ਹਿਸਾਬ ਨਾਲ ਕਿ ਸਾਡੇ ਕੋਲ ਕੋਈ ਬੋਝ ਨਹੀਂ ਹੈਗਾ, ਪਹਿਲੀ ਗੱਲ, ਕਿ ਹੋਰ ਕਿਸੇ ਧਰਮ ਵਾਲੇ ਲੋਕਾਂ ਨੂੰ ਆਪਣੇ ਧਰਮ ਵਿੱਚ ਲੈ ਕੇ ਆਉਣਾ ਜੀ। ਨਹੀਂ ਤੇ ਤੁਸੀਂ ਕੋਈ ਡਿਸਕਸ਼ਨ ਵੇਖ ਲਓ, ਬਸ ਸਾਰਾ ਇਹੀ ਕਹਿ ਰਹੇ ਹੁੰਦੇ ਕਿ ਸਾਡਾ ਧਰਮ ਮਹਾਨ ਆ, ਮੇਰਾ ਧਰਮ ਮਹਾਨ, ਜੇ ਰੱਬ ਨੂੰ ਪਾਉਣਾ ਬਸ ਸਾਡੇ ਹੀ ਥਰੂ ਆਓ ਤੇ ਫੇਰ ਹੀ ਤੁਹਾਨੂੰ ਰੱਬ ਮਿਲੂਗਾ ਨਾ। ਸਿੱਖ ਧਰਮ ਜਿਹੜਾ ਹੈਗਾ ਉਹ ਸਰਬੱਤ ਦਾ ਭਲਾ ਮੰਨਦਾ। ਜਿੱਥੇ ਵੀ ਸਿੱਖ ਚੱਲ ਜਾਂਦੇ, ਉਹਨਾਂ ਨੇ ਜਦੋਂ ਗੁਰਦੁਆਰਾ, ਪਹਿਲਾਂ ਗੁਰਦੁਆਰਾ ਬਣਾਉਣਾ, ਗੁਰਦੁਆਰਾ ਬਣਾ ਕੇ ਉਹਨਾਂ ਨੇ ਫਿਰ ਆਲੇ ਦੁਆਲੇ ਦਾ ਵੇਖਣਾ ਕਿ ਕਿਸੇ ਨੂੰ ਲੋੜ ਹੈਗੀ ਜਾਂ ਨਹੀਂ, ਕਿਉਂਕਿ ਜਿਹੜੀ ਕੌਮ ਲੋਕਾਂ ਦੀ ਸੋਚਦੀ ਉਹ ਫਿਰ ਰੱਬ ਤੁਹਾਡਾ ਹੀ ਭਲਾ ਕਰਦਾ ਹੈਗਾ। ਤੇ ਤਾਂ ਹੀ ਮੈਂ ਵੀ ਹੈਰਾਨ ਹੁੰਦਾ ਕਿ ਹੁਣ ਜਿਹੜਾ ਮੈਂ ਸਿੰਗਾਪੁਰ ਆਇਆ, ਸਿੰਗਾਪੁਰ ਦੀ ਸਿੱਖਾਂ ਦੀ ਗਿਣਤੀ ਬਹੁਤ ਥੋੜੀ ਆ। ਸਿੱਖ ਇਕੱਠੇ ਹੋ ਕੇ ਇੱਕ MP ਵੀ ਨਹੀਂ ਇਲੈਕਟ ਕਰ ਸਕਦੇ। ਪਰ ਸਿੱਖ ਜਿਹੜਾ ਸਿੰਗਾਪੁਰ ਦਾ ਫਾਊਂਡਰ ਸੀ ਲੀ ਕੁਆਨ ਯੂ, ਹੁਣ ਤੱਕ ਗੁਜ਼ਰ ਚੁੱਕਿਆ, ਉਹ ਜਦੋਂ ਸਾਰੇ ਗੁਰਦੁਆਰੇ ਆਉਂਦਾ ਨੇ ਪੱਗ ਬੰਨ੍ਹ ਕੇ ਆਉਂਦਾ ਸੀ। ਇਹ ਨਹੀਂ ਕਿ ਉਹਨੂੰ ਵੋਟਾਂ 'ਚ ਗਏ, ਸਾਡੀ ਵੋਟ ਤੇ ਕੋਈ ਪਾਵਰ ਹੈ ਨਹੀਂ, ਪਰ ਉਹ ਦੂਜੀਆਂ ਕੌਮਾਂ ਨੂੰ ਕਹਿੰਦੇ ਤੁਸੀਂ ਸਿੱਖਾਂ ਵੱਲ ਵੇਖੋ ਕਿ ਇਹ ਕਿੱਦਾਂ ਆਪਦੀ ਮਦਦ ਕਰਦੇ ਹੈ ਜੀ। ਬਿਲਕੁਲ। ਕਾਲਰ ਅਟੈਂਡ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸ਼ਰੀ ਜੀ, ਮੈਂ ਢਿੱਲੋਂ ਬੋਲਦੀ ਕੈਂਪਰੀ ਤੋਂ ਜੀ। ਢਿੱਲੋਂ ਜੀ, ਹਾਂਜੀ ਹਾਂਜੀ। ਤੇ ਭਾਈ ਸਾਹਿਬ ਬੈਠੇ ਨੇ ਦੋਨੋਂ, ਉਹਨਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਸੁਣ ਰਹੀ ਸੀ ਬਲੱਡ ਡੋਨੇਸ਼ਨ, ਇਹਨਾਂ ਦਾ ਲੋਗੋ ਮੈਨੂੰ ਬੜਾ ਪਸੰਦ ਆਇਆ। ਮੈਂ ਇੱਕ ਦਿਨ ਗਈ ਸੀ ਜਿਹੜਾ ਇੱਧਰ ਨਾਰਥ ਈਸਟ ਆਪਣੇ, ਤੇ ਉੱਥੇ ਵੀ ਜਗ੍ਹਾ ਜਗ੍ਹਾ ਤੇ ਲੱਗੇ ਹੋਏ ਨੇ ਇਹਨਾਂ ਦੇ ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ। ਹਾਂਜੀ। ਤੇ ਲੋਗੋ ਬਹੁਤ ਹੀ ਵਧੀਆ, ਬਾਕੀ ਕੰਮ ਇਹ ਬਹੁਤ ਵਧੀਆ ਕਰ ਰਹੇ ਨੇ ਹਨਾ, ਤੇ ਐਪਰੀਸ਼ੀਏਟ ਕਰਦੇ ਹਾਂ ਅਸੀਂ ਇਹਨਾਂ ਨੂੰ, ਬਹੁਤ ਬਹੁਤ ਇਹਨਾਂ ਦਾ ਥੈਂਕਸ ਵੀ ਕਰਦੇ ਹਾਂ। ਇਹਦੇ ਨਾਲ ਕੀ ਹੈ ਕਿ ਜਿਹੜਾ ਵੀ ਕੋਈ ਦੇਖਦਾ ਦੂਜੀ ਕਮਿਊਨਿਟੀ ਵਾਲਾ ਵੀ ਹੈ ਨਾ, ਉਹਨੂੰ ਵੀ ਕੁਐਸਚਨ ਹੁੰਦਾ ਜੀ ਕੀ ਚੀਜ਼ ਹੈਗੀ, ਉਹਦੇ ਬਾਰੇ ਨੌਲੇਜ ਪਤਾ ਲੱਗਦੀ ਹੈ। ਬਾਕੀ ਆਪਣੀ ਹਿਸਟਰੀ ਜਿਹੜੀ ਬੈਕ ਸਾਡੇ ਨਾਲ ਇੰਨਾ 84 ਚ ਹੋਇਆ ਹੈ, ਬੜਾ ਦੁਖਾਂਤ, ਉਹ ਵੀ ਲੋਕਾਂ ਨੂੰ ਪਤਾ ਲੱਗਦਾ। ਬਿਲਕੁਲ। ਮੈਨੂੰ ਬਹੁਤ ਹੀ ਅੱਛਾ ਲੱਗਾ, ਤੇ ਮੇਰੇ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਥੈਂਕਸ ਜੀ। ਸਤਿ ਸ਼੍ਰੀ ਅਕਾਲ। ਓਕੇ ਜੀ ਢਿੱਲੋਂ ਜੀ, ਥੈਂਕ ਯੂ ਜੀ। ਤੁਹਾਡਾ ਲੋਗੋ ਪਸੰਦ ਆ ਰਿਹਾ, ਤੁਹਾਡੇ ਕੰਮ ਪਸੰਦ ਆ ਰਹੇ ਨੇ। ਕੈਲਗਰੀ ਤੋਂ ਢਿੱਲੋਂ ਜੀ ਹੋਣੀ ਜਿਹੜੇ ਨੇ ਇਹ ਕਾਲਸ ਕਰਕੇ ਦੱਸ ਰਹੇ ਨੇ। ਹਰਪ੍ਰੀਤ ਜੀ, ਇਹ ਪੂਰਾ ਓਵਰਆਲ ਜਿਹੜਾ ਪ੍ਰੋਸੈਸ ਹੁੰਦਾ ਹੈ, ਮੰਨ ਲਓ ਤੁਸੀਂ ਹੁਣ 2 ਦਿਨ ਸਰੀ ਦੇ ਵਿੱਚ ਲਗਾਣੀ ਸੀ, ਇੱਦਾਂ ਕੈਨੇਡਾ ਦੇ ਕਈ ਇਲਾਕਿਆਂ ਦੇ ਵਿੱਚ ਤੁਸੀਂ ਲਗਾਉਣੀ ਹੁੰਦੀ ਹੈ, ਆਪਣੀ ਕੈਂਪੇਨ ਕਰਨੀ ਹੁੰਦੀ ਹੈ, ਉਹਦਾ ਫਿਰ ਪ੍ਰੋਸੈਸ ਕਿਵੇਂ ਹੁੰਦਾ ਹੈ? ਅਲੱਗ-ਅਲੱਗ ਥਾਵਾਂ ਦੇ ਉੱਤੇ ਵਲੰਟੀਅਰਸ ਟੀਮਾਂ ਜਿਹੜੀਆਂ ਨੇ ਉਹ ਕਿਵੇਂ ਆਪਸ ਦੇ ਵਿੱਚ ਕਨੈਕਟ ਹੁੰਦੀਆਂ ਨੇ? ਐਂਡ ਜਿੱਥੇ ਵੀ ਮਤਲਬ ਮੰਨ ਲਓ ਕੈਨੇਡਾ ਦੇ ਹੋਰ ਥਾਵਾਂ ਦੇ ਉੱਤੇ ਵੀ ਜਿਹੜਾ ਹੈ ਇਹ ਕੈਂਪ ਲੱਗ ਰਹੇ ਨੇ, ਸੋ ਜਿਹੜਾ ਬਲੱਡ ਫਿਰ ਜਿਹੜਾ ਇਕੱਠਾ ਹੁੰਦਾ ਉਹ ਸਾਰਾ ਫਿਰ ਤੁਸੀਂ ਕਿਸੇ ਇੱਕ ਥਾਂ ਦੇ ਉੱਤੇ ਹੀ ਦਿੰਦੇ ਹੋ ਕਲੈਕਟ ਕਰਕੇ, ਜਾਂ ਕੀ ਪ੍ਰੋਸੈਸ ਹੁੰਦਾ ਓਵਰਆਲ? ਸੋ ਜਿਹੜਾ ਸਾਰਾ ਇਹ ਜਿੱਥੇ ਵੀ ਕੈਂਪ ਲੱਗਦੇ ਆ, ਆਲਮੋਸਟ ਕੈਨੇਡਾ ਦੀਆਂ ਸਾਰੀਆਂ ਜਿਹੜੀਆਂ ਮੇਜਰ ਸਿਟੀਜ਼ ਨੇ ਉਹਨਾਂ ਦੇ ਵਿੱਚ ਕੈਂਪ ਲੱਗਦਾ, ਤੇ ਉੱਥੇ ਦੇ ਜਿਹੜੇ ਵਲੰਟੀਅਰ ਨੇ ਲੋਕਲ, ਉਹ ਜਿਹੜਾ ਸਾਰੀ ਕੰਪੇਨ ਨੂੰ ਉੱਥੋਂ ਦੀ ਨੂੰ ਸਾਂਭਦੇ ਆ। ਬਟ ਇਹ ਆ ਵੀ ਜਿਵੇਂ ਜਿਵੇਂ ਨਵੇਂ ਵਲੰਟੀਅਰ ਐਡ ਹੁੰਦੇ ਆ ਉਹਨਾਂ ਨੂੰ, ਕਿਉਂਕਿ ਵਲੰਟੀਅਰ ਕਰਨਾ ਈਜ਼ੀ ਆ, ਬਟ ਉਸ ਦੇ ਪਿੱਛੇ ਰੀਜ਼ਨ ਕੀ ਆ ਉਸ ਕੰਪੇਨ ਦਾ, ਉਹਨੂੰ ਸਮਝਣ ਨੂੰ 1-2 ਸਾਲ ਲੱਗ ਜਾਂਦੇ ਆ। ਜਿਵੇਂ ਤੇਰਾ ਸਿੰਘ ਬੀਜੀ ਨੇ ਪਹਿਲਾਂ ਵੀ ਗੱਲ ਕੀਤੀ ਸੀ ਵੀ 3 ਸਾਲ ਜੇ ਤੁਸੀਂ ਐਕਟਿਵਲੀ ਕੰਮ ਕਰਦੇ ਹੋ, ਤੁਹਾਨੂੰ ਫਿਰ ਪਤਾ ਲੱਗਦਾ ਵੀ ਮਕਸਦ ਕੀ ਆ। ਸੋ ਜਿਹੜਾ ਜਿੱਥੇ ਵੀ ਜਿਵੇਂ ਹੁਣ ਫਿਊਚਰ ਦੇ ਵਿੱਚ 14 ਨਵੰਬਰ ਨੂੰ ਜਿਹੜਾ ਹੈਗਾ ਵੈਨਕੂਵਰ ਦੇ ਵਿੱਚ ਆ, ਉਸ ਤੋਂ ਬਾਅਦ 20 ਤੇ 21 ਨੂੰ ਐਵਸਫੋਰਡ ਦੇ ਵਿੱਚ ਜਿਹੜਾ ਕੈਂਪ ਆ,
ਸੋ ਜਿਹੜੇ ਉੱਥੋਂ ਦੇ ਵਲੰਟੀਅਰ ਵੀਰ ਨੇ ਉਹ ਸਾਰੀ ਉੱਥੋਂ ਦੀ ਸਾਂਭ ਸੰਭਾਲ ਕਰ ਰਹੇ ਨੇ ਕਿੱਦਾਂ ਜਿਹੜਾ ਕੈਂਪ ਚੱਲਣਾ। ਸੋ ਜਦੋਂ ਕੈਂਪ ਦੇ ਵਿੱਚ ਜਿਹੜਾ ਵੀ ਬਲੱਡ ਕਲੈਕਟ ਹੁੰਦਾ ਹੈਗਾ ਉਹਦਾ ਸਾਰਾ ਜਿਹੜਾ ਹੈਗਾ ਕੈਨੇਡੀਅਨ ਬਲੱਡ ਸਰਵਿਸ ਨੂੰ ਜਾਂਦਾ ਹੈਗਾ। ਉਹੀ ਸਾਰਾ ਕੈਂਪ ਦੇ ਵਿੱਚ ਸਾਡੇ ਨਾਲ ਸਹਿਯੋਗੀ ਹੋ ਕੇ ਸਾਰੇ ਬਲੱਡ ਦੀ ਉਹ ਟੇਕ ਕੇਅਰ ਕਰਦੇ ਆ ਐਂਡ ਉਹਨਾਂ ਨੂੰ ਹੀ ਜਾਂਦਾ। ਪੂਰੇ ਕੈਨੇਡਾ ਦੇ ਵਿੱਚ ਕੈਂਪ ਕਿਤੇ ਵੀ ਲੱਗ ਰਿਹਾ ਉਹ ਕੈਨੇਡੀਅਨ ਬਲੱਡ ਸਰਵਿਸ ਦੇ ਨਾਲ ਲੱਗ ਰਿਹਾ, ਸੋ ਉਹਨਾਂ ਨੂੰ ਹੀ ਜਾਂਦਾ ਜੀ। ਤੇਰਾ ਸਿੰਘ ਜੀ, ਕਈ ਲੋਕ ਨਾ ਇਸ ਗੁੱਡ ਕਾਜ਼ ਲਈ ਅੱਗੇ ਆਉਣਾ ਚਾਹੁੰਦੇ ਨੇ, ਪਰ ਉਹਨਾਂ ਦੇ ਵਿੱਚ ਕੋਈ ਕਨਫਿਊਜ਼ਨ ਹੁੰਦੀ, ਉਹਨਾਂ ਨੂੰ ਲੱਗਦਾ ਪਤਾ ਨਹੀਂ ਸ਼ਾਇਦ ਅਸੀਂ ਸਿਹਤ ਪੱਖੋਂ ਠੀਕ ਨਹੀਂ ਹੈ ਤੇ ਉਹਦਾ ਕਿਸੇ ਨੂੰ ਹੋਰ ਨੂੰ ਨੁਕਸਾਨ ਨਾ ਹੋਵੇ, ਇਹ ਸੋਚਣਾ ਚੱਲਦੇ ਨੇ। ਇਹਦੇ ਤੇ ਆਪਾਂ ਕਰਦੇ ਹਾਂ ਗੱਲ। ਜੀ ਸਤਿ ਸ਼੍ਰੀ ਅਕਾਲ ਇਕਬਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਆਪਣੇ ਜੀ ਸ਼ੋਅ ਦੇ ਵਿੱਚ ਗੱਲ ਕਰਨੀ ਚਾਹੁੰਦੀ। ਹਾਂਜੀ ਸਰ, ਬਿਲਕੁਲ ਦੱਸੋ ਜੀ, ਕੀ ਕਹਿਣਾ ਚਾਹੁੰਦੇ ਹੋ? ਜਿਹੜਾ ਲਾਈਵ ਚੱਲ ਰਿਹਾ ਉਹਦੇ ਗੱਲ ਕਰਨੀ। ਜੀ ਸਰ, ਉਹਦੇ ਚ ਲਾਈਵ ਚ ਕਾਲ ਕੀਤੀ ਤੁਸੀਂ, ਟੀਵੀ ਦੀ ਵੋਲਿਊਮ ਘਟਾ ਦਿਓ। ਤੁਸੀਂ ਦੱਸੋ ਕੀ ਕਹਿਣਾ ਚਾਹੁੰਦੇ ਹੋ? ਓਕੇ, ਸਾਰਿਆਂ ਦੇ ਪਹਿਲਾਂ ਥੈਂਕ ਯੂ ਭੈਣ ਜੀ ਕਾਲ ਲੈਣ ਦੇ ਲਈ। ਹਾਂਜੀ, ਦੋਨਾਂ ਵੀਰਾਂ ਦੇ ਨਾਲ ਤੁਸੀਂ ਕਾਫੀ ਵਧੀਆ ਕੁਐਸਚਨ ਤੁਹਾਡੇ ਚੱਲ ਰਹੇ ਆ, ਪਰ ਮੈਂ ਵੀ ਇੱਕ ਨਿਮਾਣਾ ਜਿਹਾ ਵਲੰਟੀਅਰ ਹੀ ਹਾਂ ਇਸ ਕੈਂਪੇਨ ਦੇ ਵਿੱਚ। ਜੀ ਜੀ। ਜਿਵੇਂ ਅਕਸਰ ਮੈਂ ਹੋਰ ਕਾਲਰਸ ਤੋਂ ਵੀ ਇਹ ਮਹਿਸੂਸ ਕਰਦਾ, ਗੱਲ ਤੋਂ ਲੱਗਦਾ ਵੀ ਜਿਹੜਾ ਬਲੱਡ ਡੋਨੇਟ ਕਰਨਾ ਬਹੁਤ ਵਧੀਆ ਕਾਜ਼ ਆ। ਹਾਂਜੀ, ਜਿਸ ਕਾਜ਼ ਨੂੰ ਸਮਝ ਕੇ ਮੈਂ ਵੀ ਇਸ ਕੈਂਪੇਨ ਦੇ ਵਿੱਚ ਆ ਕੇ ਜੁਆਇਨ ਕਰਿਆ। ਪਰ ਜਿਹੜੀ ਅਸਲੀ ਤਸਵੀਰ ਆ ਕੈਂਪੇਨ ਦੀ, ਅੰਦਰ ਆ ਕੇ ਪਤਾ ਲੱਗਦਾ ਵੀ ਉਹ ਗੁਰੂ ਨਾਨਕ ਪਾਤਸ਼ਾਹ ਨੇ ਜੋ ਇੱਕ ਸੰਘਰਸ਼ ਇਸ ਧਰਤੀ ਦੇ ਉੱਤੇ ਜਰਵਾਣਿਆਂ ਦੇ ਨਾਲ ਦ੍ਰਿੜਤਾ ਦੇ ਨਾਲ ਟਾਇਰੈਂਟ ਨੂੰ ਇੱਕ ਆਵਾਜ਼ ਬੁਲੰਦ ਕਰਨ ਦੇ ਲਈ, ਇਹ ਇੱਕ ਬੜੀ ਸ਼ਾਨਦਾਰ ਲੜਾਈ ਆ। ਲੜਾਈਆਂ ਦੁਨੀਆ ਤੇ ਹੋਰ ਲੜੀਆਂ ਜਾਂਦੀਆਂ ਜਿਨ੍ਹਾਂ ਤੋਂ ਕਿਹਾ ਜਾਂਦਾ ਬਚਣਾ ਚਾਹੀਦਾ, ਪਰ ਇੱਕ ਉਹੋ ਜਿਹੀ ਲੜਾਈ ਆ ਜਿਸ ਦੇ ਵਿੱਚ ਤੁਹਾਨੂੰ ਲੜਦੇ ਆਖਰੀ ਸਵਾਸ ਤੱਕ ਤੁਸੀਂ ਮਾਣ ਮਹਿਸੂਸ ਕਰਦੇ ਹੋ ਆਪਣਾ, ਆਪਣੇ ਵੀਰਾਂ ਭੈਣਾਂ ਦਾ, ਆਲੇ ਦੁਆਲਿਆਂ ਦਾ, ਪਲੱਸ ਜਿਹੜੀ ਇੱਕ ਨੇਸ਼ਨ ਵਾਈਡ ਇੱਕ ਗੁਰੂ ਨਾਨਕ ਪਾਤਸ਼ਾਹ ਦੀ ਸਿਰਜੀ ਹੋਈ ਕੌਮ ਆ। ਸੋ ਇਹ ਜਿਹੜੀ ਮਹਿਸੂਸ ਆ ਅੰਦਰ ਆ ਕੇ, ਅੰਦਰੋਂ ਆ ਕੇ ਜਦੋਂ ਇਸ ਲੜਾਈ ਦਾ ਹਿੱਸਾ ਬਣਦਾ ਉਹ ਬਹੁਤ ਜ਼ਿਆਦਾ ਮਹਿਸੂਸ ਕਰਦਾ। ਪਰ ਜਿਹੜੇ ਮੇਰੇ ਵੀਰ ਭੈਣ ਕਾਲਾਂ ਕਰਕੇ ਬਲੱਡ ਦੇ ਕੇ, ਕੋਈ ਮੇਰੀ ਭੈਣ ਉੱਥੇ ਜੂਸ ਦੇ ਡੱਬੇ ਲੈ ਕੇ ਆ ਰਹੀ ਆ, ਕੋਈ ਮੇਰੀ ਭੈਣ ਕੱਲ ਉੱਥੇ ਲੱਡੂਆਂ ਦੇ 2 ਡੱਬੇ ਲੈ ਆਈ ਭਾਵਨਾ ਦੇ ਨਾਲ, ਉਹ ਸਾਰੇ ਹੀ ਹਿੱਸਾ ਨੇ ਇਸ ਸੰਘਰਸ਼ ਦਾ। ਮੇਰੀ ਭੈਣ ਸ਼ੈਰੀ ਵੀ ਇਸੇ ਸੰਘਰਸ਼ ਦਾ ਹਿੱਸਾ ਵਾ। ਸਾਰਿਆਂ ਨੂੰ ਮਾਣ ਮਹਿਸੂਸ ਕਰਨਾ ਚਾਹੀਦਾ, ਇਹ ਮਾਣ ਅੱਗੇ ਸ਼ੇਅਰ ਕਰਨਾ ਚਾਹੀਦਾ। ਥੈਂਕ ਯੂ। ਬਿਲਕੁਲ ਸਰ, ਥੈਂਕ ਯੂ ਸੋ ਮਚ। ਥੈਂਕ ਯੂ ਜੀ। ਜੀ ਇਕਬਾਲ ਜੀ, ਬਿਲਕੁਲ ਜਿੱਦਾਂ ਇਹ ਕਾਲਰਸ ਨੇ ਵੀ ਬਹੁਤ ਸੋਹਣੀਆਂ ਚਲੋ ਗੱਲਾਂ ਕਹੀਆਂ, ਆਪਣੇ ਆਪਣੇ ਤੌਰ ਦੇ ਉੱਤੇ ਹਰ ਕੋਈ ਆਪਣਾ ਜਿਹੜਾ ਰੋਲ ਨਿਭਾ ਰਿਹਾ, ਹਿੱਸਾ ਪਾ ਰਿਹਾ ਇਸ ਕੈਂਪੇਨ ਦੇ ਵਿੱਚ। ਸੋ ਜਿਵੇਂ ਕਿ ਮੈਂ ਸਵਾਲ ਕਰ ਰਹੀ ਸੀਗੀ ਵੀ ਕਈ ਲੋਕ ਆਉਣਾ ਤਾਂ ਚਾਹੁੰਦੇ ਨੇ ਅੱਗੇ ਇਸ ਚੰਗੇ ਕਾਜ਼ ਲਈ, ਬਟ ਉਹਨਾਂ ਦੇ ਵਿੱਚ ਇਹ ਡਰ ਹੁੰਦਾ ਵੀ ਪਤਾ ਨਹੀਂ ਸਾਨੂੰ ਇਹ ਚੀਜ਼ ਦੀ ਪ੍ਰੋਬਲਮ ਹੈ ਜਾਂ ਇੱਦਾਂ, ਜਾਂ ਅਸੀਂ ਦਵਾਈਆਂ ਖਾਂਦੇ ਇਸ ਚੀਜ਼ ਦੀਆਂ, ਤਾਂ ਕਿਤੇ ਉਹ ਬਲੱਡ ਪਤਾ ਨਹੀਂ ਕਿਸੇ ਲਈ ਨੁਕਸਾਨ ਨਾ ਕਰ ਜੇ, ਇਸ ਲਈ ਉਹ ਅੱਗੇ ਨਹੀਂ ਆ ਪਾਉਂਦੇ। ਸੋ ਇੱਦਾਂ ਦਾ ਕੁਝ ਹੁੰਦਾ? ਹਾਂਜੀ, ਕੈਨੇਡਾ ਵਿੱਚ ਜਿਹੜਾ ਸੇਫ ਬਲੱਡ ਲੈਂਦੇ ਹੈਗੇ, ਇਹ ਉਹਨਾਂ ਨੇ ਸੇਫਟੀ ਨੂੰ ਉਹਨਾਂ ਨੇ ਮੁੱਖ ਰੱਖਿਆ ਹੈਗਾ। ਤੇ ਸੋ ਇਹਦੇ ਵਿੱਚ ਕਈ ਕੁਐਸਚਨ ਤੋਂ ਜਦੋਂ ਤੁਸੀਂ ਜਾਂਦੇ, ਹੁਣ ਸਾਨੂੰ ਆਮ ਕੁਐਸਚਨ ਦਾ ਪਤਾ ਹੁੰਦਾ ਸੀ, ਪ੍ਰੀ ਸਕਰੀਨਿੰਗ ਅਸੀਂ ਪਹਿਲਾਂ ਕਰ ਲਈ। ਫੋਰ ਐਗਜ਼ਾਮਪਲ ਜਿਹਨੂੰ ਮਲੇਰੀਆ ਹੋਏ ਉਹ ਤਾਂ ਬਲੱਡ ਦੇ ਨਹੀਂ ਸਕਦਾ। ਜੇ ਤੁਸੀਂ ਕੋਈ ਦਵਾਈਆਂ ਖਾਂਦੇ ਹੋਣ, ਉੱਥੇ ਨਰਸਾਂ ਵੀ ਹੁੰਦੀਆਂ ਤੇ ਉਹਨਾਂ ਕੋਲ ਕਿਉਂਕਿ ਲਿਸਟ ਹੁੰਦੀ, ਕਈ ਦਵਾਈਆਂ ਠੀਕ ਹੁੰਦੀਆਂ ਕਈ ਨਹੀਂ ਹੁੰਦੀਆਂ, ਤੇ ਉਹ ਸਾਰਾ ਕੁਐਸਚਨ ਤੁਸੀਂ ਆਨਸਰ ਕਰਨਾ ਪਊਗਾ। ਤੇ ਇੱਕ ਵੀ ਜੇ ਉੱਥੇ ਯੈਸ ਆ ਗਿਆ ਤੁਸੀਂ ਬਲੱਡ ਦੇ ਨਹੀਂ ਸਕਦੇ। ਤੇ ਹੁਣ ਉੱਥੇ ਕਈ ਡੋਨਰ ਭੈਣਾਂ ਵੀ ਆਉਂਦੀਆਂ, ਵੀਰ ਵੀ ਆਉਂਦੇ, ਜਦੋਂ ਬਲੱਡ ਦੇਣ ਨੂੰ ਕਈ ਨਾ ਉਹਨਾਂ ਦਾ ਫਿਰ ਰਿਜੈਕਟ ਹੋ ਜਾਂਦਾ ਕਿਉਂਕਿ ਕੋਈ ਬਿਮਾਰੀ ਕਰਕੇ ਜਾਂ ਆਇਰਨ ਲੋ ਹੋਏ। ਹੁਣ ਜੇ ਤੁਹਾਡਾ ਆਇਰਨ ਲੋ ਹੋਏ ਫਿਰ ਵੀ ਨਹੀਂ ਬਲੱਡ ਲੈਣਾ ਕਿਉਂਕਿ ਤੁਹਾਡੇ ਸਰੀਰ ਨੂੰ ਨੁਕਸਾਨ ਹੋ ਜਾਂਦਾ। ਉਹ ਸਾਰਾ ਕੁਝ ਵੇਖ ਕੇ ਤੇ ਫਿਰ ਬਲੱਡ ਲੈਂਦੇ, ਤੇ ਉਹਨਾਂ ਨੂੰ ਬੜਾ ਮਹਿਸੂਸ ਹੁੰਦਾ ਕਿ ਅਸੀਂ ਆਏ ਸੀ ਬਲੱਡ ਦੇਣ ਲਈ, ਤੇ ਅਸੀਂ ਇੱਕ ਜਿੱਦਾਂ ਇਹਦਾ ਬੰਦਾ ਕਿ ਫੇਲਿਅਰ ਜਾਂਗੋ ਸੋਚਣ ਲੱਗ ਪੈਂਦਾ ਨਾ। ਪਰ ਅਸੀਂ ਉਹਨਾਂ ਨੂੰ ਵੀਰਾਂ ਭੈਣਾਂ ਨੂੰ ਇਹੀ ਕਹਿੰਦੇ ਕਿ ਤੁਸੀਂ ਆ ਗਏ, ਇਹ ਸਾਨੂੰ ਹੌਸਲਾ ਮਿਲਦਾ ਕਿ ਅਸੀਂ ਹੋਰ ਕੰਮ ਕਰੀਏ। ਇਹ ਸਭ ਤੋਂ ਬਹੁਤ ਇੰਪੋਰਟੈਂਟ ਗੱਲ ਹੈਗੀ ਜੀ। ਬਿਲਕੁਲ। ਹਰਪ੍ਰੀਤ ਜੀ, ਯੂਥ ਦੀ ਵੀ ਇੱਥੇ ਮੈਂ ਗੱਲ ਕਰਨਾ ਚਾਹਾਂਗੀ, ਯੂਥ ਦਾ ਕਿੰਨਾ ਕੁ ਰੋਲ ਹੈਗਾ, ਯੂਥ ਕਿੰਨਾ ਕੁ ਇਸ ਕੈਂਪੇਨ ਦੇ ਨਾਲ ਜਿਹੜਾ ਉਹ ਜੁੜਦਾ ਹੈ? ਬਹੁਤ ਵੱਡਾ ਰੋਲ ਹੈ ਜੀ, ਕਿਉਂਕਿ ਬੇਸਿਕਲੀ ਕੋਈ ਵੀ ਤੁਸੀਂ ਕੌਮੀ ਕੰਮ ਕਰ ਰਹੇ ਹੋ, ਤੁਹਾਡਾ ਜਿਹੜਾ ਸਭ ਤੋਂ ਮੇਨ ਮਕਸਦ ਇਹ ਆ ਵੀ ਤੁਸੀਂ ਯੂਥ ਤੱਕ ਉਹ ਚੀਜ਼ ਡਿਲੀਵਰ ਕਰ ਰਹੇ ਹੋ। ਤੁਹਾਡੀ ਆਉਣ ਵਾਲੀ ਪੀੜ੍ਹੀ ਕੀ ਸੋਚ ਰਹੀ ਆ, ਇਹ ਨਾ ਹੋਵੇ ਵੀ ਇੱਕ ਜਿਹੜੀ ਪੀੜ੍ਹੀ ਹੁਣ ਸੋਚਦੀ ਆ ਜਦੋਂ ਇਹ ਚਲੇ ਗਈ ਉਸ ਤੋਂ ਬਾਅਦ ਵਾਲਿਆਂ ਨੂੰ ਪਤਾ ਹੀ ਨਾ ਹੋਵੇ ਵੀ ਇਹ ਹੈ ਕੀ। ਬਟ ਇਸ ਕੈਂਪੇਨ ਦੀ ਇਹ ਬਹੁਤ ਵੱਡੀ ਜਿਹੜੀ ਖਾਸੀਅਤ ਆ ਵੀ ਬਹੁਤ ਜ਼ਿਆਦਾ ਯੂਥ ਜਿਹੜਾ ਜੁੜਿਆ ਹੋਇਆ, ਔਰ ਬਹੁਤ ਬੱਚੇ ਇੱਦਾਂ ਦੇ ਨੇ, ਭੈਣ ਭਰਾ ਇੱਦਾਂ ਦੇ ਨੇ ਜਿਹੜੇ ਜਦੋਂ ਕੈਂਪੇਨ ਸ਼ੁਰੂ ਹੋਈ ਸੀ 3 ਸਾਲ 4 ਸਾਲ ਦੇ ਸੀ,
ਹੁਣ ਉਹ ਸਾਰੀ ਬਾਗਡੋਰ ਜਿੱਦਾਂ ਨਾਲ ਰਲ ਕੇ ਸਾਂਭ ਰਹੇ ਨੇ, ਕਿਉਂਕਿ ਉਹ ਹੁਣ ਉਹਨਾਂ ਨੂੰ ਸਮਝ ਲੱਗ ਗਈ ਪਿਛਲੇ 20-22 ਸਾਲਾਂ ਦੇ ਵਿੱਚ ਵੀ ਕੰਪੇਨ ਕੀ ਕਰ ਰਹੀ ਆ, ਕਿੱਥੇ ਤੱਕ ਖੜੇ ਆ ਆਪਾਂ। ਸੋ ਯੂਥ ਦਾ ਬਹੁਤ ਵੱਡਾ ਪਾਰਟ ਆ, ਔਰ ਹੋਰ ਵੀ ਜਿੰਨੇ ਵੀ ਸੁਣ ਰਹੇ ਨੇ ਇਸ ਟਾਈਮ ਉਹਨਾਂ ਨੂੰ ਵੀ ਇਹੀ ਆ ਸੰਦੇਸ਼ ਵੀ ਤੁਸੀਂ ਜੁੜੋ ਨਾਲ ਇਸ ਕੰਪੇਨ ਦੇ, ਇਹਨੂੰ ਸਮਝੋ ਵੀ ਇਹ ਹੈ ਕੀ ਚੀਜ਼ ਹੈ ਤੇ ਆਪਾਂ ਇਸ ਕੌਮੀ ਕੰਮ ਨੂੰ ਹੋਰ ਅੱਗੇ ਲੈ ਕੇ ਜਾਈਏ। ਜੀ ਬਿਲਕੁਲ। ਤੇਰਾ ਸਿੰਘ ਜੀ, ਕੀ ਲੱਗਦਾ ਹੁਣ ਅੱਗੇ ਦਾ ਜਿਹੜਾ ਮਕਸਦ ਹੈ, ਜਿਹੜੀ ਸ਼ੁਰੂਆਤ ਜੀ ਜੋ ਅਸੀਂ ਚਾਹੁੰਦੇ ਸੀਗੇ ਉਹ ਐਟਲੀਸਟ 2021 ਦੇ ਵਿੱਚ ਸਾਨੂੰ ਦੇਖਣ ਨੂੰ ਮਿਲ ਰਿਹਾ, ਬਹੁਤ ਵੱਡੇ ਲੈਵਲ ਦੇ ਉੱਤੇ ਕੈਂਪੇਨ ਆਪਣੇ ਤੌਰ ਦੇ ਉੱਤੇ ਕੰਮ ਕਰ ਰਹੀ ਹੈ। ਹੁਣ ਜੇ ਯੂਥ ਦੀ ਵੀ ਅਸੀਂ ਗੱਲ ਕਰ ਰਹੇ ਹਾਂ ਤਾਂ ਵਾਕਈ ਉਹਨਾਂ ਦੇ ਵਿੱਚ ਇਹ ਮੈਸੇਜ ਜਾਣਾ ਬਹੁਤ ਜ਼ਰੂਰੀ ਹੁੰਦਾ ਹੈ। ਪਰ ਜਿਹੜਾ ਮੰਨ ਲਓ ਕੈਨੇਡੀਅਨ ਬੱਚੇ ਜਿਹੜੇ ਹੈਗੇ ਨੇ, ਸਾਡੀ ਕਮਿਊਨਿਟੀ ਦੇ ਹੀ ਬੱਚੇ ਨੇ ਬਟ ਕੈਨੇਡਾ ਦੇ ਵਿੱਚ ਉਹ ਜੰਮੇ ਪਲੇ ਨੇ, ਜ਼ਿਆਦਾਤਰ ਉਹਨਾਂ ਨੂੰ ਇਹਨਾਂ ਚੀਜ਼ਾਂ ਦਾ ਪਤਾ ਨਹੀਂ ਹੁੰਦਾ, ਮੁੱਦਾ ਹੀ ਨਹੀਂ ਪਤਾ ਕੀ ਹੈ। ਸੋ ਇਸ ਕੈਂਪੇਨ ਸੰਬੰਧੀ ਨੋ ਡਾਊਟ ਉਹਨਾਂ ਨੂੰ ਵੀ ਸਵਾਲ ਆਪਣੇ ਪੈਰੈਂਟਸ ਨੂੰ ਵੀ ਕਰਦੇ ਹੋਣਗੇ, ਤੁਹਾਡੇ ਕੋਲ ਉੱਥੇ ਆਉਂਦੇ ਹੋਣਗੇ, ਤੁਹਾਨੂੰ ਵੀ ਸਵਾਲ ਕਰਦੇ ਹੋਣਗੇ। ਤੁਹਾਨੂੰ ਲੱਗਦਾ ਜੋ ਮਕਸਦ ਹੈਗਾ ਉਹ ਟੀਚਾ ਉਹਨਾਂ ਨੂੰ ਸਮਝਾਉਣ ਦਾ, ਉਹ ਉਹਨਾਂ ਤੱਕ ਪਹੁੰਚ ਰਿਹਾ, ਡਿਲੀਵਰ ਸਹੀ ਹੋ ਰਿਹਾ, ਔਰ ਉਹ ਸਹੀ ਤਰੀਕੇ ਨਾਲ ਵਾਕਈ ਇਹਨੂੰ ਸਮਝ ਕੇ ਇਸ ਕੈਂਪੇਨ ਨੂੰ ਅੱਗੇ ਹੋਰ ਸਾਲਾਂ ਤੱਕ ਜਿਹੜਾ ਉਹ ਜ਼ਿੰਦਾ ਰੱਖਣਗੇ, ਇੱਦਾਂ ਹੀ ਚਲਾਉਣਗੇ? ਹਾਂਜੀ ਭੈਣ ਜੀ, ਇਹ ਜਿਹੜੇ ਇੱਥੇ ਦੇ ਜੰਮੇ ਪਲੇ ਬੱਚੇ ਹੈਗੇ, ਮੈਂ ਆਪਦੇ ਬੱਚਿਆਂ ਦੀ ਵੀ ਗੱਲ ਕਰ ਲਵਾਂ, ਇੱਥੇ ਦੇ ਸਕੂਲ ਤੇ ਸਿਸਟਮ ਤੋਂ ਜਿਹੜੇ ਜਿੱਦਾਂ ਉਹਨਾਂ ਨੇ ਥੋੜ੍ਹੇ ਹੈਗੇ, ਤੇ ਹੁਣ ਤੁਸੀਂ ਵੀ ਕਿ ਉਹਨਾਂ ਦੀ ਥਿੰਕਿੰਗ ਜਿਹੜੀ ਸਾਡੀ ਥਿੰਕਿੰਗ ਟੋਟਲੀ ਡਿਫਰੈਂਟ ਹੈ। ਤੇ ਉਹਨਾਂ ਨੂੰ ਜੇ ਤੁਸੀਂ ਕਹੋ ਕਿ ਹੁਣ ਮੈਂ ਆਪਣੇ ਮੰਡਨਗੰਜ ਸਵੇਰੇ ਉੱਠ ਕੇ ਗੁਰਦੁਆਰੇ ਜਾ ਕਰ, ਉਹਨੇ ਕਹਿਣਾ ਵਾਈ, ਚਲੋ ਪੁੱਛਣਾ ਕਿਉਂ, ਉਹਦਾ ਰੀਜ਼ਨ ਕੀ ਹੈ। ਪਰ ਇਸ ਕੈਂਪੇਨ ਦਾ ਜੇ ਬੱਚਿਆਂ ਨੂੰ ਸਮਝਾਉਣਾ ਹੋਏ ਨਾ, ਇਹ ਬਹੁਤ ਸੌਖਾ, ਕਿਉਂਕਿ ਤੁਸੀਂ ਅੱਜ ਨਿਊਜ਼ ਵੇਖ ਲਓ, ਕੋਈ ਵੀ ਨਿਊਜ਼ ਵੇਖ ਲਓ, ਦੁਨੀਆ ਵਿੱਚ ਬਹੁਤ ਜ਼ੁਲਮ ਹੁੰਦਾ, ਥਾਂ ਥਾਂ ਤੇ ਹੋ ਰਿਹਾ। ਇਹ ਨਹੀਂ ਹੈਗਾ ਕਿ ਹੁਣ ਜ਼ੁਲਮ ਹੋ ਨਹੀਂ ਰਿਹਾ, ਤੁਸੀਂ ਗੱਲਾਂ ਕਿਉਂ ਕਰ ਰਹੇ, ਹੁਣ ਕੰਮ ਤਾਂ ਚਲੋ ਮੁੱਕ ਗਿਆ ਹੈਗਾ, ਹੁਣ ਹੋਰ ਕੰਮ ਕਰੋ। ਨੋ, ਜ਼ਾਲਮ ਦੀ ਸੋਚਣਾ ਚ ਦੁਨੀਆ ਵਿੱਚ ਬੰਦੇ ਹੋਣਗੇ, ਜ਼ੁਲਮ ਹੋਣਾ। ਤੇ ਬੱਚਿਆਂ ਨੂੰ ਅਸੀਂ ਇਹ ਕਹੀਦਾ, ਜਿਹੜੇ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਜਿਹੜੀ ਹੈਗੀ ਸਰਬੱਤ ਦਾ ਭਲਾ, ਸਾਰਿਆਂ ਲਈ ਤੁਸੀਂ ਫਾਇਦਾ ਸੋਚੋ, ਚੰਗਾ ਸੋਚੋ। ਜੇ ਮੈਂ ਆਪਣੇ ਮੁੰਡੇ ਨੇ ਕਹਾ ਨਹੀਂ ਤੂੰ ਕੋਈ ਕੰਮ ਕਰਨਾ, ਸਿੱਖਾਂ ਨੂੰ ਤੂੰ ਫੇਵਰ ਕਰੀ, ਦੂਸਰਿਆਂ ਨੂੰ ਕਹਿਣਾ ਨੋ ਇਹ ਗਲਤ, ਸਿੱਧਾ ਤੁਹਾਨੂੰ ਬੱਚਿਆਂ ਨੇ ਕਹਿ ਦੇਣਾ ਨੋ ਇਹ ਗਲਤ ਗੱਲ ਹੈ, ਹੋ ਨਹੀਂ ਸਕਦਾ। ਸੋ ਜੇ ਮੈਂ ਇੱਥੋਂ ਸ਼ੁਰੂ ਕਰ ਸਰਬੱਤ ਦਾ ਭਲਾ ਦੱਸਾਂ ਕਿ ਗੁਰੂ ਨਾਨਕ ਦੇਵ ਜੀ ਨੇ ਇੱਦਾਂ ਸੋਚ ਰਹੇ, ਤੇ ਫਿਰ ਇਹਨਾਂ ਲਾਈਵ ਐਗਜ਼ਾਮਪਲ ਦਈਏ। ਹੁਣ ਤੁਹਾਨੂੰ ਤੁਸੀਂ ਵੇਖ ਲਓ, ਦਿੱਲੀ ਵਿੱਚ 1984 ਵਿੱਚ ਸਿੱਖਾਂ ਦਾ ਖੂਨ ਡੋਲਿਆ ਸੀ। ਅੱਜ ਜਿਹੜੇ ਦਿੱਲੀ ਦੇ ਨਿਵਾਸੀਆਂ ਨੂੰ ਆਕਸੀਜਨ ਦੀ ਲੋੜ ਪਈ, ਹਸਪੀਟਲਾਂ ਨੇ ਡੋਰ ਬੰਦ ਕਰਤੀ, ਗੌਰਮੈਂਟਾਂ ਨੇ ਉਹਨਾਂ ਨੇ ਮੂੰਹ ਪਰਾਂ ਕਰ ਲਏ, ਲੋਕੀ ਬੇਸਹਾਰੇ ਹੋ ਗਏ। ਤੇ ਸਾਡੇ ਜਿਹੜੇ ਗੁਰਦੁਆਰੇ ਸੀ ਉਹਨਾਂ ਨੇ ਆਕਸੀਜਨ ਦਾ ਲੰਗਰ ਲਾਤਾ। ਜਦੋਂ ਆਕਸੀਜਨ ਦੇ ਰਹੇ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਇਹ ਹਿੰਦੂ ਆ ਰਿਹਾ, ਇਹਨੂੰ ਦੇਣਾ ਨਹੀਂ, ਕਿਉਂਕਿ ਸ਼ਾਇਦ ਇਹਨੇ ਸਿੱਖ ਮਾਰੇ ਹੋਣਗੇ ਜਾਂ ਇਹਨਾਂ ਨੇ ਬਜ਼ੁਰਗਾਂ ਨੇ ਸਿੱਖਾਂ ਨੂੰ ਮਾਰਿਆ ਹੋਗਾ। ਉਹਨਾਂ ਕਹਿੰਦੇ ਨਹੀਂ, ਇਹਨਾਂ ਨੂੰ ਲੋੜ ਆ, ਇਹਨਾਂ ਨੂੰ ਅਸੀਂ ਆਕਸੀਜਨ ਦੇਣਾ। ਲੰਗਰ ਲਾ ਰਹੇ ਪੁਲਿਸ ਨੂੰ ਪਤਾ ਕਿ ਪੁਲਿਸ ਨੇ ਲੰਗਰ ਖਾ ਕੇ ਲਾਠੀ ਚਾਰਜ ਵੀ ਕਰਨੀ, ਬਾਹਰ ਕੋਈ ਪਰਵਾਹ ਨਹੀਂ, ਕਿਉਂਕਿ ਇਹ ਗੁਰੂ ਨਾਨਕ ਦੇਵ ਜੀ ਦਾ ਪਰੰਪਰਾ ਫਿਲਾਸਫੀ ਜਿਹੜੀ ਹੈਗੀ ਨਾ। ਹੁਣ ਜਿਹੜੇ ਬੱਚਿਆਂ ਨੂੰ ਤੁਸੀਂ ਇਹ ਗੱਲ ਦੱਸਦੇ ਕਿ ਖੂਨ ਦਿਓ, ਖੂਨ ਦੇਣ ਨਾਲ ਪਰ ਇੱਕ ਪੋਜ਼ਿਟਿਵ ਤਰੀਕੇ ਨਾਲ ਅਸੀਂ ਯਾਦ ਕਰ ਰਹੇ। ਜੇ ਮੈਂ ਕਹਾਂ ਮੁੰਡੇ ਨੂੰ ਇਹ ਦੁਸ਼ਮਣ ਆ ਸਾਡੇ, ਇਹਨਾਂ ਨੇ ਬੋਲਣਾ ਨਹੀਂ, ਇਹਨਾਂ ਨੇ ਭਾਈਬੰਦੀ ਨਹੀਂ ਪਾਉਣੀ, ਉਹਨਾਂ ਨੇ ਰਾਈਟ ਵੇ ਮੂੰਹ ਪਰਾਂ ਕਰ ਲੈਣਾ। ਪਰ ਜੇ ਮੈਂ ਕਹਾਂ ਕਿ ਨੋ ਅਸੀਂ ਸਰਬੱਤ ਦਾ ਭਲਾ ਸੋਚ ਰਹੇ, ਅਸੀਂ ਪੋਜ਼ਿਟਿਵ ਤਰੀਕੇ ਨਾਲ ਇਸ ਕੈਂਪ ਇੱਕ ਪੋਜ਼ਿਟਿਵ ਤਰੀਕੇ ਨਾਲ ਇੱਕ ਟ੍ਰੈਜਡੀ ਨੂੰ ਯਾਦ ਕਰ ਰਿਹਾ, ਉਹ ਚੀਜ਼ ਨੂੰ ਅਪੀਲ ਕਰੂਗੀ ਤੇ ਉਹ ਵੱਧ ਚੜ ਕੇ ਆਉਂਦੇ। ਬਿਲਕੁਲ। ਹਰਪ੍ਰੀਤ ਜੀ, ਕੋਵਿਡ ਦੌਰਾਨ ਇਹ ਕੈਂਪੇਨ ਕਿਵੇਂ ਚੱਲੀ ਹੈ? ਕੋਵਿਡ ਦੌਰਾਨ ਵੀ, ਕਿਉਂਕਿ ਉਸ ਵਕਤ ਤਾਂ ਉਹ ਸਮਾਂ ਸੀਗਾ ਜਦੋਂ ਲੋਕਾਂ ਨੂੰ ਆਪਣੇ ਇਮਿਊਨ ਸਿਸਟਮ ਦਾ ਫਿਕਰ ਸੀਗਾ, ਸਟਰੋਂਗ ਰਹਿਣਾ ਚਾਹੀਦਾ ਹੈ। ਕਈ ਲੋਕ ਇਹੀ ਨਹੀਂ ਸਮਝ ਪਾ ਰਹੇ ਸੀ ਵੀ ਉਹਨਾਂ ਨੂੰ ਕੋਵਿਡ ਹੈ ਜਾਂ ਨਹੀਂ, ਕਈਆਂ 'ਚ ਸਿੰਪਟਮਸ ਨਹੀਂ ਆ ਰਹੇ ਸੀਗੇ, ਔਰ ਕਈ ਨੋ ਡਾਊਟ ਜਿਨ੍ਹਾਂ ਦੇ ਸਿੰਪਟਮਸ ਆ ਰਹੇ ਸੀ ਉਹ ਵੈਸੇ ਹੀ ਬਿਮਾਰ ਸੀਗੇ। ਸੋ ਉਸ ਦੌਰਾਨ ਕਿਵੇਂ ਇਸ ਕੈਂਪੇਨ ਦੇ ਵੱਲੋਂ ਲੋਕਾਂ ਦੀ ਮਦਦ ਕੀਤੀ ਗਈ, ਤੇ ਖਾਸ ਤੌਰ ਤੇ ਕੈਂਪੇਨ ਵੀ ਕਿਵੇਂ ਚੱਲੀ? ਕਿਉਂਕਿ ਲੋਕ ਉਸ ਟਾਈਮ ਦੇ ਉੱਤੇ ਬਲੱਡ ਡੋਨੇਟ ਨਹੀਂ ਕਰ ਪਾ ਰਹੇ ਸੀ। ਤਕਰੀਬਨ 2 ਸਾਲ ਦਾ ਸਮਾਂ ਜਿਹੜਾ ਉਹ ਇਦਾਂ ਹੀ ਗੁਜ਼ਰ ਰਿਹਾ ਸੀਗਾ। ਜਦੋਂ ਕੋਵਿਡ ਆਉਣ ਤੋਂ ਪਹਿਲਾਂ ਮੈਨੂੰ ਜੀ ਬਿਲਕੁਲ ਡਿਫਰੈਂਟ ਤਰੀਕੇ ਨਾਲ ਕੈਂਪੇਨ ਚੱਲਦੀ ਸੀ। ਉਸ ਤੋਂ ਪਹਿਲਾਂ ਵਾਕ ਇਨ ਹੁੰਦਾ ਸੀਗਾ, ਤੁਸੀਂ ਜਾ ਕੇ ਜਿਹੜਾ ਬਲੱਡ ਡੋਨੇਟ ਕਰ ਸਕਦੇ ਹੋ। ਜਦੋਂ ਕੋਵਿਡ ਆਇਆ ਉਦੋਂ ਸਾਰਿਆਂ ਲਈ ਇੱਕ ਨਵੀਂ ਚੀਜ਼ ਸੀ, ਨਵੇਂ ਚੈਲੰਜ ਸੀਗੇ। ਬਟ ਅਗੇਨ ਜਿਹੜੇ ਵਲੰਟੀਅਰ ਸੀ ਉਹ ਬੈਠੇ ਵੀ ਨੂੰ ਆਪਾਂ ਕਿੱਦਾਂ ਕੰਟੀਨਿਊ ਰੱਖ ਸਕਦੇ ਹਾਂ, ਕਿਉਂਕਿ ਇਹ ਲੋੜ ਇਦਾਂ ਦੀ ਹੈ ਜਿਹੜੀ ਹਰ ਰੋਜ਼ ਮਹਿਸੂਸ ਹੋ ਰਹੀ ਹੈ। ਐਂਡ ਕੈਨੇਡਾ ਦੇ ਵਿੱਚ ਜਿਹੜਾ ਬਲੱਡ ਆ ਉਹਦੀ ਲੋੜ ਆ ਆਲਵੇਜ਼, ਜਿਹੜੀ ਤੁਸੀਂ ਆਪਾਂ ਸਾਰੇ ਸੁਣਦੇ ਵੀ ਰਹਿਣੇ ਆ, ਕਾਲਸ ਵੀ ਆਉਂਦੀਆਂ ਰਹਿੰਦੀਆਂ ਨੇ ਕੈਨੇਡੀਅਨ ਬਲੱਡ ਸਰਵਿਸ ਤੋਂ ਸਾਨੂੰ ਵੀ, ਖਾਸ ਕਰ ਕੋਵਿਡ ਦੇ ਟਾਈਮ ਬਹੁਤ ਜ਼ਿਆਦਾ ਲੋੜ ਇਹਦੀ ਮਹਿਸੂਸ ਹੋਈ। ਸੋ ਉਸ ਟਾਈਮ ਵੀ ਫਿਰ ਇਹਨੂੰ ਕੰਪੇਨ ਨੂੰ ਜਿਹੜਾ ਹੈਗਾ ਕੈਂਪ ਹੋਰ ਆਰਗੇਨਾਈਜ਼ ਕੀਤਾ ਗਿਆ, ਤੇ ਅਪੁਆਇੰਟਮੈਂਟ ਦੇ ਥਰੂ ਜਿਹੜੀਆਂ ਹੈਗੀਆਂ ਤੁਸੀਂ ਜਾ ਕੇ ਬਲੱਡ ਡੋਨੇਟ ਕਰ ਸਕਦੇ ਸੀਗੇ। ਸੋ ਜਿਹੜਾ ਬਲੱਡ ਡੋਨੇਟ ਕਰਨਾ ਹੈਗਾ ਭੈਣ ਜੀ, ਉਹ ਸੈਕਿੰਡ ਚੀਜ਼ ਆ। ਕਿਸੇ ਵੀ ਡੋਨਰ ਲਈ ਬਲੱਡ ਡੋਨੇਟ ਕਰਨਾ ਉਹ ਸੈਕਿੰਡ ਆ। ਪਹਿਲਾਂ ਹੈਗਾ ਉਹਦਾ ਜਜ਼ਬਾ, ਉਹ ਚਾਹੁੰਦਾ ਕੀ ਆ, ਉਹ ਕਰਨਾ ਚਾਹੁੰਦਾ ਤੇ ਕਿਉਂ ਕਰਨਾ ਚਾਹੁੰਦਾ।
ਜਦੋਂ ਉਹ ਚੀਜ਼ਾਂ ਹੁੰਦੀਆਂ ਨੇ ਫਿਰ ਦੂਸਰੀ ਚੀਜ਼ ਸਿੰਪਟਮ ਨੇ ਜਾਂ ਉਹ ਵੀਕ ਫੀਲ ਕਰ ਰਿਹਾ ਜਾਂ ਉਹ ਸੈਕੰਡ ਚੀਜ਼ ਬਣ ਜਾਂਦੀ ਹੈ, ਕਿਉਂਕਿ ਪਹਿਲਾਂ ਉਹਦੇ ਅੰਦਰ ਇੱਕ ਜਜ਼ਬਾ ਹੈਗਾ, ਉਹ ਕੁਝ ਕਰਨਾ ਚਾਹੁੰਦਾ। ਜਦੋਂ ਆਪਾਂ ਕੁਝ ਕਰਨਾ ਚਾਹੁੰਦੇ ਆ ਫਿਰ ਬਾਕੀ ਸਾਰੀਆਂ ਚੀਜ਼ਾਂ ਦਾ ਹੱਲ ਹੋ ਜਾਂਦਾ। ਇਹ ਇਦਾਂ ਹੀ ਹੋਇਆ ਕੋਵਿਡ ਦੇ ਟਾਈਮ ਵੀ, ਲਾਸਟ ਈਅਰ ਵੀ ਬਹੁਤ ਸਕਸੈਸਫੁਲੀ ਜਿਹੜੀ ਕੈਂਪੇਨ ਆ ਉਹ ਨਿਪਰੇ ਚੜੀ, ਇਸ ਸਾਲ ਵੀ ਬਹੁਤ ਸਕਸੈਸਫੁਲੀ ਚੱਲ ਰਹੀ ਆ। ਬਸ ਹੁਣ ਇੰਨਾ ਕਿ ਚੇਂਜ ਹੋ ਗਿਆ ਵੀ ਪਹਿਲਾਂ ਵਾਕ ਇਨ ਜਾ ਕੇ ਕਰ ਸਕਦੇ ਸੀ, ਹੁਣ ਅਪਾਇੰਟਮੈਂਟ ਬਣਾ ਕੇ ਉੱਥੇ ਜਾਣਾ ਪੈਂਦਾ, ਬਟ ਸਾਰਾ ਕੁਝ ਪਹਿਲਾਂ ਵਾਂਗ ਬਹੁਤ ਸਮੂਥ ਰਿਹਾ, ਉਦਾਂ ਹੀ ਚੱਲਦਾ ਰਿਹਾ। ਭੈਣ ਜੀ ਸੌਰੀ, ਇੱਕ ਮੈਨੂੰ ਗੱਲ ਚੇਤੇ ਆ ਗਈ ਇਹਨਾਂ ਦੀ ਗੱਲ ਵਿੱਚੋਂ। ਕੋਵਿਡ-19 ਵਿੱਚ ਜਦੋਂ ਜਨਵਰੀ ਫੈਬਰਰੀ ਵਿੱਚ ਚਲੋ ਕੋਵਿਡ ਸ਼ੁਰੂ ਹੋ ਗਿਆ ਤੇ ਗਵਰਨਮੈਂਟ ਲੋਕਡਾਊਨ ਕਰਨ ਲੱਗ ਪਈ ਸੀ ਤੇ ਸਾਰਿਆਂ ਨੇ ਕਹਿਤਾ ਵੀ ਘਰ ਬੈਠੋ, ਹੁਣ ਬਾਹਰ ਨਾ ਆਓ, ਤੇ ਲੋਕਾਂ ਵਿੱਚ ਡਰ ਜਾ ਵੀ ਆ ਗਿਆ ਸੀ। ਜਿਹੜੀ ਬਲੱਡ ਡੋਨੇਸ਼ਨ ਦੀ ਸਪਲਾਈ ਘਟ ਗਈ ਸੀ ਬਹੁਤ ਸਾਰੀ, ਤੇ ਇਹ ਇੱਕ ਪ੍ਰੋਬਲਮ ਪੈ ਗਈ ਸੀ ਕਿਉਂਕਿ ਹਸਪੀਟਲ ਜਿਹੜੀ ਐਮਰਜੈਂਸੀਜ਼ ਉਹ ਤਾਂ ਹੁੰਦੀਆਂ ਰਹਿਣੀਆਂ ਹੈਗੀਆਂ। ਤੇ ਜਿਹੜੀ ਕੈਨੇਡੀਅਨ ਬਲੱਡ ਸਰਵਿਸਿਜ਼ ਨੇ ਤੇ BC ਗਵਰਨਮੈਂਟ ਨੇ ਸਿੱਖ ਕੌਮ ਨੂੰ ਅਪੀਲ ਕੀਤੀ, ਸਾਡੇ ਕੋਲ ਆਏ ਸੀ ਤੇ ਉਹਨਾਂ ਨੇ ਕਿਹਾ ਕਿ ਜੇ ਤੁਸੀਂ ਇਸ ਚੀਜ਼ ਵਿੱਚ ਮਦਦ ਕਰ ਸਕਦੇ, ਤੇ ਸਿੱਖ ਕੌਮ ਜਿਹੜੀ ਵੱਧ ਚੜ ਕੇ ਆਈ ਤੇ ਉਹਨਾਂ ਨੇ ਜਿਹੜਾ ਬੁਕਿੰਗਸ ਤਾਂ ਖਾਲੀਆਂ ਹੁੰਦੀਆਂ ਸੀ, ਅਸੀਂ 2-3 ਮਹੀਨੇ ਦਾ ਪੂਰਾ ਉਹਨਾਂ ਦਾ ਸਾਰਾ ਫੁੱਲ ਕਰਤਾ ਹੈਗਾ। ਤੇ ਤਾਂ ਹੀ ਉਹਨਾਂ ਨੇ ਫਿਰ ਬਾਅਦ ਵਿੱਚ ਜਿਹੜੇ BC ਦਾ ਹੈਲਥ ਮਿਨਿਸਟਰ ਸੀ ਉਹਨੇ ਵੀ ਧੰਨਵਾਦ ਕੀਤਾ ਸੀ ਸਿੱਖ ਨੇਸ਼ਨ ਦਾ, ਤੇ ਆ ਜਿਹੜਾ ਸਾਨੂੰ ਹੁਣ ਇਨਾਮ ਜਿਹੜਾ ਦਿੱਤਾ ਹੈਗਾ ਕੌਮ ਨੂੰ, ਤੇ ਉਸ ਦਾ ਵੀ ਇੱਕ ਕਾਰਨ ਸੀ ਜੀ। ਸੋ ਜਿੰਨਾ ਹੋ ਸਕਦਾ ਸੀ ਇਸ ਦੌਰਾਨ ਜਿਹੜੀ ਹੈ ਮਦਦ ਲੋਕਾਂ ਤੱਕ ਪਹੁੰਚਾਈ ਗਈ। ਅੱਗੇ ਕੀ ਲੱਗਦਾ ਤੇਰਾ ਸਿੰਘ ਜੀ, ਵਕਤ ਹੁਣ ਇੱਥੋਂ ਤੱਕ ਜੇ ਪਹੁੰਚ ਗਿਆ, ਇੰਨਾ ਜ਼ਿਆਦਾ ਹੁੰਗਾਰਾ ਮਿਲ ਹੀ ਰਿਹਾ ਇਸ ਕੈਂਪੇਨ ਨੂੰ, ਤੇ ਅੱਗੇ ਟੀਚਾ ਕੀ ਹੈਗਾ? ਕਿੰਨੇ ਕੁ ਜਿਹੜੇ ਵਲੰਟੀਅਰ, ਮੈਂ ਸਪੈਸ਼ਲੀ ਤੁਹਾਡੀ ਟੀਮ ਦਾ ਵੀ ਇੱਥੇ ਜਾਣਨਾ ਚਾਹਾਂਗੀ, ਕਿੰਨੇ ਜਣਾਂ ਦੀ ਤੁਹਾਡੀ ਟੀਮ ਹੈ, ਕਿਵੇਂ ਮਿਲ ਕੇ ਕੰਮ ਕਰਦੀ ਹੈ? ਜ਼ਾਹਿਰ ਜੀ ਗੱਲ ਹੈ ਕਿ ਸਾਰੇ ਇਹ ਨਹੀਂ ਕਿ ਹੋਰ ਕੰਮ ਵੀ ਤੁਸੀਂ ਸਾਰੇ ਹੀ ਕਰਦੇ ਹੋਵੋਗੇ, ਸਿਰਫ ਇਹ ਨਹੀਂ ਵੀ ਪੂਰਾ ਟਾਈਮ ਤੁਸੀਂ ਕੈਂਪੇਨ ਨੂੰ ਜਿਹੜਾ ਉਹ ਡਿਵੋਟ ਕੀਤਾ ਹੋਇਆ, ਸੋ ਹੋਰ ਵੀ ਕੰਮਾਂ ਕਾਰਾਂ ਵਿੱਚ ਸਾਰੇ ਉਹ ਬਿਜ਼ੀ ਰਹਿੰਦੇ ਹੋਣਗੇ। ਅਜਿਹੇ ਸਮੇਂ ਦੇ ਵਿੱਚ ਕਿਵੇਂ ਫਿਰ ਸਾਰੇ ਇਕੱਠੇ ਹੋ ਜਾਂਦੇ ਹੋ, ਜਾਂ 1 by 1 ਤੁਸੀਂ ਇੰਨੀ ਟੀਮ ਇੱਥੇ ਕੰਮ ਕਰ ਲਈ, ਇੰਨੀ ਟੀਮ ਇੱਦਾਂ ਕੁਝ ਬਣਾਉਂਦੇ ਹੋ, ਤੇ ਨਾਲੇ ਅੱਗੇ ਦਾ ਟੀਚਾ ਜਿਹੜਾ ਉਹ ਕੀ ਹੈਗਾ, ਕਿੱਥੋਂ ਤੱਕ ਇਸ ਜਿਹੜਾ ਕੈਂਪੇਨ ਨੂੰ ਲੈ ਕੇ ਜਾਣ ਦਾ? ਹਾਂਜੀ, ਇੱਕ ਗੱਲ ਦੀ ਮੈਨੂੰ ਬੜੇ ਹੈਰਾਨ ਮੈਂ ਹੋ ਗਿਆ ਸੀ ਜਦੋਂ ਕੋਵਿਡ-19 ਚੱਲਿਆ, ਲੋਕਡਾਊਨ ਹੋ ਗਈ, ਕਿਉਂਕਿ ਸਾਡੀ ਮੀਟਿੰਗਾਂ ਹਰ ਵੇਲੇ ਫੇਸ ਟੂ ਫੇਸ ਹੁੰਦੀਆਂ ਸੀ ਘਰ ਵਿੱਚ। ਕਿਸੇ ਘਰ ਨੇ ਕਿਸੇ ਵੀਰ ਭੈਣ ਨੇ ਆਪਣਾ ਘਰ ਬੁਲਾ ਲੈਣਾ, ਉੱਥੇ ਬਹਿ ਕੇ ਤਕਰੀਬਨ 30-40-50 ਵੋਲੰਟੀਅਰ ਵੀ ਹੋ ਜਾਂਦੇ ਸੀ, ਬਹਿ ਕੇ ਡਿਸਕਸ਼ਨ ਕਰਦੇ ਸੀ। ਤੇ ਹੁਣ ਜਦੋਂ ਕੋਵਿਡ ਦਾ ਕਰਕੇ ਇਹ ਬੰਦ ਕਰਤਾ ਸੀ ਸਾਰੇ, ਇਹ ਜਿਹੜੇ ਸਾਡੇ ਕਈ ਵੀਰ ਭੈਣ ਉਹਨਾਂ ਨੇ ਜ਼ੂਮ ਦਾ ਅਕਾਊਂਟ ਖੋਲ ਕੇ ਜ਼ੂਮ ਮੀਟਿੰਗ ਕਰਨ ਲੱਗ ਪਏ। ਹੁਣ ਮੈਂ ਆਪਣੇ ਆਪ ਨੂੰ ਥੋੜਾ ਪੜ੍ਹਿਆ ਲਿਖਿਆ ਸਮਝਦਾ, ਮੈਂ ਕਿਹਾ ਇਹ ਜ਼ੂਮ ਮੀਟਿੰਗ ਇਹਨੇ ਇਦਾਂ ਹੀ ਸ਼ੁਰੂ ਕਰ ਲਈ ਹੈਗੀ, ਤੇ ਹੁਣ ਸਾਰੀਆਂ ਮੀਟਿੰਗਾਂ ਜ਼ੂਮ ਵਿੱਚ ਹੁੰਦੀਆਂ। ਜਿੱਥੇ ਕੋਈ ਸਿੱਖ ਬੈਠਾ ਹੋਵੇ, ਭਾਵੇਂ ਐਬਸਫੋਰਡ ਵਾਲੇ, ਵੈਨਕੂਵਰ ਹੋਏ, ਵਿਕਟੋਰੀਆ ਹੋਏ, ਅਸੀਂ ਜ਼ੂਮ ਵਿੱਚ ਬਹਿ ਕੇ ਮੀਟਿੰਗਾਂ ਹੁੰਦੀਆਂ। ਬਿਲਕੁਲ। ਇੱਕ ਕਾਲਰ ਦੀ ਕਾਲ ਵੀ ਨਾਲ ਆਪਾਂ ਪਿਕ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਮੇਰੀ ਆਵਾਜ਼ ਆ ਰਹੀ ਹੈ ਜੀ? ਹਾਂਜੀ, ਪਲੀਜ਼ ਤੁਸੀਂ ਆਪਣੇ ਟੀਵੀ ਦੀ ਵੋਲੀਅਮ ਘਟਾ ਕੇ ਮੇਰੇ ਨਾਲ ਗੱਲ ਕਰੋ। ਓਕੇ, ਸੋ ਟੀਵੀ ਦੀ ਜਿਹੜੇ ਕਾਲਰ ਦੀ ਕਾਲ ਆਈ ਹੈ, ਟੀਵੀ ਦੀ ਵੋਲੀਅਮ ਤੋਂ ਨਾ ਸੁਣੋ, ਤੁਸੀਂ ਡਾਇਰੈਕਟ ਕਾਲ ਕਰਦੇ ਹੋ ਤਾਂ ਡਾਇਰੈਕਟ ਗੱਲ ਕਰਿਆ ਕਰੋ, ਕਿਉਂਕਿ ਉਹ ਡਿਲੇ ਹੋ ਕੇ ਤੁਹਾਡੇ ਕੋਲ ਪਹੁੰਚਦੀ ਹੈਗੀ ਹੈ। ਤੇਰਾ ਸਿੰਘ ਜੀ, ਇੱਕ ਚੀਜ਼ ਹੋਰ ਸੀਗੀ ਹਰਪ੍ਰੀਤ ਜੀ, ਵੈਸੇ ਬੇਸਿਕਲੀ ਮੈਂ ਸਵਾਲ ਤੁਹਾਨੂੰ ਕਰਨਾ ਚਾਹਾਂਗੀ ਕਿ ਟੀਮ ਠੀਕ ਹੈ, ਟੀਮ ਆਪਣੇ ਤਰੀਕੇ ਨਾਲ ਆਪਣਾ ਕੰਮ ਜਿਹੜਾ ਕਰਨਾ ਉਹ ਕਰ ਹੀ ਰਹੀ ਹੈ। ਇਹ ਉਹ ਸਵਾਲ ਮੈਂ ਪੁੱਛਣ ਲੱਗੀ ਹਾਂ ਜਿਹੜਾ ਤੁਹਾਡੇ ਕੰਨਾਂ ਦੇ ਵਿੱਚ ਸਾਰੀ ਟੀਮ ਦੇ ਪੈ ਹੀ ਜਾਂਦਾ ਹੋਣਾ, ਤੁਹਾਨੂੰ ਕੋਈ ਇਸ ਕੈਂਪੇਨ ਨੂੰ ਮਰਜ ਕਰਨ ਦੀ ਗੱਲ ਨਹੀਂ ਕਰਦਾ ਵੀ ਤੁਸੀਂ ਸਾਡੇ ਨਾਲ ਜੁੜ ਜਾਓ, ਤੁਸੀਂ ਸਾਡੇ ਨਾਲ, ਜਾਂ ਕੋਈ ਹਸਪੀਟਲ ਵਾਲੇ ਵੀ ਤੁਹਾਡੇ ਨਾਲ ਕੰਟੈਕਟ ਕਰ ਵੀ ਤੁਸੀਂ ਇਕੱਲੇ ਆਪਣਾ ਕਿਉਂ ਚਲਾ ਰਹੇ ਹੋ, ਸਾਡੇ ਨਾਲ ਜੁੜ ਕੇ ਜਿਹੜਾ ਇਹਨੂੰ ਕਰ ਲਓ, ਆਪਾਂ ਹੋਰ ਵੱਡੇ ਪੱਧਰ ਦੇ ਉੱਤੇ, ਵੱਡੇ ਲੈਵਲ ਦੇ ਉੱਤੇ ਜਿਹੜਾ ਇਹਨੂੰ ਚਲਾਵਾਂਗੇ। ਜ਼ਾਹਿਰ ਜੀ ਗੱਲ ਹੈ, ਜ਼ਰੂਰ ਤੁਹਾਡੇ ਨਾਲ ਹੁੰਦੀ ਹੋਣੀ ਇਹ ਚੀਜ਼। ਕਾਲਰ ਦੀ ਕਾਲ ਵੀ ਪਿਕ ਕਰਦੇ ਹਾਂ, ਫਿਰ ਮੈਨੂੰ ਇਸ ਚੀਜ਼ ਦਾ ਜ਼ਰੂਰ ਜਵਾਬ ਦਿਓ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਸੀਂ ਟੀਵੀ ਦੀ ਵੋਲੀਅਮ ਘਟਾ ਕੇ ਮੇਰੇ ਨਾਲ ਗੱਲ ਕਰੋ ਜੀ। ਹਾਂਜੀ, ਬੋਲੋ। ਹਾਂਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਰੀ ਭੈਣ ਜੀ ਤੇ ਵੀਰ ਤੇਰਾ ਸਿੰਘ ਤੇ ਵੀਰ ਹਰਪ੍ਰੀਤ ਸਿੰਘ ਜੀ ਨੂੰ ਮੈਂ ਭੈਣ ਜੀ ਇਸ ਕੰਪੇਨ ਬਾਰੇ ਇਹੀ ਕਹਿਣਾ ਚਾਹੁੰਦੀ ਹਾਂ ਵੀ ਇਹ ਜਿਹੜੀ ਸਿੱਖ ਨੇਸ਼ਨ ਬਲੱਡ ਡੋਨੇਸ਼ਨ ਕੰਪੇਨ ਅਗੇਂਸਟ ਜੈਨੋਸਾਈਡ ਆ, ਇਹ
ਆਪਣੇ ਗੁਰੂ ਨਾਨਕ ਪਾਤਸ਼ਾਹ ਦੀ ਜਿਹੜੀ ਸੋਚ ਤੇ ਇਹ ਸਾਰੀ ਕੈਂਪੇਨ ਖੜੀ ਹੈ, ਜੋ ਮੈਨੂੰ ਮਹਿਸੂਸ ਹੁੰਦਾ ਇਹਦੇ ਪਿੱਛੇ ਇਹ ਕੋਈ ਇਵੇਂ ਨਹੀਂ ਹੈਗਾ ਵੀ 1999 ਚ ਸ਼ੁਰੂ ਹੋਈ ਹੈ। ਇਹਦੇ ਪਿੱਛੇ ਜਿਹੜੀ ਸੋਚ ਹੈ ਜੀ ਉਹ ਗੁਰੂ ਪਾਤਸ਼ਾਹ ਦੇ 239 ਸਾਲ ਦਾ ਜਿਹੜਾ ਉਹਨਾਂ ਦਾ ਜੀਵਨ ਸੰਘਰਸ਼ ਆ ਤੇ ਉਸ ਤੋਂ ਬਾਅਦ ਦਾ ਸਿੱਖ ਇਤਿਹਾਸ ਤੇ ਉਹ ਜਿਹੜੀ ਸਾਰੀ ਜਿਹੜਾ ਸਾਡਾ ਇਤਿਹਾਸ ਆ ਤੇ ਗੁਰਬਾਣੀ ਦੀ ਜਿਹੜੀ ਸਾਡੀ ਸੇਧ ਆ, ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਆ, ਉਹ ਇਸ ਮੁਹਿੰਮ ਦਾ ਜਿਹੜਾ ਅਸਲੀ ਬੇਸ ਆ ਜੀ। ਇਹ ਮੈਨੂੰ ਜੋ ਹੈ ਮਹਿਸੂਸ ਹੁੰਦਾ ਹੈ ਜੀ। ਤੇ ਜਿਵੇਂ ਸਾਡੀ ਜਿਹੜੀ ਅਗਲੀ ਜਨਰੇਸ਼ਨ, ਆਪਾਂ ਵੀਰ ਹੋਰਾਂ ਨੇ ਪੀੜ੍ਹੀਆਂ ਦੀ ਗੱਲ ਕੀਤੀ, ਅਗਲੀ ਜਨਰੇਸ਼ਨ ਦੀ, ਸੋ ਸਾਡੀ ਮੈਨੂੰ ਲੱਗਦਾ ਵੀ ਇਸ ਮੁਹਿੰਮ ਦੀ ਸਫਲਤਾ ਇਹੀ ਆ ਵੀ ਆਪਣੇ ਕੋਲੇ 3 ਜਨਰੇਸ਼ਨ ਜਿਹੜੀਆਂ ਨੇ ਇਸ ਮੁਹਿੰਮ ਦੇ ਵਿੱਚ ਹਿੱਸਾ ਲੈ ਰਹੀਆਂ ਨੇ ਇਸ ਵੇਲੇ। ਮੇਰੀ ਛੋਟੀ ਬੇਟੀ 5 ਸਾਲ ਦੀ ਹੈ ਜੀ, ਉਹ ਇਹਦੇ ਵਿੱਚ ਐਕਟਿਵ ਵੋਲੰਟੀਅਰ ਕਰਦੀ ਆ ਵੀ ਜਿੰਨੇ ਵੀ ਤਰੀਕੇ ਨਾਲ ਕਰ ਸਕਦੀ ਆ। ਸੋ ਸਾਰੇ ਵੋਲੰਟੀਅਰ ਵੀਰ ਭੈਣ, ਪੂਰੀ ਕੌਮ ਨੂੰ ਇਸ ਕੈਂਪੇਨ ਤੇ ਮਾਣ ਆ ਕਿ ਜਿਹੜੀ ਇੱਕ ਜ਼ਾਲਮ ਸੋਚ ਆ, ਚਾਹੇ ਉਹ ਦੁਨੀਆ ਦੇ ਸਿਰਫ ਅਸੀਂ 1984 ਤੇ ਇਹ ਕੈਂਪੇਨ ਜ਼ਰੂਰ ਸ਼ੁਰੂ ਹੋਈ ਆ, ਪਰ ਇਹਦਾ ਜਿਹੜਾ ਦਾਇਰਾ ਆ, ਵਿਸ਼ਾਲਤਾ, ਉਹ ਇੰਨੀ ਵੱਡੀ ਆ ਵੀ ਪੂਰੀ ਦੁਨੀਆ ਦੇ ਵਿੱਚ ਜੋ ਸਾਨੂੰ ਸਾਡੇ ਗੁਰੂ ਪਾਤਸ਼ਾਹ ਨੇ ਸਿਖਾਇਆ ਵੀ ਕਿਤੇ ਵੀ ਜ਼ੁਲਮ ਹੋ ਰਿਹਾ, ਕਿਤੇ ਵੀ ਕਾਤਲ ਸੋਚ ਆ, ਕਿਸੇ ਵੀ ਨਸਲ ਦੇ ਨਾਲ, ਕਿਸੇ ਧਰਮ ਨਾਲ, ਕਿਸੇ ਵੀ ਤਰ੍ਹਾਂ ਦੇ ਵੀ ਕੋਈ ਵੀ ਕਿਸੇ ਤਰ੍ਹਾਂ ਦੀ ਡਿਸਕ੍ਰਿਮੀਨੇਸ਼ਨ ਆ, ਇਹ ਕੈਂਪੇਨ ਉਹਦੇ ਉਸ ਕਾਤਲ ਸੋਚ ਦੇ ਅਗੇਂਸਟ ਇਹ ਮੁਹਿੰਮ ਆ। ਸੋ ਸਾਨੂੰ ਸਾਰੇ ਵੀਰਾਂ ਭੈਣਾਂ ਨੂੰ, ਪੂਰੀ ਕੌਮ ਦੀ ਇਹ ਆਪਣੀ ਮੁਹਿੰਮ ਆ। ਇਹਦੇ ਵਿੱਚ ਕੋਈ ਵੀ ਇੱਕ ਧਿਰ ਜਿਹੜੀ ਆ ਉਹ ਨਹੀਂ ਇਨਵੋਲਵ ਹੈਗੀ। ਸੋ ਹਰ ਸਿੱਖ ਨੂੰ ਆਪਣੇ ਆਪ ਨੂੰ ਇਸ ਮੁਹਿੰਮ ਤੇ ਮਾਣ ਹੋਣਾ ਚਾਹੀਦਾ ਜੀ। ਮੈਂ ਤਾਂ ਇਸ ਚੀਜ਼ ਤੇ ਬਹੁਤ ਮਾਣ ਮਹਿਸੂਸ ਕਰਦੀ ਹਾਂ। ਮੈਂ ਚਾਹਾਂਗੀ ਕਿ ਮੇਰੀਆਂ ਆਉਣ ਵਾਲੀਆਂ ਜਿਹੜੀਆਂ ਨਸਲਾਂ ਨੇ ਉਹ ਇਸ ਮੁਹਿੰਮ ਦਾ ਪਾਰਟ ਬਣ ਕੇ ਰਹਿਣ। ਮੇਰੀ ਤੇ ਇਹੀ ਅਰਦਾਸ ਹੈ ਜੀ। ਸਾਰੇ ਵੋਲੰਟੀਅਰ ਵੀਰ ਭੈਣ ਬਹੁਤ ਹੀ ਵਧਾਈ ਦੇ ਹੱਕਦਾਰ ਨੇ। ਜਿਵੇਂ ਤੁਸੀਂ ਪੈਂਡੈਮਿਕ ਦੀ ਗੱਲ ਕੀਤੀ ਸੀ ਜੀ, ਉਹ ਤਾਂ ਜਿਵੇਂ ਕੌਮ ਨੇ ਪੂਰੀ ਦੁਨੀਆ 'ਚ ਹੀ ਦਿਖਾਇਆ ਵੀ ਜਿਵੇਂ ਸਾਡੇ ਗੁਰੂ ਅਰਜਨ ਪਾਤਸ਼ਾਹ ਨੇ ਜਦੋਂ ਲਾਹੌਰ ਦੇ ਵਿੱਚ ਬਹੁਤ ਵੱਡੀ ਬਿਮਾਰੀ ਪਲੇਗ ਫੈਲੀ ਸੀ ਤੇ ਸਾਰੇ ਲਾਹੌਰ ਛੱਡ ਕੇ ਜਾ ਰਹੇ ਸੀ ਤੇ ਗੁਰੂ ਪਾਤਸ਼ਾਹ ਨੇ ਅੰਮ੍ਰਿਤਸਰ ਤੋਂ ਸਿੱਖਾਂ ਨੂੰ ਨਾਲ ਲੈ ਕੇ ਉੱਥੇ ਜਾ ਕੇ ਸੇਵਾ ਕਰਨੀ ਸ਼ੁਰੂ ਕੀਤੀ ਸੀ। ਬਿਲਕੁਲ ਕੌਮ ਸਾਹਮਣੇ ਇਹੋ ਜਿਹਾ ਹੀ ਚੈਲੰਜ ਸੀ ਪਿਛਲੇ ਸਾਲ ਵੀ, ਤੇ ਉਹ ਸਾਰੇ ਵਲੰਟੀਅਰ ਵੀਰ ਭੈਣਾਂ ਨੇ ਕਹਿ ਲਓ ਵੀ ਜਿਵੇਂ ਵਰਦੀ ਅੱਗ ਜਿੱਥੇ ਸਭ ਦੇ ਪੈਰ ਪਿੱਛੇ ਸੀ, ਉੱਥੇ ਬਿਨਾਂ ਕਿਸੇ ਬੁਲਾਵੇ ਤੋਂ ਅੱਗੇ ਆ ਕੇ ਆਪਣਾ ਫਰਜ਼ ਪਛਾਣ ਕੇ ਸਾਰੀ ਕੌਮ ਜਿਹੜੀ ਕੈਂਪੇਨ ਸੀਗੀ ਉਹਨੂੰ ਸਿਰੇ ਚਾੜਿਆ ਤੇ ਜਿੱਥੇ 올림픽 ਤੱਕ ਦੇ ਜਿਹੜੇ ਪ੍ਰੋਗਰਾਮ ਸੀ ਉਹ ਕੈਂਸਲ ਹੋਏ ਨੇ। ਸੋ ਪਰ ਸਾਰੇ ਵੀਰ ਭੈਣ ਇਸ ਲਈ ਵਧਾਈ ਦੇ ਹੱਕਦਾਰ ਨੇ। ਹਰ ਬੱਚਾ, ਹਰ ਵੋਲੰਟੀਅਰ, ਹਰ ਡੋਨਰ ਇਹਦੇ ਵਿੱਚ ਯੋਗਦਾਨ ਪਾਉਂਦਾ। ਸੋ ਬਹੁਤ ਧੰਨਵਾਦ ਹੈ ਜੀ ਸਾਰੇ ਵੀਰਾਂ ਭੈਣਾਂ ਦਾ, ਸਾਰੀ ਕੌਮ ਦਾ। ਥੈਂਕ ਯੂ ਜੀ। ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਹਾਂਜੀ, ਭੈਣ ਜੀ ਨੇ ਗੱਲ ਕੀਤੀ ਵੀ ਇਹ 1999 ਦੇ ਵਿੱਚ ਤਾਂ ਇੱਥੇ ਸਟਾਰਟ ਹੋਈ ਆ, ਬਟ ਇੱਕ ਸੋਚ ਆ, ਜਿਵੇਂ ਉਹਨਾਂ ਨੇ ਗੱਲ ਕੀਤੀ ਵੀ ਗੁਰੂ ਨਾਨਕ ਪਾਤਸ਼ਾਹ ਤੋਂ ਸ਼ੁਰੂ ਹੋ ਰਹੀ ਆ, ਉਦੋਂ ਵੀ ਇੱਕ ਸੋਚ ਆ ਦੂਜੀ ਸੋਚ ਦੇ ਅਗੇਂਸਟ ਖੜੀ ਹੋਈ ਸੀ। ਇੱਕ ਜ਼ਾਲਮ ਸੋਚ ਆ, ਇੱਕ ਲੋਕਾਂ ਨੂੰ ਬਚਾਉਣ ਵਾਲੀ ਲੁਕਾਈ ਦੀ ਸੋਚ ਆ। ਸੇਮ ਜਦੋਂ ਹੁਣ ਆਪਾਂ 1984 ਦੀ ਗੱਲ ਕਰਦੇ ਆ, ਉਦੋਂ ਅਸੀਂ ਕਿਸੇ ਪਰਸਨ ਨੂੰ ਟਾਰਗੇਟ ਨਹੀਂ ਕਰ ਸਕਦੇ ਵੀ ਇਹਨੇ ਮਾੜਾ ਕੀਤਾ ਜਾਂ ਇਹਨੇ, ਕਿਉਂਕਿ ਇੱਕ ਸੋਚ ਨੇ ਮਾੜਾ ਕੀਤਾ ਔਰ ਉਹ ਸੋਚ ਉੱਥੇ ਖਤਮ ਨਹੀਂ ਹੁੰਦੀ, ਉਹ ਸੋਚ ਸਟਿਲ ਚੱਲ ਰਹੀ ਆ। ਔਰ ਪੂਰੇ ਵਰਲਡ ਦੇ ਵਿੱਚ ਇੱਕ ਸੋਚ ਆ ਜਿਹੜੀ ਲੋਕਾਂ ਨੂੰ ਖਤਮ ਕਰਨਾ ਚਾਹੁੰਦੀ ਆ, ਜਿਹੜੀ ਆਪਣਾ ਰਾਜ ਕਰਨਾ ਚਾਹੁੰਦੀ ਆ। ਇੱਕ ਸੋਚ ਉਹ ਆ ਜਿਹੜੀ ਉਸ ਜ਼ਾਲਮ ਦਾ ਟੱਕਰਾ ਕਰਨ ਲਈ ਖੜੀ ਆ। ਤੇ ਜਿਹੜੀ ਇਹ ਕੈਂਪੇਨ ਆ ਇਹ ਵੀ ਉਸੇ ਸੋਚ ਚੋਂ ਨਿਕਲੀ ਹੋਈ ਆ ਵੀ ਅਸੀਂ ਜਾਨਾਂ ਬਚਾ ਕੇ, ਇਸ ਸਿੱਖ ਕੌਮ ਨੇ ਬਾਕੀ ਸਾਰੀ ਦੁਨੀਆ ਦੀਆਂ ਜਾਨਾਂ ਬਚਾ ਕੇ ਉਸ ਜ਼ਾਲਮ ਨੂੰ ਜਵਾਬ ਦੇਣਾ। ਦੂਸਰੀ ਭੈਣ ਨੇ ਜਿਹੜੀ ਗੱਲ ਕੀਤੀ ਵੀ 3 ਜਨਰੇਸ਼ਨਾਂ, ਸੋ ਬੜੀ ਹੈਰਾਨਗੀ ਹੁੰਦੀ ਹੈ ਜਦੋਂ ਛੋਟੇ ਛੋਟੇ ਬੱਚੇ ਵਰਦੇ ਮੀਂਹ ਦੇ ਵਿੱਚ ਰੋਡ ਤੇ ਖੜੇ ਆ ਸਾਈਨ ਬੋਰਡ ਲੈ ਕੇ ਬਲੱਡ ਡੋਨੇਸ਼ਨ ਦੇ। ਔਰ ਇਹੀ ਕਮਾਈ ਆ, ਅਸਲ ਕਮਾਈ ਆ ਇਸ ਕੈਂਪੇਨ ਦੀ, ਕਿਉਂਕਿ ਤੁਹਾਡੀਆਂ ਆਉਣ ਵਾਲੀਆਂ ਜਨਰੇਸ਼ਨਾਂ ਨੂੰ ਪਤਾ ਵੀ ਸਾਡੇ ਤੇ ਕੀ ਜ਼ੁਲਮ ਹੋਇਆ ਤੇ ਉਹਦਾ ਟੱਕਰਾ ਕਿੱਦਾਂ ਕੀਤਾ ਜਾ ਸਕਦਾ। ਬਿਲਕੁਲ। ਸੋ ਮੈਂ ਜਿਸ ਤਰੀਕੇ ਨਾਲ ਤੇਰਾ ਸਿੰਘ ਜੀ ਸਵਾਲ ਕੀਤਾ ਸੀਗਾ ਵੀ ਕਈ ਲੋਕ ਤੁਹਾਨੂੰ ਕਹਿੰਦੇ ਹੋਣਗੇ ਮਰਜ ਹੋਣ ਲਈ ਜਾਂ ਸਾਡੇ ਨਾਲ ਜੁੜ ਜਾਓ, ਜਾਂ ਕੋਈ ਹਸਪੀਟਲ ਵਾਲੇ ਵੀ ਇਹ ਗੱਲ ਕਹਿੰਦੇ ਹੋਣਗੇ ਵੱਡੇ ਪੱਧਰ ਤੇ ਆਪਾਂ ਵਿਸ਼ਾਲਤਾ ਨਾਲ ਕਰ ਸਕਦੇ ਹਾਂ, ਕੁਝ ਇਦਾਂ ਦਾ ਹੁੰਦਾ? ਹਾਂ, ਸੋ ਜਿਹੜੀ ਕੈਨੇਡੀਅਨ ਬਲੱਡ ਸਰਵਿਸਿਜ਼ ਨਾਲ ਸਾਡੀਆਂ ਮੀਟਿੰਗਾਂ ਵੀ ਹੁੰਦੀਆਂ ਤੇ
ਉਹਨਾਂ ਮਨ ਵਿੱਚ ਇੱਧਰ ਕੋਈ ਸਵਾਲ ਨਹੀਂ ਹੈਗਾ, ਕਿਉਂਕਿ ਉਹ ਕਹਿੰਦੇ ਇਹ ਤਾਂ ਸਭ ਤੋਂ ਵੱਡਾ ਹੀ ਇਹ ਕੈਂਪ ਹੈਗਾ ਤੇ ਇਹਨਾਂ ਨੇ ਕੌਣ ਇਹਨਾਂ ਨਾਲ ਕਿਹਨਾਂ ਨਾਲ ਜਾ ਕੇ ਰਲਣਾ ਹੈਗਾ, ਕੋਈ ਹੋਰ ਵੱਡਾ ਹੈ ਨਹੀਂ ਜਿੱਦਾਂ ਕੈਨੇਡਾ ਵਿੱਚ। ਤੇ ਦੂਸਰੀ ਗੱਲ ਉਹਨਾਂ ਨੂੰ ਇਹ ਵੀ ਸਮਝੇ ਕਿ ਕੌਮ ਵੱਲੋਂ ਕੈਂਪ ਚੱਲ ਰਿਹਾ। ਹੁਣ ਜਦ ਤੁਸੀਂ ਕਿਹਾ ਕਿ ਚਲੋ ਵੀਰ ਜੀ ਨੇ ਵੀ ਕਿਹਾ ਹੈਗਾ ਕਿ ਓਨਟਾਰੀਓ ਵੀ ਕੈਂਪ ਚੱਲ ਰਹੇ, ਕੈਲਗਰੀ, ਐਡਮੰਟਨ, ਸਾਰੇ ਥਾਂ ਚੱਲ ਰਹੇ। ਹੁਣ ਤੁਸੀਂ ਵੇਖੋ, ਮੈਂ ਹੁਣ ਬੈਠਾ ਮੈਂ ਸੋਚ ਰਿਹਾ ਸੀ ਕਿ ਹਰਪ੍ਰੀਤ ਸਿੰਘ, ਤੁਹਾਨੂੰ ਲੱਗਦਾ ਕਿ ਮੈਂ ਇਹਨੂੰ ਬਹੁਤ ਚਿਰਾਂ ਦਾ ਜਾਣਦਾ ਹੋਊਗਾ। ਮੈਂ ਇਹਨਾਂ ਨਾਲ ਇੱਦਾਂ ਅਸੀਂ ਕਲੋਜ਼ ਬੈਠੇ, ਇੱਕ ਪਿਛਲੇ 2 ਹਫ਼ਤੇ ਦੀ ਇੰਟਰਵਿਊ ਉਦੋਂ ਬੈਠਾ ਸੀ, ਉਦੋਂ ਮੈਨੂੰ ਪਤਾ ਲੱਗਿਆ ਕੀ ਕੰਮ ਕਰ ਰਿਹਾ। ਅੱਛਾ ਹੈ। ਬਾਕੀ ਇਹਦੀ ਫੈਮਿਲੀ ਦਾ ਮੈਨੂੰ ਪਤਾ ਨਹੀਂ ਕਿ ਬੱਚੇ ਕਿੰਨੇ ਹੈਗੇ, ਕੀ ਇਹਦੀ ਹੋਰ ਪਰਿਵਾਰ ਬਾਰੇ ਨਹੀਂ ਕੋਈ ਇਨਫੋਰਮੇਸ਼ਨ। ਪਰ ਜਦੋਂ ਅਸੀਂ ਇੱਕ ਦੂਜੇ ਨਾਲ ਗੱਲ ਕਰਦੇ ਸਾਨੂੰ ਇੱਦਾਂ ਲੱਗ ਰਿਹਾ ਜਿਹੜਾ ਸਾਡਾ ਪਿਛਲੇ ਜਨਮ ਦਾ ਸੰਬੰਧ ਹੁੰਦਾ ਹੈ ਕਿ ਮੇਰਾ ਜਿਹੜਾ ਛੋਟਾ ਵੀਰ ਹੈਗਾ। ਇੱਦਾਂ ਹੀ ਅਸੀਂ ਜਿਹੜੇ ਸਾਡੇ ਵੋਲੰਟੀਅਰ ਹੈਗੇ ਟੋਰਾਂਟੋ ਵਿੱਚ ਬੈਠੇ ਹੈਗੇ, ਉਹਨਾਂ ਨੂੰ ਮੈਂ ਜਾਣਦਾ ਨਹੀਂ, ਪਰ ਜਦੋਂ ਅਸੀਂ ਗੱਲ ਕਰਦੇ ਸਾਡੀਆਂ ਗੱਲਾਂ, ਸਾਰੀ ਥਿੰਕਿੰਗ ਜਿਹੜੀ ਲਾਈਨ ਜਿਹੜੀ ਉਹ ਸਾਰੀ ਸੇਮ ਹੀ ਹੁੰਦੀ। ਤਾਂ ਫਿਰ ਮੈਨੂੰ ਹੁਣ ਬੱਚੇ ਵੀ ਜਿਹੜੇ ਸਾਡੇ ਆ ਰਹੇ, ਜਦੋਂ ਯੂਥ ਵੇਚਦੇ, ਹੁਣ ਫਿਊਚਰ ਦਾ ਜਦ ਮੈਂ ਵੇਖਿਆ ਕਿ ਫਿਊਚਰ 'ਚ ਕੀ ਹੈ, ਹਰ ਬੰਦਾ ਸੋਚਦਾ ਕਿ ਫਿਊਚਰ ਵਿਗਾਹ ਨੂੰ ਕੀ ਹੋਗਾ ਕੈਂਪ ਦਾ। ਮੈਂ ਜਿੰਨਾ ਚਿਰ ਤੱਕ ਦੁਨੀਆ ਚੱਲਦੀ ਰਹੂਗੀ, ਜਿੰਨਾ ਚਿਰ ਤੱਕ ਬੰਦੇ ਹੋਣਗੇ, ਗੁਰੂ ਨਾਨਕ ਦੀ ਸੋਚ ਹੋਣੀ, ਬਿਲਕੁਲ, ਤੇ ਇਹੀ ਕੈਂਪ ਚੱਲੀ ਜਾਣਾ ਹੈ ਜੀ। ਬਿਲਕੁਲ। ਸੋ ਇੱਥੇ ਫੇਸਬੁੱਕ ਦੇ ਉੱਤੇ ਕੁਝ ਜਿਹੜੇ ਆਪਣੇ ਦਰਸ਼ਕ ਨੇ ਉਹਨਾਂ ਨੇ ਮੈਸੇजेस ਭੇਜੇ ਨੇ। ਹਰਦੇਵ ਸਿੰਘ ਜੋਹਲ ਲਿਖਦੇ ਨੇ, ਇਸ ਭਲੇ ਕਾਰਜ ਲਈ ਦੋਨੋਂ ਸਤਿਕਾਰਤ ਸ਼ਖਸੀਅਤਾਂ ਦਾ ਤਹਿ ਦਿਲੋਂ ਜਿਹੜਾ ਉਹ ਧੰਨਵਾਦ। ਫਿਰ ਹਰਦੇਵ ਸਿੰਘ ਨੇ ਲਿਖਿਆ ਹੈ ਕਿ ਇਸ ਭਲੇ ਕਾਰਜ ਲਈ ਇਹਨਾਂ ਦਾ ਦਿਲੋਂ ਧੰਨਵਾਦ। ਅਸੀਂ ਕਾਮਨਾ ਕਰਦੇ ਹਾਂ ਅਕਾਲ ਪੁਰਖ ਹਮੇਸ਼ਾ ਇਹਨਾਂ ਨੂੰ ਕਾਰਜ ਵਿੱਚ ਸਫਲਤਾ, ਸਿਹਤ, ਚੜ੍ਹਦੀ ਕਲਾ ਬਖਸ਼ੇ। ਐਂਡ ਤਜਿੰਦਰ ਕੌਰ ਲਿਖਦੇ ਨੇ, ਕੈਂਪੇਨ ਇਨ ਕੈਮਲੂਪਸ ਐਂਡ ਕਲੋਨਾ ਕੁਐਸਚਨ ਮਾਰਕ ਕੀਤਾ ਹੈ। ਸੋ ਆਈ ਥਿੰਕ ਕੈਮਲੂਪਸ ਕੈਂਪੇਨ ਔਨ ਨਵੰਬਰ 13, 2021। ਸੋ ਇਹ ਕੁਐਸਚਨ ਮਾਰਕ ਤਾਂ ਮੈਨੂੰ ਸ਼ਾਇਦ ਲੱਗਿਆ ਕਿ ਉਹ ਪੁੱਛ ਰਹੇ ਨੇ, ਜਾਣਨਾ ਚਾਹੁੰਦੇ ਨੇ ਕਲੋਨਾ ਦੇ ਵਿੱਚ ਤੇ ਕੈਮਲੂਪਸ 'ਚ। ਹਾਂਜੀ, ਇਹ ਇਹਨਾਂ ਦੋਨਾਂ ਥਾਂ ਤੇ ਵੀ ਕੈਂਪ ਚੱਲੂਗਾ ਨੈਕਸਟ ਅਗਲੇ ਹਫਤੇ। ਤੇ ਜਿਹੜੀ ਸੌਰੀ ਮੈਨੂੰ ਲੱਗਦਾ ਕੈਮਲੂਪਸ ਵਿੱਚ ਤਾਂ ਆਲਰੇਡੀ ਹੋ ਚੁੱਕਾ, ਤੇ ਉੱਥੇ ਸੇ ਪਲਾਜ਼ਮਾ ਹੀ ਲੈਂਦੇ ਹੈਗੇ ਜਿੱਦਾਂ, ਤੇ ਉੱਥੇ ਵੀ ਬੜਾ ਸਕਸੈਸਫੁਲ ਕੈਂਪ ਚੱਲਿਆ ਹੈਗਾ। ਇੱਕ ਉੱਥੇ ਸਾਡੀ ਬੇਟੀ ਜਿਹੜੀ ਹੈਗੀ ਆ ਉਹ ਉੱਥੇ ਕੱਲੀ ਕੈਂਪ ਨੂੰ, ਤੇ ਨਾਲ ਵੀ ਉਹਦੇ ਵਲੰਟੀਅਰ ਵੀ ਹੈਗੇ ਆ, ਚਲਾ ਰਹੀ ਹੈਗੀ। ਤੇ ਉਹਨਾਂ ਦੇ ਪਿਤਾ ਜੀ ਵੀ ਕੈਂਪ 'ਚ ਹੁੰਦੇ ਸੀ, ਪਿਛਲੇ ਸਾਲ ਉਹਨਾਂ ਦੀ ਡੈਥ ਹੋ ਗਈ। ਹੁਣ ਤੁਸੀਂ ਵੇਖੋ, ਜੇ ਹੁਣ ਪਿਛਲੇ ਸਾਲ ਨਹੀਂ ਇਹ ਸਾਲ ਨੂੰ ਲੱਗਦਾ ਡੈਥ ਹੋਈ ਸੀ, ਇਸੇ ਸਾਲ ਡੈਥ ਹੋਈ ਸੀ। ਤੇ ਫਿਰ ਵੀ ਨਵੰਬਰ ਵਿੱਚ ਆਣ ਕੇ ਉਹਨੇ ਕਿਹਾ ਕਿ ਨਹੀਂ, ਮੈਂ ਪੂਰੀ ਜ਼ਿੰਮੇਵਾਰੀ ਨਾਲ ਕੈਂਪ ਨੂੰ ਚਲਾਉਣਾ। ਹੁਣ ਤੁਸੀਂ ਜਦੋਂ ਇੱਦਾਂ ਦੀਆਂ ਚੀਜ਼ਾਂ ਵੇਖਦੇ ਤੁਹਾਨੂੰ ਇੰਨੀ ਇੰਸਪੀਰੇਸ਼ਨ ਮਿਲਦੀ ਹੈ ਕਿ ਜੇ ਮੈਂ ਕਹਿ ਰਿਹਾ ਢਿੱਲ ਜਾ ਬੰਦਾ ਹੋ ਜਾਂਦਾ, ਕਿਉਂਕਿ ਤੁਸੀਂ ਹਰ ਵੇਲੇ ਤੁਸੀਂ ਲਾਈਫ ਵਿੱਚ ਚੜ੍ਹਦੀ ਕਲਾ ਵਿੱਚ ਰਹਿ ਨਹੀਂ ਸਕਦੇ, ਪਰ ਜਦੋਂ ਤੁਸੀਂ ਇੱਦਾਂ ਦੀਆਂ ਚੀਜ਼ਾਂ ਵੇਖਦੇ ਤੁਹਾਨੂੰ ਇੰਨੀ ਮੋਟੀਵੇਸ਼ਨ ਮਿਲਦੀ ਕਿ ਤੁਸੀਂ ਕਰਕੇ ਮੈਂ ਹੋਰ ਵੱਧ ਚੱਕ ਕੇ ਕੰਮ ਕਰਨਾ ਹੈ। ਵਾਕਈ ਬਹੁਤ ਹੀ ਚੰਗੀ ਗੱਲ ਹੈ, ਜਿਹੜੇ ਚੰਗੇ ਕੰਮ ਲਈ ਤੁਸੀਂ ਸਾਰੀ ਟੀਮ ਮਿਲ ਕੇ ਕੰਮ ਕਰ ਰਹੇ ਹੋ। ਇਸ ਤੋਂ ਖੂਬਸੂਰਤੀ ਸ਼ਾਇਦ ਕੋਈ ਵੀ ਨਹੀਂ ਹੋ ਸਕਦੀ। ਅਖੀਰ ਦੇ ਵਿੱਚ ਤੇਰਾ ਸਿੰਘ ਜੀ, ਹਰਪ੍ਰੀਤ ਜੀ, ਤੁਸੀਂ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਅਖੀਰ ਵਿੱਚ ਭੈਣ ਜੀ ਮੈਂ ਇਹ ਕਹਿਣਾ ਚਾਹੁੰਦਾ ਹੈਗਾ ਕਿ ਹੁਣ ਕੈਨੇਡਾ ਵਿੱਚ ਸਾਨੂੰ ਪੂਰੀ ਸੇਫਟੀ ਹੈਗੀ ਆ, ਗੱਲ ਕਰਨ ਦੇ ਹੱਕ ਹੈਗੀ, ਸਾਨੂੰ ਕੋਈ ਡਰ ਨਹੀਂ ਹੈਗਾ ਕਿ ਸਾਨੂੰ ਆਣ ਕੇ ਪੁਲਿਸ ਨੇ ਆਣ ਕੇ ਚੁੱਕ ਲੈਣਾ। ਪਰ ਮੈਂ ਸੋਚਿਆ ਕਿ ਜਿਹੜੇ ਮੇਰੇ ਵੀਰ ਭੈਣ ਜਿਹੜੇ ਪੰਜਾਬ ਵਿੱਚ ਬੈਠੇ ਆ, ਦਿੱਲੀ ਵਿੱਚ ਬੈਠੇ, ਜਿੱਥੇ ਵੀ ਬੈਠੇ, ਉਹ ਵੀ ਬਹੁਤ ਕੁਝ ਕਰ ਰਹੇ ਹੈਗੇ। ਗੁਰੂ ਨਾਨਕ ਦੇਵ ਜੀ ਦੀ ਜਿਹੜੀ ਫਿਲਾਸਫੀ ਨੂੰ ਲੈ ਕੇ ਚੱਲ ਰਹੇ, ਸੱਚ ਤੇ ਖੜੇ ਹੈਗੇ। ਤੇ ਉਹਨਾਂ ਬਾਰੇ ਮੈਂ ਕਈ ਵਾਰ ਸੋਚ ਰਿਹਾ ਕਿ ਉਹ ਵਿਚਾਰੇ, ਉਹਨਾਂ ਨੂੰ ਹੁਣ ਜਿਹਦੇ ਵਿੱਚ ਉਹਨਾਂ ਦੀ ਜਿਹੜੀ ਸੇਫਟੀ ਦਾ ਵੀ ਕੁਐਸਚਨ ਮਾਰਕ ਹੈਗਾ, ਤੇ ਖੁੱਲ ਕੇ ਗੱਲ ਵੀ ਕਰਨ ਦਾ, ਤੇ ਉਹ ਪ੍ਰੋਬਲਮ ਵਿੱਚ ਪੈ ਸਕਦੇ ਹੈ ਗਵਰਨਮੈਂਟ ਨਾਲ ਜਿੱਦਾਂ, ਪਰ ਉਹ ਵੀ ਕੰਮ ਕਰ ਰਹੇ ਹੈਗੇ ਨਾ। ਤੇ ਉਹਨਾਂ ਦਾ ਮੈਨੂੰ ਜ਼ਿਆਦਾ ਮੈਂ ਧੰਨਵਾਦ ਕਰਨਾ ਉਸ ਵੀਰਾਂ ਭੈਣਾਂ ਨੇ, ਜੇ ਪੰਜਾਬ ਵਿੱਚ ਕੋਈ ਸੁਣ ਰਿਹਾ ਹੋਵੇ, ਇੰਡੀਆ ਜਿੱਥੇ ਵੀ ਸੁਣ ਰਿਹਾ, ਬਸ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ। ਇੱਥੇ ਤਾਂ ਅਸੀਂ ਫੁੱਲ ਸੇਫਟੀ ਵਿੱਚ ਕੰਮ ਕਰ ਰਹੇ, ਮੈਨੂੰ ਕੋਈ ਫਿਕਰ ਨਹੀਂ, ਮੈਂ ਜੋ ਮਰਜ਼ੀ ਬੋਲਣਾ, ਮੈਨੂੰ ਹੱਕ ਹੈਗਾ ਬੋਲਣ ਦਾ ਨਾ, ਉੱਥੇ ਹੱਕ ਹੈ ਨਹੀਂ, ਪਰ ਫਿਰ ਵੀ ਬੋਲ ਰਹੇ। ਬਿਲਕੁਲ। ਹਰਪ੍ਰੀਤ ਜੀ, ਕੀ ਮੈਸੇਜ ਦੇਣਾ ਚਾਹੋਗੇ ਸਪੈਸ਼ਲੀ ਜਿਹੜੇ ਲੋਕ ਇਸ ਕੰਮ ਦੇ ਨਾਲ, ਤੁਹਾਡੀ ਟੀਮ ਦੇ ਨਾਲ ਜੁੜਨਾ ਚਾਹੁੰਦੇ ਨੇ, ਉਹ ਤੁਹਾਡੇ ਨਾਲ ਕੰਟੈਕਟ ਕਿਵੇਂ ਕਰ ਸਕਦੇ ਨੇ? ਸੋ ਜਿਵੇਂ ਭਾਈ ਸਾਹਿਬ ਨੇ ਜਿਹੜੇ ਫੇਸਬੁੱਕ ਤੇ ਵੀ ਕਮੈਂਟ ਕੀਤਾ, ਸੋ ਇੱਕ ਚੀਜ਼ ਆਪਾਂ ਇੱਥੇ ਸਮਝੀਏ ਵੀ ਇਹ ਕਿਸੇ ਥੋੜੇ ਜਿਹੇ ਲੋਕਾਂ ਦੀ ਕੰਪੇਨ ਨਹੀਂ ਹੈਗੀ, ਇਹ ਨਹੀਂ ਹੈਗਾ ਵੀ ਥੋੜੇ ਜਿਹੇ ਵਲੰਟੀਅਰ, ਇਹ ਸਾਰੀ ਕੌਮ ਦੀ ਆ। ਸੋ ਜਦੋਂ ਵੀ ਧੰਨਵਾਦ ਕਰਨਾ, ਆਪਣੇ ਆਪ ਨੂੰ ਹੀ ਕਰਨਾ ਵੀ ਤੁਸੀਂ ਇਸ ਕੰਪੇਨ ਦਾ ਪਾਰਟ ਹੋ, ਤੇ ਉਹ ਅਕਾਲ ਪੁਰਖ ਦਾ ਓਟ ਆਸਰਾ ਗਾ, ਉਹ ਸ਼ੁਕਰਗੁਜ਼ਾਰ ਆਪਾਂ ਉਹਦੇ ਆ ਜਿਨ੍ਹਾਂ ਨੇ ਆਪਾਂ ਨੂੰ ਇਸ ਕਾਰਜ 'ਚ ਲਾਇਆ ਹੋਇਆ। ਸੋ ਇੱਕ ਥੋੜੇ ਜਿਹੇ ਲੋਕਾਂ ਦੀ ਨਹੀਂ, ਕਈ ਵਾਰ ਸਾਨੂੰ ਇਹ ਲੱਗਦਾ ਵੀ ਓਕੇ ਆਹ ਪਰਸਨ ਨੇ ਜਿਹੜੇ ਆਹ ਲੋਕ ਨੇ ਇਸ ਕੰਪੇਨ ਨੂੰ ਚਲਾ ਰਹੇ, ਨਹੀਂ, ਇਹ ਸਾਰੀ ਸਿੱਖ ਕੌਮ
ਸਾਰੀ ਜਿਹੜੀ ਕੌਮ ਇਹਨੂੰ ਚਲਾ ਰਹੀ ਆ, ਹਰ ਕੋਈ ਆਪਣਾ ਆਪਣਾ ਪਾਰਟ ਜਿਹੜਾ ਨਿਭਾ ਰਿਹਾ। ਔਰ ਜਿਵੇਂ ਤੁਸੀਂ ਕਿਹਾ ਵੀ ਲੋਕ ਕਿੱਦਾਂ ਜੁੜ ਸਕਦੇ ਆ, ਕਿੱਦਾਂ ਗੱਲਬਾਤ ਕਰ ਸਕਦੇ ਆ, ਸੋ ਫੋਨ ਨੰਬਰ ਆ 6043691984 604 369 1984। ਕੰਪੇਨ ਦੇ ਰਿਲੇਟਡ ਕੋਈ ਵੀ ਗੱਲਬਾਤ ਕਰਨੀ ਹੋਵੇ ਉਸ ਨੰਬਰ ਤੇ ਫੋਨ ਕਰਕੇ ਕਰ ਸਕਦੇ ਆ। ਜਿਹੜਾ 14 ਨਵੰਬਰ ਨੂੰ ਉੱਥੇ ਵੈਨਕੂਵਰ ਦੇ ਵਿੱਚ ਕੈਂਪ ਆ, ਉਸ ਤੋਂ ਬਾਅਦ 20 ਤੇ 21 ਨੂੰ ਐਸਫੋਰਡ ਦੇ ਵਿੱਚ ਆ। ਉਹਦੇ ਤੇ ਲਈ ਵੀ ਜੇ ਤੁਸੀਂ ਉੱਥੇ ਬਲੱਡ ਡੋਨੇਟ ਕਰਨਾ ਚਾਹੁੰਦੇ ਹੋ ਤਾਂ ਇਸ ਨੰਬਰ ਤੇ ਕਾਲ ਕਰਕੇ ਜਿਹੜਾ ਹੈਗਾ ਬੁੱਕ ਕਰ ਸਕਦੇ ਹੋ। ਔਰ ਅਖੀਰ ਤੇ ਇਹੀ ਆ ਵੀ ਆਪਾਂ ਸਾਰੇ ਇਸ ਚੰਗੇ ਉਪਰਾਲੇ ਦੇ ਨਾਲ ਜੁੜੀਏ, ਇਸ ਸੋਚ ਦੇ ਨਾਲ ਜੁੜੀਏ ਤੇ ਮਨੁੱਖਤਾ ਦੀ ਸੇਵਾ ਦੇ ਵਿੱਚ, ਸਰਬੱਤ ਦੇ ਭਲੇ ਦੇ ਵਿੱਚ ਆਪਣਾ ਆਪਣਾ ਜਿਹੜਾ ਹਿੱਸਾ ਪਾਈਏ। ਕਿਉਂਕਿ ਕੋਈ ਵੀ ਕਾਰਜ ਆ ਜਦੋਂ ਕੌਮਾਂ ਇਕੱਠੀਆਂ ਹੋ ਕੇ ਚੱਲਦੀਆਂ ਨੇ, ਸਿਰ ਜੋੜ ਕੇ ਅੱਗੇ ਵੱਲ ਵੱਧਦੀਆਂ ਨੇ, ਤਾਂ ਉਹ ਦੁੱਗਣੀਆਂ ਹੋ ਕੇ ਸਾਹਮਣੇ ਆਉਂਦੀਆਂ ਨੇ। ਔਰ ਕਿਸੇ ਵੀ ਜ਼ਾਲਮ ਸੋਚ ਦੇ ਮੂਹਰੇ ਜਦੋਂ ਖੜਨਾ ਤਾਂ ਆਪਾਂ ਨੂੰ ਆਪਣੀ ਸੋਚ ਆ ਜਿਹੜੀ ਉਹ ਬਲਵਾਨ ਕਰਨੀ ਪੈਣੀ ਆ। ਤੇ ਇਸ ਕੰਪੇਨ ਦੇ ਵਿੱਚ ਆਪਾਂ ਇਸ ਮੁਹਿੰਮ ਦੇ ਨਾਲ ਜੁੜ ਕੇ ਉਸ ਚੀਜ਼ ਨੂੰ ਸਮਝ ਸਕਦੇ ਹਾਂ ਤੇ ਇਸ ਮੁਹਿੰਮ ਨੂੰ ਹੋਰ ਅੱਗੇ ਲੈ ਕੇ ਜਾ ਸਕਦੇ ਜੀ। ਤੇਰਾ ਸਿੰਘ ਜੀ, ਹਰਪ੍ਰੀਤ ਜੀ, ਬਹੁਤ ਬਹੁਤ ਥੈਂਕ ਯੂ। ਮਤਲਬ ਤੁਸੀਂ ਇੱਥੇ ਆਏ, ਬਹੁਤ ਸਾਰੇ ਸਵਾਲ ਲੋਕਾਂ ਦੇ ਵੀ ਜ਼ਿਹਨ ਦੇ ਵਿੱਚ ਹੁੰਦੇ ਨੇ, ਉਹ ਸਾਰੇ ਕਲੀਅਰ ਹੋਏ ਨੇ, ਬਹੁਤ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ, ਧੰਨਵਾਦ। ਔਰ ਅਸੀਂ ਵਾਕਈ ਸਾਡੀ ਸਾਰੀ ਟੀਮ ਦੇ ਵੱਲੋਂ ਇਹੀ ਕਹਿਣਾ ਚਾਹਾਂਗੇ, ਜਿਹੜੇ ਚੰਗੇ ਕੰਮ ਲਈ ਤੁਸੀਂ ਸਾਰੇ ਤੁਰੇ ਹੋ, ਅਸੀਂ ਸਾਰੇ ਨਾਲ ਐਜ਼ ਅ ਵਲੰਟੀਅਰ ਜਿਵੇਂ ਵੀ ਜੁੜ ਸਕਦੇ ਹਾਂ, ਨਾਲ ਕੋਈ ਨਾ ਕੋਈ ਕੰਮ ਫੜਿਆ ਹੋਇਆ ਸਾਰੇ ਕਰ ਰਹੇ ਨੇ, ਤਨਦੇਹੀ ਨਾਲ ਨਿਭਾ ਰਹੇ ਨੇ ਜ਼ਿੰਮੇਵਾਰੀ। ਇੱਦਾਂ ਹੀ ਜਿਹੜਾ ਇਹ ਚੱਲਦਾ ਰਹੇ ਕੰਮ ਤੇ ਇੱਦਾਂ ਹੀ ਅੱਗੇ ਜਿਹੜਾ ਘੇਰਾ ਬਹੁਤ ਵਿਸ਼ਾਲ ਹੁੰਦਾ ਜਾਏ। ਥੈਂਕ ਯੂ ਸ਼ਰੀ ਭੈਣ ਜੀ, ਤੁਹਾਡੀ ਸਾਰੀ ਟੀਮ ਦਾ, ਚੈਨਲ ਪੰਜਾਬੀ ਦਾ, ਕਿਉਂਕਿ ਇਹ ਵੀ ਇੱਕ ਬਹੁਤ ਵੱਡਾ ਉੱਦਮ ਆ। ਤੁਸੀਂ ਲੋਕਾਂ ਦੇ ਰੂਬਰੂ ਕੀਤਾ, ਸਾਰੀ ਕੌਮ ਦੇ ਰੂਬਰੂ ਕੀਤਾ ਤਾਂ ਕਿ ਇਸ ਮੁਹਿੰਮ ਦੀ ਹੋਰ ਕਲੈਰਿਟੀ ਹੋ ਸਕੇ। ਮਿਹਰਬਾਨੀ ਤੁਹਾਡੀ ਵੀ। ਥੈਂਕ ਯੂ ਜੀ। ਸੋ ਅਸੀਂ ਵੀ ਇਸ ਚੀਜ਼ ਨੂੰ ਆਈ ਥਿੰਕ ਚੰਗੇ ਤਰੀਕੇ ਨਾਲ ਸਮਝ ਸਕੇ ਹਾਂ, ਇਸ ਮਕਸਦ ਨੂੰ ਸਮਝ ਸਕਦੇ ਹਾਂ ਕਿ ਕੀ ਇਹ ਜਿਹੜਾ ਕੰਮ ਸ਼ੁਰੂ ਕੀਤਾ ਗਿਆ, ਜਿਹੜੀ ਕੈਂਪੇਨ ਸ਼ੁਰੂ ਕੀਤੀ ਗਈ ਹੈ, ਇਹਦਾ ਮਕਸਦ ਜਿਹੜਾ ਉਹ ਕੀ ਹੈ। ਬਲੱਡ ਡੋਨੇਸ਼ਨ ਬਾਏ ਸਿੱਖ ਨੇਸ਼ਨ ਇਸ ਚੰਗੇ ਕਾਜ਼ ਦੇ ਲਈ ਸਾਰੇ ਵੱਧ ਚੜ੍ਹ ਕੇ ਅੱਗੇ ਆਓ। ਖੂਨਦਾਨ ਮਹਾਦਾਨ ਹੁੰਦਾ ਹੈ। ਸੋ ਇਸ ਮਹਾਦਾਨ ਨੂੰ ਪਹਿਲਾਂ ਅਸੀਂ ਕਰਨਾ ਸ਼ੁਰੂ ਕਰੀਏ, ਫਿਰ ਆਪਣੀਆਂ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਉਹਨਾਂ ਨੂੰ ਵੀ ਇਹ ਚੀਜ਼ ਸਿਖਾਈਏ ਕਿ ਚੰਗੇ ਕਾਜ਼ ਲਈ ਉਹ ਕਿਵੇਂ ਅੱਗੇ ਆ ਸਕਦੇ ਨੇ, ਵੱਧ ਚੜ੍ਹ ਕੇ ਜਿਹੜਾ ਹਿੱਸਾ ਲੈ ਸਕਦੇ ਨੇ। ਕੱਲ ਫਿਰ ਤੋਂ ਦ ਮਾਰਨਿੰਗ ਸ਼ੋਅ ਦੇ ਵਿੱਚ ਮਿਲਾਂਗੇ। ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।